कहावतां, मिसाल, प्रोवर्ब्स। अकल लई पुकार। चैप्टर 1। दाऊद दे पुत्र इसराइल दे पातशाह सुलेमान दीआं कहावतां। बुद्ध ते सिक्ख्या जानन लई, समझ दीआं गल्लां बुझण लई, चतुराई दी सिक्ख्या प्राप्त करन लई, धर्म, न्याय ते इंसाफ लई, भोलिਆਂ ਨੂੰ ਸਿਆਣਪ ਅਤੇ ਜਵਾਨਾਂ ਨੂੰ ਗਿਆਨ ਅਤੇ ਅਕਲ ਦੇਣ ਲਈ। ਬਈ ਬੁੱਧਵਾਨ ਸੁਣ ਕੇ ਆਪਣੇ ਗਿਆਨ ਨੂੰ ਵਧਾਵੇ ਅਤੇ ਸਮਝ ਵਾਲਾ ਬੁੱਧੀਆਂ ਯੁਕਤਾਂ ਪ੍ਰਾਪਤ ਕਰੇ। ਬਈ ਉਹ ਕਹਾਵਤਾਂ ਅਤੇ ਦ੍ਰਿਸ਼ਟਾਂਤਾਂ ਅਤੇ ਬੁੱਧਵਾਨਾਂ ਦੀਆਂ ਗੱਲਾਂ ਅਤੇ ਬੁਝਾਰਤਾਂ ਨੂੰ ਸਮਝਣ। ਯਹੋਵਾ ਦਾ ਡਰ ਗਿਆਨ ਦਾ ਮੂਲ ਹੈ। ਬੁੱਧ ਅਤੇ ਸਿੱਖਿਆ ਨੂੰ ਮੂਰਖ ਤੁੱਛ ਜਾਣਦੇ ਹਨ। ਹੇ ਮੇਰੇ ਪੁੱਤਰ, ਤੂੰ ਆਪਣੇ ਪਿਓ ਦਾ ਉਪਦੇਸ਼ ਸੁਣ। ਆਪਣੀ ਮਾਂ ਦੀ ਧੀ ਨੂੰ ਨਾ ਛੱਡੀ, ਕਿਉਂ ਜੋ ਉਹ ਤੇਰੇ ਸਿਰ ਲਈ ਸ਼ਿੰਗਾਰਨ ਵਾਲਾ ਸਿਹਰਾ, ਤੇਰੇ ਗਲ ਲਈ ਕੈਂਠਾਂ ਹੋਣਗੀਆਂ। ਹੇ ਮੇਰੇ ਪੁੱਤਰ, ਜੇ ਕਦੀ ਪਾਪੀ ਤੈਨੂੰ ਫਿਸਲਾਉਣ ਤਾਂ ਤੂੰ ਉਹਨਾਂ ਨੂੰ ਨਾ ਮੰਨੀ, ਪਰ ਜੋ ਆਖਣ ਬਈ ਸਾਡੇ ਨਾਲ ਚੱਲ, ਅਸੀਂ ਖੂਨ ਕਰਨ ਨੂੰ ਦਾਅ ਲਾਈਏ, ਆਪਾਂ ਨਿਹੱਕ ਬੇਦੋਸ਼ਾਂ ਦੀ ਘਾਤ ਵਿੱਚ ਲੁੱਕੇ ਬੈਠੀਏ, ਅਸੀਂ ਉਹਨਾਂ ਨੂੰ ਪਤਾਲ ਵਾਂਗੂ ਜਿਉਂਦਾ ਹੀ ਭਖ ਲਈਏ ਤੇ ਸਾਬਤਾ ਉਹਨਾਂ ਨੂੰ ਜੋ ਟੋਏ ਵਿੱਚ ਉਤਰਦੇ ਹਨ। ਸਗੋਂ ਸਭ ਪ੍ਰਕਾਰ ਦੇ ਅਨਮੋਲ ਪਦਾਰਥ ਸਾਨੂੰ ਮਿਲਣਗੇ। ਅਸੀਂ ਲੁੱਟ ਦੇ ਮਾਲ ਨਾਲ ਆਪਣੇ ਘਰ ਭਰ ਲਵਾਂਗੇ। ਸਾਡੇ ਵਿੱਚ ਆਪਣਾ ਹੀ ਗੁਣਾ ਪਾ ਲੈ। ਸਾਡੇ ਸਭਨਾਂ ਦੀ ਇੱਕੋ ਥੈਲੀ ਹੋ। ਹੇ ਪੁੱਤਰ, ਤੂੰ ਉਹਨਾਂ ਦੇ ਸੰਗ ਉਸ ਰਾਹ ਵਿੱਚ ਨਾ ਤੁਰੇ। ਉਹਨਾਂ ਦੇ ਰਾਹ ਤੋਂ ਆਪਣੇ ਪੈਰਾਂ ਨੂੰ ਰੋਕੀ, ਕਿਉਂਕਿ ਉਹਨਾਂ ਦੇ ਪੈਰ ਬੁਰਾਈ ਵੱਲ ਨੱਠਦੇ ਅਤੇ ਖੂਨ ਕਰਨ ਨੂੰ ਫੁਰਤੀ ਕਰਦੇ ਹਨ। ਕਿਸੇ ਪੰਛੀ ਦੇ ਵੇਖਦਿਆਂ ਜਾਲ ਵਿਛਾਉਣਾ ਵਿਅਰਥ ਹੈ। ਉਹ ਆਪਣਾ ਹੀ ਖੂਨ ਕਰਨ ਲਈ ਦਾਅ ਲਾਉਂਦੇ ਹਨ, ਆਪਣੀਆਂ ਹੀ ਜਾਨਾਂ ਦੇ ਲੁਕੇ ਘਾਤ ਵਿੱਚ ਬੈਠਦੇ ਹਨ। ਨਫ਼ੇ ਦੇ ਸਾਰੇ ਲੋਭੀਆਂ ਦੀ ਚਾਲ ਅਜਿਹੀ ਹੁੰਦੀ ਹੈ। ਉਹ ਆਪਣੇ ਮਾਲਕਾਂ ਦੀ ਜਾਨ ਲੈ ਲੈਂਦਾ ਹੈ। ਬੁੱਧ ਗਲੀਆਂ ਵਿੱਚ ਉੱਚੀ ਦੇ ਕੇ ਬੋਲਦੀ ਹੈ। ਉਹ ਚੌਂਕਾਂ ਵਿੱਚ ਹਾਕਾ ਮਾਰਦੀ ਹੈ ਤੇ ਬਾਜ਼ਾਰਾਂ ਦੇ ਸਿਰਿਆਂ ਉੱਤੇ ਹੋਕਾ ਦਿੰਦੀ ਹੈ। ਉਹ ਫਾਟਕਾਂ ਦੇ ਲਾਂਘਿਆਂ ਅਤੇ ਸ਼ਹਿਰ ਵਿੱਚ ਇਹ ਗੱਲਾਂ ਕਰਦੀ ਹੈ ਕਿ ਹੇ ਭੋਲੇ, ਤੁਸੀਂ ਕਦੋਂ ਤੱਕ ਭੋਲੇਪਨ ਨਾਲ ਪ੍ਰੀਤ ਲਾਓਗੇ। ਮਖੌਲੀ ਆਪਣੀ ਮਖੌਲਾਂ ਤੋਂ ਪ੍ਰਸੰਨ ਹੋਣਗੇ ਅਤੇ ਮੂਰਖ ਗਿਆਨ ਨਾਲ ਵੈਰ ਰੱਖਣਗੇ। ਮੇਰੀ ਤਾੜ ਸੁਣ ਕੇ ਮੁੜੋ, ਵੇਖੋ ਮੈਂ ਆਪਣਾ ਆਤਮਾ ਤੁਹਾਡੇ ਉੱਤੇ ਵਹਾ ਦਿਆਂਗੀ। ਮੈਂ ਆਪਣੇ ਵਚਨ ਤੁਹਾਨੂੰ ਸਮਝਾਵਾਂਗੀ। ਮੈਂ ਤਾਂ ਆਵਾਜ਼ ਮਾਰੀ ਪਰ ਤੁਸੀਂ ਅੱਖਾਂ ਨਾ ਮੰਨਿਆ। ਮੈਂ ਹੱਥ ਪਸਾਰਿਆ ਪਰ ਕਿਸੇ ਨੇ ਧਿਆਨ ਨਾ ਦਿੱਤਾ। ਤੁਸੀਂ ਮੇਰੀਆਂ ਸਾਰੀਆਂ ਮੱਤਾਂ ਨੂੰ ਵਿਸਾਰ ਦਿੱਤਾ। ਮੇਰੀ ਤਾੜ ਦੀ ਕੋਈ ਚਾਹ ਨਾ ਕੀਤੀ। ਮੈਂ ਵੀ ਤੁਹਾਡੀ ਵਿਪਤਾ ਉੱਤੇ ਹੱਸਾਂਗੀ ਤੇ ਤੁਹਾਡੇ ਉੱਤੇ ਡਰ ਆ ਜਾਵੇਗਾ ਤੇ ਮੈਂ ਠੱਠਾ ਕਰਾਂਗੀ। ਜਿਸ ਵੇਲੇ ਝੱਖੜ ਝੋਲੇ ਵਾਂਗੂ ਤੁਹਾਡੇ ਉੱਤੇ ਭੈ ਆਣ ਪਵੇਗਾ ਤੇ ਬਾਬਰੋਲੇ ਦੀ ਨਿਆਣੀ ਤੁਹਾਡੇ ਉੱਤੇ ਵਿਪਤਾ ਆਵੇਗੀ, ਤੁਹਾਨੂੰ ਕਸ਼ਟ ਤੇ ਸੰਕਟ ਹੋਵੇਗਾ। ਉਸ ਵੇਲੇ ਮੇਰੀਆਂ ਦੁਹਾਈਆਂ ਉਹ ਦੇਣਗੇ ਪਰ ਮੈਂ ਉੱਤਰ ਨਾ ਦੇਵਾਂਗੀ। ਉਹ ਮਨੋਂ ਲਾ ਕੇ ਮੈਨੂੰ ਭਾਲਣਗੇ ਪਰ ਮੈਂ ਉਹਨਾਂ ਨੂੰ ਨਹੀਂ ਲੱਭਾਂਗੀ, ਕਿਉਂ ਜੋ ਉਹਨਾਂ ਨੇ ਗਿਆਨ ਨਾਲ ਵੈਰ ਰੱਖਿਆ, ਜੋ ਉਹਦਾ ਭੈ ਪਸੰਦ ਨਾ ਕੀਤਾ। ਮੇਰੀ ਮੱਤ ਦੀ ਉਹਨਾਂ ਨੂੰ ਕੁਝ ਲੋੜ ਨਾ ਰੱਖੀ ਤੇ ਸਾਰੀ ਤਾੜ ਨੂੰ ਤੁੱਛ ਜਾਣਿਆ। ਇਸ ਲਈ ਉਹ ਆਪਣੀ ਕਰਨੀ ਦਾ ਫਲ ਭੋਗਣਗੇ ਤੇ ਆਪਣੀਆਂ ਜੁਗਤਾਂ ਨਾਲ ਰੱਜਣਗੇ, ਕਿਉਂ ਜੋ ਭੋਲੇ ਫਿਰ ਜਾਣ ਕਰਕੇ ਮਾਰੇ ਜਾਣਗੇ ਅਤੇ ਮੂਰਖਾਂ ਦੀ ਲਾਪਰਵਾਹੀ ਉਹਨਾਂ ਦਾ ਨਾਸ਼ ਕਰੇਗੀ। ਜੋ ਮੇਰੀ ਸੁਣਦਾ ਉਹ ਸੁੱਖ ਨਾਲ ਹੱਸੇਗਾ ਅਤੇ ਬਲਾ ਤੋਂ ਨਿਰਭੈ ਹੋ ਕੇ ਸ਼ਾਂਤੀ ਨਾਲ ਰਹੇਗਾ। ਚੈਪਟਰ 2। ਅਕਲ ਦੇ ਲਾਭ। ਹੇ ਮੇਰੇ ਪੁੱਤਰ, ਜੇ ਤੂੰ ਮੇਰੇ ਆਖੇ ਲੱਗੇ, ਮੇਰੇ ਹੁਕਮਾਂ ਨੂੰ ਆਪਣੇ ਕੋਲ ਸਾਂਭ ਰੱਖੇ, ਬੇਬੁੱਧ ਵੱਲ ਕੰਨ ਲਾਵੇਂ ਤੇ ਸਮਝ ਉੱਤੇ ਚਿੱਤ ਲਾਵੇਂ। ਹਾਂ, ਜੋ ਤੂੰ ਵਿਵੇਕ ਲਈ ਪੁਕਾਰੇ, ਸਮਝ ਲਈ ਆਵਾਜ਼ ਕੱਢੇ, ਜੇ ਤੂੰ ਚਾਂਦੀ ਵਾਂਗੂ ਉਹਦੀ ਭਾਲ ਕਰੇ ਤੇ ਗੁਪਤ ਧਨ ਵਾਂਗੂ ਉਹਦੀ ਖੋਜ ਕਰੇ, ਤਾਂ ਤੂੰ ਯਹੋਵਾ ਦੇ ਭੈ ਤੋਂ ਸਮਝੇਗਾ ਅਤੇ ਪਰਮੇਸ਼ਰ ਦੇ ਗਿਆਨ ਨੂੰ ਪ੍ਰਾਪਤ ਕਰੇਗਾ। ਕਿਉਂ ਜੋ ਬੁੱਧ ਯਹੋਵਾ ਹੀ ਦਿੰਦਾ ਹੈ, ਗਿਆਨ ਤੇ ਸਮਝ ਉਸੇ ਦੇ ਮੂੰਹੋਂ ਨਿਕਲਦੀ ਹੈ। ਸੱਚਿਆਰਾਂ ਲਈ ਉਹ ਦਿਨਾਈ ਰੱਖ ਛੱਡਦਾ ਹੈ, ਖਰਿਆਈ ਨਾਲ ਜਿਹੜੇ ਚੱਲਦੇ ਹਨ ਉਹਨਾਂ ਲਈ ਉਹ ਢਾਲ ਹੈ। ਉਹ ਤਾਂ ਨਿਆਂ ਦੇ ਰਾਹਾਂ ਦੀ ਰਾਖੀ ਕਰਦੇ ਤੇ ਭਗਤਾਂ ਦੇ ਰਾਹ ਦੀ ਰੱਛਾ ਕਰਨ। ਤੂੰ ਧਰਮ ਤੇ ਨਿਆਂ ਦਾ ਅਤੇ ਇਨਸਾਫ ਨੂੰ ਸਗੋਂ ਹਰੇਕ ਭਲੇ ਰਾਹ ਨੂੰ ਸਮਝੇਗਾ। ਕਿਉਂ ਜੋ ਬੁੱਧ ਤੇਰੇ ਮਨ ਵਿੱਚ ਆਵੇਗੀ ਤੇ ਗਿਆਨ ਤੇਰੇ ਮਨ ਨੂੰ ਪਿਆਰਾ ਲੱਗੇਗਾ। ਮੱਤ ਤੇਰੀ ਪਾਲਣਾ ਕਰੇਗੀ ਤੇ ਸਮਝ ਤੇਰੀ ਰਾਖੀ ਕਰੇਗੀ। ਵੀ ਮੈਂ ਤੈਨੂੰ ਬੁਰੀਆਂ ਰਾਹਾਂ ਤੋਂ ਤੇ ਖੋਟੀਆਂ ਗੱਲਾਂ ਕਰਨ ਵਾਲਿਆਂ ਤੋਂ ਛਡਾਉਣ। ਸਾਰੇ ਜਿਹੜੇ ਸੱਚਾਈ ਨਾਲ ਰਾਹਾਂ ਨੂੰ ਛੱਡ ਕੇ ਹਨੇਰੇ ਰਾਹਾਂ ਵਿੱਚ ਤੁਰਦੇ ਹਨ, ਬੁਰਾਈ ਕਰਨ ਆਨੰਦ ਹੁੰਦੇ ਹਨ ਅਤੇ ਬੁਰਾਈ ਦੇ ਖੋਟਿਆਂ ਕੰਮਾਂ ਤੋਂ ਖੁਸ਼ੀ ਮਨਾਉਂਦੇ ਹਨ। ਜਿਨ੍ਹਾਂ ਦੇ ਰਾਹ ਵਿੰਗੇ ਤੇ ਚਾਲਾਂ ਰਗੜੀਆਂ ਹੋਈਆਂ ਹਨ, ਪਰ ਉਹ ਤੈਨੂੰ ਬੁਰਾਈ ਔਰਤ ਤੋਂ ਛਡਾਉਣ ਅਤੇ ਉੱਪਰੀ ਸੀਮੇ ਨੂੰ ਜਿਹੜੀਆਂ ਚੱਕੜੀਆਂ ਚੱਪੜੀਆਂ ਗੱਲਾਂ ਕਰਦੀ ਹੈ। ਜਿਹਨੇ ਆਪਣੀ ਜਵਾਨੀ ਦੇ ਸਾਥੀ ਨੂੰ ਛੱਡ ਦਿੱਤਾ ਅਤੇ ਆਪਣੇ ਪਰਮੇਸ਼ਵਰ ਦੇ
ਨਾਂ ਨੂੰ ਛੱਡ ਦਿੱਤਾ, ਕਿਉਂ ਜੀ ਉਹਦਾ ਘਰ ਮੌਤ ਵੱਲ ਹੈ ਪੈਂਦਾ, ਉਹਦੇ ਰਾਹ ਪੂਤਨਿਆਂ ਵੱਲ। ਜਿਵੇਂ ਉਹਦੇ ਕੋਲ ਜਾਂਦੇ ਉਹਨਾਂ ਕੋਲੋਂ ਕੋਈ ਮੁੜ ਕੇ ਨਹੀਂ ਆਉਂਦਾ, ਤੇ ਨਾ ਹੀ ਉਹਦੇ ਜਿਉਣ ਦਾ ਰਾਹ ਉੱਪਰਦਾ ਹੈ। ਇਉਂ ਤੂੰ ਭਲਿਆਂ ਦੇ ਰਾਹ ਵਿੱਚ ਤੁਰੇਂਗਾ, ਧਰਮਾਂ ਦੇ ਮਾਰਗ ਨੂੰ ਫੜੀ ਰੱਖੇਂਗਾ। ਸਚਿਆਰ ਹੀ ਧਰਤੀ ਤੇ ਵਸਣਗੇ ਤੇ ਖਰੇ ਹੀ ਉਹਦੇ ਰਾਹ ਵਿੱਚ ਬੈਠਣਗੇ, ਪਰ ਦੁਸ਼ਟ ਧਰਤੀ ਤੋਂ ਕੱਟੇ ਜਾਣਗੇ ਤੇ ਛਲੇ ਉਸ ਤੋਂ ਪੁੱਟੇ ਜਾਣਗੇ। ਚੈਪਟਰ 3 ਜੋ ਤੇ ਭਰੋਸਾ। ਤੇ ਮੇਰੇ ਪੁੱਤਰ, ਤੂੰ ਮੇਰੇ ਤਲੀਮ ਨੂੰ ਨਾ ਭੁੱਲ, ਤੂੰ ਆਪਣੇ ਚਿੱਤ ਨੂੰ ਮੇਰੇ ਹੁਕਮਾਂ ਨੂੰ ਮੰਨ, ਕਿਉਂ ਜੋ ਉਹ ਉਮਰ ਦੀ ਲੰਬਾਈ, ਜਿਉਣ ਦੇ ਬਾਰੇ ਤੇ ਸ਼ਾਂਤੀ ਤੇਰੇ ਵਧਾਉਣਗੇ। ਦਇਆ ਤੇ ਸੱਚਾਈ ਨੂੰ ਤੈਨੂੰ ਨਾ ਛੱਡਣ। ਉਹਨਾਂ ਨੇ ਆਪਣੀ ਗੱਲ ਦੇ ਦੁਆਲੇ ਬੰਨ ਲੈ ਤੇ ਉਹਨਾਂ ਨੂੰ ਆਪਣੇ ਮਨ ਦੇ ਤਖਤ ਉੱਤੇ ਲਿਖ ਲੈ। ਤੂੰ ਤਾਂ ਪਰਮੇਸ਼ਵਰ ਤੇ ਆਦਮੀ ਦੀਆਂ ਨਜ਼ਰਾਂ ਵਿੱਚ ਕਿਰਪਾ ਤੇ ਨੇਕਨਾਮੀ ਪਾਵੇਂਗਾ। ਆਪਣੇ ਪੂਰੇ ਦਿਲ ਨਾਲ ਜੋ ਤੇ ਭਰੋਸਾ ਰੱਖ, ਆਪਣੀ ਸਮਝ ਤੇ ਇਤਬਾਰ ਨਾ ਕਰ, ਆਪਣੇ ਸਾਰੇ ਰਾਹ ਵਿੱਚ ਉਹਨੂੰ ਪਛਾਣ, ਉਹ ਤੇਰੇ ਮਾਰਗ ਨੂੰ ਸਿੱਧਾ ਕਰੇਗੀ। ਤੂੰ ਆਪਣੀ ਨਿਗਾਹ ਵਿੱਚ ਬੁੱਧਵਾਨਾ ਹੋ, ਜੋ ਉਹਦੇ ਪੈਰ ਰੱਖ ਤੇ ਬੁਰਾਈ ਤੋਂ ਲਾਂਭੇ ਰਹੋ। ਇਸ ਤੋਂ ਤੇਰੀ ਨਾਭੀ ਨਿਰੋਗ ਤੇ ਤੇਰੀਆਂ ਹੱਡੀਆਂ ਰਿਸ਼ਟ ਪੁਸ਼ਟ ਰਹਿਣਗੀਆਂ। ਆਪਣੇ ਮਾਲ ਤੇ ਆਪਣੀ ਸਾਰੀ ਪੈਦਾਵਾਰ ਆਪਣੇ ਪਹਿਲੇ ਫਲ ਦੇ ਨਾਲ ਜੋ ਉਹਦੀ ਮਹਿਮਾ ਕਰ, ਤਾਂ ਤੇਰੇ ਖਾਤੇ ਪੈਦਾਵਾਰ ਨਾਲ ਭਰੇ ਪੂਰੇ ਰਹਿਣਗੇ ਅਤੇ ਦਾਖਾਂ ਦੇ ਵੇਲੇ ਨਵੇਂ ਰਸ ਨਾਲ ਛਲਕਣਗੇ। ਤੇ ਮੇਰੇ ਪੁੱਤਰ, ਤੂੰ ਜੋ ਉਹਦੀ ਤਾੜ ਨੂੰ ਕੁਛ ਨਾ ਜਾਣੇਗਾ ਤੇ ਉਹ ਤੈਨੂੰ ਛਿੜਕੇ ਤਾਂ ਤੂੰ ਅੱਕ ਨਾ ਜਾਵੇਂ, ਕਿਉਂਕਿ ਜੋ ਉਸ ਨੂੰ ਤਾੜਦਾ ਜਿਹਦੇ ਨਾਲ ਪਿਆਰ ਕਰਦਾ। ਜਿਵੇਂ ਪਿਓ ਉਸ ਪੁੱਤਰ ਨੂੰ ਜਿਸ ਤੋਂ ਪ੍ਰਸੰਨ ਹੈ, ਧੰਨ ਉਹ ਆਦਮੀ ਜਿਸ ਨੂੰ ਬੁੱਧ ਮਿਲਦੀ ਹੈ ਅਤੇ ਪੁਰਸ਼ ਨੂੰ ਪ੍ਰਾਪਤ ਹੁੰਦੀ ਹੈ, ਕਿਉਂਕਿ ਉਹਦੀ ਪ੍ਰਾਪਤੀ ਚਾਂਦੀ ਦੀ ਪ੍ਰਾਪਤੀ ਨਾਲੋਂ ਤੇ ਉਹਦਾ ਲਾਭ ਸੋਨੇ ਦੇ ਚੋਖੇ ਸੋਨੇ ਨਾਲੋਂ ਚੰਗਾ ਹੈ। ਤੇ ਲਾਲਾ ਨਾਲ ਵੀ ਅਨਮੋਲ ਹੈ ਤੇ ਜਿੰਨੀਆਂ ਵਸਤਾਂ ਦੀ ਤੈਨੂੰ ਲੋਚ ਹੈ ਉਹਨਾਂ ਵਿੱਚੋਂ ਕੋਈ ਵੀ ਉਹਦੇ ਤੋਂ ਨਹੀਂ। ਵੱਡੀ ਉਮਰ ਉਹਦੇ ਸੱਜੇ ਹੱਥ ਵਿੱਚ ਹੈ ਤੇ ਖੱਬੇ ਹੱਥ ਵਿੱਚ ਧਨ ਤੇ ਆਦਰ ਹੈ, ਅਤੇ ਉਹਦੇ ਰਾਹ ਮਨ ਪਾਉਂਦੇ ਤੇ ਉਹਦੇ ਸਾਰੇ ਪਹੇ ਸ਼ਾਂਤੀ ਦੇ ਹਨ। ਜਿਹੜੇ ਨੂੰ ਗ੍ਰਹਿਣ ਕਰਦੇ ਹਨ ਉਹ ਉਹਨਾਂ ਲਈ ਜਿਉਣ ਦਾ ਬਿਰਸ਼ ਹੈ। ਜੇ ਕੋਈ ਉਸਨੂੰ ਫੜੀ ਰੱਖਦਾ ਤੇ ਉਹ ਖੁਸ਼ ਰਹਿੰਦਾ। ਜੋ ਉਹਨੇ ਬੁੱਧ ਨਾਲ ਧਰਤੀ ਦੀ ਨੀਂਹ ਧਰੀ ਅਤੇ ਸਮਝ ਨਾਲ ਆਕਾਸ਼ ਨੂੰ ਕਾਇਮ ਕੀਤਾ ਤੇ ਗਿਆਨ ਨਾਲ ਹੀ ਡੂੰਘਾਈਆਂ ਫੁੱਟ ਨਿਕਲੀਆਂ ਤੇ ਬੱਦਲਾਂ ਵਿੱਚ ਤ੍ਰਿਲ ਪੈਂਦੀ ਹੈ। ਤੇ ਮੇਰੇ ਪੁੱਤਰ ਦਨਾਈ ਤੇ ਸੋਝੀ ਨੂੰ ਪਾਰ ਰੱਖ, ਸਾਂਭ ਕੇ ਰੱਖ, ਇਹਨਾਂ ਨੂੰ ਆਪਣੀਆਂ ਅੱਖਾਂ ਤੋਂ ਪਰੋਖੇ ਨਾ ਹੋਣ ਦੇ। ਉਹ ਤੇਰੇ ਲਈ ਜਿਉਣ ਅਤੇ ਤੇਰੀ ਗੱਲ ਲਈ ਸ਼ਿੰਗਾਰ ਹੋਣਗੇ। ਫਿਰ ਤੂੰ ਆਪਣੇ ਰਾਹ ਵਿੱਚ ਬਿਖਟ ਕੇ ਚੱਲੇਗਾ, ਤੇਰਾ ਪੈਰ ਠੇਡਾ ਨਾ ਖਾਵੇਗਾ। ਜਿਸ ਵੇਲੇ ਤੂੰ ਲੰਮਾ ਪਵੇਂਗਾ ਤੈਨੂੰ ਡਰ ਨਾ ਲੱਗੇਗਾ। ਤੂੰ ਲੰਮਾ ਪਵੇਂਗਾ ਤੇ ਤੇਰੀ ਨੀਂਦ ਮਿੱਠੀ ਹੋਵੇਗੀ। ਅਚਾਨਕ ਦੇ ਪੈ ਤੋਂ ਨਾ ਡਰੀ ਤੇ ਨਾ ਹੀ ਦੁਸ਼ਟਾਂ ਦੇ ਉੱਤੇ ਆਉਣ ਵਾਲੀ ਬਿਰਾਨੀ ਤੋਂ, ਕਿਉਂ ਜੋ ਤੇਰੀ ਆਸ ਹੋਵੇਗਾ ਉਹ ਤੇਰੇ ਪੈਰ ਨੂੰ ਫਿਸਲਣ ਤੋਂ ਬਚਾਵੇਗਾ। ਜੋ ਤੇਰੇ ਹੱਥ ਫਸ ਹੋਵੇ ਤੇ ਜਿਹਨਾਂ ਦਾ ਹੱਕ ਹੈ ਉਹਨਾਂ ਨਾਲ ਭਲਾ ਕਰਨ ਨਾ ਰੁਕੀ। ਜੇ ਤੇਰੇ ਕੋਲ ਹੋਵੇ ਤਾਂ ਆਪਣੇ ਗੁਆਂਢੀ ਨੂੰ ਨਾ ਕਹੀਂ ਭਈ ਜਾ ਫਿਰ ਆਵੇਂ ਭੁੱਲ ਕੇ ਤੈਨੂੰ ਦੇਵਾਂਗਾ। ਜਦ ਤੇਰਾ ਗੁਆਂਢੀ ਨਿਸ਼ਚਿੰਤ ਤੇਰੇ ਕੋਲ ਵਾਸਤਾ ਹੈ ਤੇ ਉਹਦੀ ਬੁਰਾਈ ਨਾ ਕਰ। ਜਿਸਨੇ ਤੇਰਾ ਕੋਈ ਵਿਗਾੜ ਨਾ ਕੀਤਾ ਹੋਵੇ ਉਹਦੇ ਨਾਲ ਐਵੇਂ ਪਖੇੜਾ ਨਾ ਕਰ। ਜ਼ਾਲਮ ਦੀ ਰੀਸ ਨਾ ਕਰ, ਨਾ ਹੀ ਉਸ ਦੀਆਂ ਸਾਰੀਆਂ ਗੱਲਾਂ ਵਿੱਚੋਂ ਕੋਈ ਚੁਣ, ਕਿ ਜੋ ਕੱਬੇ ਤੋਂ ਜੋ ਉਹਨੂੰ ਘਿਰਣਾ ਆਉਂਦੀ ਹੈ ਅਤੇ ਸੱਚਿਆਰਾਂ ਨਾਲ ਉਹਦੀ ਦੋਸਤੀ ਹੈ। ਦੁਸ਼ਟਾਂ ਦੇ ਘਰ ਉੱਤੇ ਜੋ ਉਹਦਾ ਸ਼ਰਾਪ ਪੈਂਦਾ ਹੈ, ਧਰਮੀਆਂ ਦੇ ਨਿਵਾਸ ਨੂੰ ਬਰਕਤ ਦਿੰਦਾ ਅਤੇ ਸੱਚੀ ਮੁੱਚੀ ਠੱਠਾ ਕਰਨ ਵਾਲੇ ਤੇ ਉਹ ਠੱਠਾ ਮਾਰਦਾ, ਪਰ ਮਸਕੀਨਾਂ ਉੱਤੇ ਕਿਰਪਾ ਕਰਦੇ ਆ। ਬੁੱਧਵਾਨ ਆਦਰ ਦੇ ਵਾਰਸ ਹੋਣਗੇ, ਪਰ ਮੂਰਖਾਂ ਦੀ ਤਰੱਕੀ ਬਸ ਸ਼ਰਮ ਹੀ ਹੋਵੇਗੀ। ਚੈਪਟਰ 4 ਪਿਤਾ ਦਾ ਉਪਦੇਸ਼। ਹੀ ਮੇਰੇ ਪੁੱਤਰੋ, ਤੁਸੀਂ ਪਿਓ ਦਾ ਆਦਰ ਸੁਣੋ, ਸਮਝ ਪ੍ਰਾਪਤ ਕਰਨ ਉੱਤੇ ਮਨ ਲਾਓ, ਕਿਉਂ ਜੋ ਮੈਂ ਤੁਹਾਨੂੰ ਚੰਗੀ ਸਿੱਖਿਆ ਦਿੰਦਾ। ਤੁਸੀਂ ਮੇਰੇ ਤਲੇ ਨੂੰ ਨਾ ਛੱਡੋ। ਜਦ ਮੈਂ ਆਪਣੇ ਪਿਓ ਦਾ ਪੁੱਤਰ ਆਪਣੀ ਮਾਂ ਦਾ ਇਕੱਲਾ ਹੀ ਲਾਡਲਾ ਸਾਂ ਤਾਂ ਉਸਨੇ ਮੈਨੂੰ ਸਿਖਾਇਆ ਤੇ ਇਹ ਆਖਿਆ, ਤੇਰਾ ਮਨ ਮੇਰੀਆਂ ਗੱਲਾਂ ਨੂੰ ਫੜੇ, ਤੂੰ ਮੇਰੇ ਹੁਕਮਾਂ ਨੂੰ ਮੰਨਦਾ ਤੂੰ ਜਿਵੇਂਗਾ। ਪੁੱਤ ਨੂੰ ਪ੍ਰਾਪਤ ਕਰ ਤਾਂ ਸਮਝ ਨੂੰ ਵੀ ਪ੍ਰਾਪਤ ਕਰ। ਮੇਰੇ ਵਚਨਾਂ ਨੂੰ ਨਾ ਭੁਲਾਈ ਅਤੇ ਨਾ ਹੀ ਉਹਨਾਂ ਤੋਂ ਮੁੜੇ। ਉਸਨੂੰ ਨਾ ਛੱਡੀ ਤਾਂ ਉਹ ਤੇਰੀ ਰੱਛਾ ਕਰੇਗੀ, ਉਹਦੇ ਨਾਲ ਪ੍ਰੀਤ ਲਾਈ ਤਾਂ ਤੇਰੀ ਰਾਖੀ ਕਰੇਗੀ। ਬੁੱਧ ਦਾ ਮੂਡ ਇਹ ਹੈ ਵੀ ਉਹ ਬੁੱਧ ਨੂੰ ਪ੍ਰਾਪਤ ਕਰ ਅਤੇ ਆਪਣੀ ਸਾਰੀ ਪ੍ਰਾਪਤੀ ਨਾਲ ਸਮਝ ਨੂੰ ਪ੍ਰਾਪਤ ਕਰ। ਉਸ ਦੀ ਵਡਾਈ ਕਰ ਤੈਨੂੰ ਵਧਾਵੇਗੀ। ਜੇ ਤੂੰ ਉਸਨੂੰ ਗੱਲ ਲਾਵੇਂ ਤਾਂ ਤੈਨੂੰ ਆਦਰ ਦੇਵੇਗੀ। ਉਹ ਤੇਰੇ ਸਿਰ ਉੱਤੇ ਸੁਜਾਵਟ ਦਾ ਸਿਰਾ ਪੰਨੇਗੀ, ਉਹ ਤੈਨੂੰ ਸੌਂਪਣ ਦਾ ਮੁੱਖ ਦੇਵੇਗੀ। ਤੇ ਮੇਰੇ ਪੁੱਤਰ ਸੁਣ ਤੇ ਮੇਰੀਆਂ ਗੱਲਾਂ ਮੰਨ ਲੈ ਤਾਂ ਤੇਰੀ ਉਮਰ ਬਹੁਤ ਵੱਡੀ ਹੋਵੇਗੀ। ਮੈਂ ਤੈਨੂੰ ਬੁੱਧ ਦਾ ਰਾਹ ਦੱਸਿਆ ਹੈ, ਮੈਂ ਸਿੱਧੇ ਮਾਰਗ ਉੱਤੇ ਤੇਰੀ ਅਗਵਾਈ ਕੀਤੀ ਹੈ। ਜਾਂ ਤੂੰ ਤੁਰੇਂਗਾ ਤੇਰੇ ਕਦਮ ਤੰਗ ਨਾ ਹੋਣਗੇ। ਜਦ ਤੂੰ ਭੱਜੇ ਵੀ ਤਾਂ ਤੂੰ ਠੇਡਾ ਨਾ ਖਾਵੇਂਗਾ। ਸਿੱਖਿਆ ਨੂੰ ਫੜੀ ਰੱਖ, ਉਹਨੂੰ ਛੱਡੇ ਨਾ, ਉਹਨੂੰ ਸਾਂਭ ਕੇ ਰੱਖੀ, ਕਿਉਂਕਿ ਉਹ ਤੇਰਾ ਜਿਉਣ ਹੈ। ਦੁਸ਼ਟਾਂ ਦੇ ਰਾਹ ਵਿੱਚ ਨਾ ਚੱਲ ਤੇ ਬੁਰਿਆਂ ਦੇ ਮਾਰਗ ਉੱਤੇ ਨਾ ਤੁਰ। ਉਸ ਤੋਂ ਲਾਂਭੇ ਰਹਿ, ਉਹਦੇ ਉੱਤੋਂ ਵੀ ਨਾ ਲੰਘੀ। ਉਸ ਤੋਂ ਆਪਣਾ ਮੂੰਹ ਮੋੜ ਕੇ ਅਗਾਂਹ ਨੂੰ ਲੰਘ ਜਾ, ਕਿਉਂ ਜੋ ਜਿੰਨਾ ਚਿਰ ਬੁਰਾਈ ਨਾ ਕਰ ਲੈਣ ਉਹਨਾਂ ਨੂੰ ਤਾਂ ਨੀਂਦਰ ਨਹੀਂ ਆਉਣੀ। ਅਤੇ ਜਦ ਕਿਸੇ ਨੂੰ ਡੇਕ ਨਾ ਦੇਣ ਤਾਂ ਉਹ ਨਿੰਦਰੇ ਰਹਿੰਦੇ ਹਨ। ਪਰ ਬੁਰਾਈ ਦੀ ਰੋਟੀ ਖਾਂਦੇ ਤੇ ਜ਼ੁਲਮ ਦੀ ਮੈਂ ਪੀਂਦੇ ਹਨ। ਪਰ ਧਰਮੀਆਂ ਦਾ ਰਾਹ ਫਜਰ ਦੇ ਰਾਹ ਵਿੱਚ ਵਰਗਾ ਹੈ, ਚਾਨਣ ਹੈ ਜਿਹਦਾ ਚਾਨਣ ਪੂਰੇ ਦਿਨ ਤਾਈਂ ਵੱਧਦਾ ਜਾਂਦਾ ਹੈ। ਦੁਸ਼ਟਾਂ ਦਾ ਰਾਹ ਹਨੇਰ ਘੁੱਪ ਵਰਗਾ, ਉਹ ਜਾਣਦੇ ਵੀ ਨਹੀਂ
ਬਈ ਉਹਨਾਂ ਨੂੰ ਕਿਸ ਤੋਂ ਠੋਕਰ ਲੱਗਦੀ। ਮੇਰੇ ਪੁੱਤਰ ਤੂੰ ਮੇਰੀ ਗੱਲਾਂ ਵੱਲ ਧਿਆਨ ਦੇ, ਮੇਰੇ ਵਾਕਾਂ ਦੇ ਕੰਨ ਲਾ, ਉਹਨਾਂ ਨੂੰ ਆਪਣੀਆਂ ਅੱਖਾਂ ਤੋਂ ਪਰੋਖੇ ਨਾ ਹੋਣ ਦੇ। ਆਪਣੇ ਮਨ ਵਿੱਚ ਉਹਨਾਂ ਨੂੰ ਸਾਂਭ ਕੇ ਰੱਖ ਜਿਨ੍ਹਾਂ ਨੂੰ ਪ੍ਰਾਪਤ ਹੁੰਦੀਆਂ ਹਨ, ਉਸ ਨਾਲ ਦੇ ਲਈ ਚੋਣ ਹਨ। ਉਹਨਾਂ ਦੇ ਸਾਰੇ ਸਰੀਰ ਦੇ ਲਈ ਤੰਦਰੁਸਤੀ। ਆਪਣੇ ਮਨ ਦੀ ਵੱਡੀ ਚੌਕਸੀ ਕਰ ਕਿ ਜੋ ਜੌਨ ਦੀਆਂ ਧਾਰਾਂ ਉਸ ਤੋਂ ਨਿਕਲਦੀਆਂ। ਪੁੱਠਾ ਮੂੰਹ ਆਪਣੇ ਆਪ ਤੋਂ ਪਰੇ ਰੱਖ ਤੇ ਟੇਢੇ ਬੁੱਲ ਆਪਣੇ ਆਪ ਤੋਂ ਦੂਰ ਕਰ। ਤੇਰੀਆਂ ਅੱਖਾਂ ਨੱਕ ਦੀ ਸਿੱਧੇ ਵਿਖਦੀਆਂ ਨੇ, ਤੇਰੀਆਂ ਪਲਕਾਂ ਅੱਗੇ ਨੂੰ ਲੱਗੀਆਂ ਨੇ। ਆਪਣੇ ਪੈਰਾਂ ਲਈ ਰਾਹ ਨੂੰ ਪੱਧਰਾ ਕਰ, ਤੇਰੇ ਸਾਰੇ ਪਹਿੇ ਕਾਇਮ ਹੋਣਗੇ। ਨਾ ਖੱਬੇ ਨੂੰ ਮੋੜ ਨਾ ਸੱਜੇ ਨੂੰ, ਆਪਣੇ ਪੈਰ ਨੂੰ ਬੁਰਾਈ ਤੋਂ ਮੋੜ ਰੱਖ। ਨੰਬਰ 5 ਪਲੀਤ ਪ੍ਰੇਮ। हे ਮੇਰੇ ਪੁੱਤਰ, ਮੇਰੀ ਬੁੱਧ ਵੱਲ ਧਿਆਨ ਕਰ, ਮੇਰੀ ਸਮਝ ਵੱਲ ਕੰਨ ਲਾ, ਤਾਂ ਜੋ ਤੇਰੀ ਮੱਤ ਬਣੀ ਰਹੇ, ਤੇਰੇ ਬੁੱਲ ਗਿਆਨ ਨੂੰ ਪਕੜੀ ਰੱਖਣ। ਕਿ ਜੋ ਪਰਾਈ ਔਰਤ ਦੇ ਬੁੱਲਾਂ ਤੋਂ ਸ਼ਹਿਦ ਟਪਕਦਾ ਹੈ, ਉਹਦਾ ਮੂੰਹ ਤੇਲ ਨਾਲੋਂ ਵੀ ਚਿਕਣਾ ਹੈ। ਉਹ ਓੜਕ ਵਿੱਚ ਨਾਗਦਾਉਣੇ ਵਰਗੀ ਕੌੜੀ ਅਤੇ ਉਹਦੀ ਦੋ ਧਾਰੀ ਤਲਵਾਰ ਜਿਹੀ ਤਿੱਖੀ ਹੁੰਦੀ ਹੈ। ਉਹਦੇ ਪੈਰ ਮੌਤ ਦੇ ਰਾਹ ਲੈ ਪੈਂਦੇ ਹਨ ਅਤੇ ਉਹਦੇ ਕਦਮ ਪਤਾਲ ਨੂੰ ਜਾਂਦੇ ਹਨ। ਜਿਉਣ ਦਾ ਪੱਧਰਾ ਰਾਹ ਉਹਨਾਂ ਨੂੰ ਨਹੀਂ ਲੱਭਦਾ। ਉਹਦੀਆਂ ਚਾਲਾਂ ਦਾਅ ਪੇਚ ਵਾਲੀਆਂ ਹਨ ਅਤੇ ਉਹ ਜਾਣਦੀ ਨਹੀਂ। ਉਪਰੰਤ ਮੇਰੇ ਪੁੱਤਰ ਮੇਰੀ ਸੁਣ, ਮੇਰੇ ਮੂੰਹ ਦੇ ਬਚਨਾਂ ਤੋਂ ਨਾ ਮੁੜ। ਉਸ ਤੇ ਤੂੰ ਆਪਣਾ ਰਾਹ ਦੂਰ ਹੀ ਰੱਖ, ਉਹਦੇ ਘਰ ਦੇ ਬੂਹੇ ਦੇ ਨੇੜੇ ਤੋਂ ਵੀ ਨਾ ਲੰਘੀ। ਮਤੇ ਤੂੰ ਆਪਣਾ ਆਦਰ ਹੋਰਨਾਂ ਨੂੰ ਦੇਵੇਂ ਤੇ ਆਪਣੀ ਉਮਰ ਨਿਰਦਈਆਂ ਨੂੰ। ਮਤੇ ਪਰਾਏ ਤੇਰੇ ਬਲ ਨਾਲ ਰਾਜ ਜਾਣ ਤੇ ਤੇਰੀ ਮਿਹਨਤ ਉਪਰ ਦੇ ਘਰ ਜਾਵੇ ਤੇ ਤੇਰਾ ਮਾਸ ਤੇ ਤੇਰੀ ਦੇਹ ਮਿਟ ਜਾਵੇ ਤੇ ਥੋੜਕ ਨੂੰ ਰੋਵੇਂ ਤੇ ਆਖੇ ਮੈਂ ਉਪਦੇਸ਼ ਨਾਲ ਕਿਵੇਂ ਵੈਰ ਰੱਖਿਆ ਤੇ ਮੇਰੇ ਮਨ ਨੇ ਤਾੜੇ ਨੂੰ ਤੁੱਛ ਜਾਣਿਆ ਤੇ ਮੈਂ ਆਪਣੇ ਗੁਰੂਆਂ ਦੇ ਆਖੇ ਨਾਲ ਲੱਗਿਆ, ਮੈਂ ਆਪਣੇ ਉਸਤਾਦਾਂ ਵੱਲ ਕੰਨ ਲਾਇਆ। ਮੰਡਲੀ ਅਤੇ ਸਭਾ ਦੇ ਵਿੱਚ ਮੈਂ ਪੂਰੀ ਬਰਬਾਦੀ ਦੇ ਨੇੜੇ ਤੇੜੇ ਸੀ। ਤੂੰ ਪਾਣੀ ਆਪਣੇ ਹੀ ਕੁੰਡ ਵਿੱਚੋਂ ਪੀ ਅਤੇ ਆਪਣੇ ਖੁਦ ਸੋਤੇ ਦਾ ਜਲ ਪੀਆ ਕਰ। ਤੇਰੇ ਸੋਤੇ ਕਿਉਂ ਬਾਹਰ ਵਗਾਏ ਜਾਣ? ਤੇਰੇ ਜਲ ਦੀਆਂ ਧਾਰਾਂ ਚੌਂਕਾਂ ਵਿੱਚ ਉਹ ਇਕੱਲੇ ਤੇਰੇ ਲਈ ਹੀ ਹੋਣ, ਨਾ ਤੇਰੇ ਨਾਲ ਉੱਪਰ ਵਾਲੇ ਵੀ ਹੋਣ। ਤੇਰਾ ਸੋਤਾ ਮੁਬਾਰਕ ਹੋਵੇ ਤੇ ਆਪਣੀ ਜਵਾਨੀ ਦੀ ਵਹੁਟੀ ਨਾਲ ਆਨੰਦ ਨਾਲ ਰਹੋ। ਤੇਰੀ ਪਿਆਰੀ ਹਰਨੀ ਤੇ ਸੋਹਣੀ ਹਰਨੋਟੀ ਹੋਵੇ, ਉਹਦੇ ਛਾਤੀਆਂ ਤੋਂ ਤੈਨੂੰ ਸਦਾ ਤ੍ਰਿਪਤ ਆਵੇ, ਨਿਤ ਉਸਦੇ ਪ੍ਰੇਮ ਨਾਲ ਤੂੰ ਮੋਹਿਤ ਰਹੋ। ਇਹ ਮੇਰੇ ਪੁੱਤਰ, ਤੂੰ ਕਾਹਨੂੰ ਪਰਾਈ ਔਰਤ ਨਾਲ ਮੋਹਿਤ ਹੋਵੇਂ ਤੇ ਕਿਉਂ ਪਰਾਈ ਨੂੰ ਛਾਤੀ ਨਾਲ ਲਾਵੇਂ? ਕਿਉਂ ਜੋ ਮਨੁੱਖ ਦੇ ਰਾਹ ਜੋ ਆਦਿ ਨਿਗਾਹ ਤੇ ਸਾਹਮਣੇ ਹਨ ਤੇ ਉਹ ਉਹਦੇ ਸਾਰੇ ਪਿਆਂ ਨੂੰ ਜਾਣਦਾ ਹੈ ਅਤੇ ਦੁਸ਼ਟਨ ਦੀਆਂ ਆਪਣੀਆਂ ਹੀ ਬਦੀਆਂ ਉਹਨੂੰ ਫਸਾ ਲੈਣਗੀਆਂ। ਉਹ ਆਪਣੇ ਹੀ ਪਾਪ ਦੇ ਬੰਧਨਾਂ ਨਾਲ ਬੱਧਾ ਜਾਵੇਗਾ। ਉਹ ਸਿੱਖਿਆ ਬਿਨਾਂ ਪਾਏ ਬਿਨਾਂ ਮਰੇਗਾ ਅਤੇ ਉਹ ਆਪਣੀ ਡਾਢੀ ਮੂਰਖਤਾ ਦੇ ਕਾਰਨ ਭੁੱਲਿਆ ਫਿਰੇਗਾ। ਮੂਰਖ ਦੀਆਂ ਚਾਲਾਂ। ਇਹ ਮੇਰੇ ਪੁੱਤਰ, ਜੇ ਤੂੰ ਆਪਣੇ ਗੁਆਂਢੀ ਦਾ ਜਾਮਨ ਹੋਇਆ ਅਥਵਾ ਕਿਸੇ ਪਰਾਏ ਦੇ ਹੱਥ ਉੱਤੇ ਹੱਥ ਮਾਰਿਆ ਤਾਂ ਉਹ ਆਪਣੇ ਹੀ ਮੂੰਹ ਦੇ ਬਚਨਾਂ ਨਾਲ ਫਸ ਜਾਵੇਗਾ। ਤੂੰ ਆਪਣੇ ਹੀ ਮੂੰਹ ਦੇ ਬਚਨਾਂ ਨਾਲ ਫੜਿਆ ਜਾਵੇਗਾ। ਇਹ ਮੇਰੇ ਸੋਹਣੇ ਪੁੱਤਰ, ਤੂੰ ਕਿਉਂ ਆਪਣੇ ਗੁਆਂਢੀ ਦੇ ਹੱਥ ਪੈ ਗਿਆ? ਹੁਣ ਇਉਂ ਕਰ ਤਾਂ ਤੂੰ ਛੁੱਟੇਗਾ। ਜਾਂ ਨੀਵਾਂ ਹੋ ਕੇ ਆਪਣੇ ਗੁਆਂਢੀ ਨੂੰ ਮਨਾ ਲੈ। ਨਾ ਆਪਣੀਆਂ ਅੱਖਾਂ ਲੱਗਣ ਦੇ, ਨਾ ਆਪਣੇ ਪਲਕਾਂ ਵਿੱਚ ਨੀਂਦ ਆਉਣ ਦੇ। ਜਿਵੇਂ ਸ਼ਿਕਾਰੀ ਦੇ ਤੂੰ ਹਰਨੀ ਤੇ ਚਿੜੀ ਮਾਰਦੇ ਹੱਥੋਂ ਚਿੜੀ, ਉਹ ਵੀ ਆਪਣੇ ਆਪ ਨੂੰ ਛੁਡਾ ਲੈ। ਇਹ ਆਲਸੀ ਤੂੰ ਕੀੜੀ ਕੋਲ ਜਾ ਤੇ ਉਹਦੇ ਰਾਹ ਨੂੰ ਵੇਖ, ਬੁੱਧਵਾਨ ਬਣ, ਜਿਹਦਾ ਨਾ ਕੋਈ ਆਗੂ, ਨਾ ਕੋਈ ਹਾਕਮ, ਨਾ ਕੋਈ ਅਹੁਦੇਦਾਰ। ਉਹ ਆਪਣਾ ਆਰ ਗਰਮੀ ਵਿੱਚ ਜੋੜਦੀ ਹੈ ਤੇ ਵਾਢੀ ਦੇ ਵੇਲੇ ਖਾਣ ਵਾਲੀਆਂ ਵਸਤਾਂ ਇਕੱਠੀਆਂ ਕਰਦੀ ਹੈ। ਇਹ ਆਲਸੀ, ਤੂੰ ਕਦੋਂ ਤੱਕ ਪਿਆ ਰਵੇਂਗਾ? ਤੂੰ ਕਦੋਂ ਤੱਕ ਆਪਣੀ ਨੀਂਦ ਤੋਂ ਉੱਠੇਗਾ? ਰਤੀ ਕੋ ਨੀਂਦ, ਰਤੀ ਕੋ ਉਂਗ, ਰਤੀ ਕੋ ਹੱਥ ਇਕੱਠੇ ਕਰਕੇ ਲੰਮਾ ਪੈਣਾ। ਇਸ ਤਰ੍ਹਾਂ ਗਰੀਬੀ ਤਾੜਵੀ ਵਾਂਗੂ ਤੰਗ ਸ਼ਸਤਰ ਸਾਰੀ ਵਾਂਗੂ ਤੇਰੇ ਉੱਤੇ ਆ ਪਵੇਗੀ। ਨਿਕੰਮਾ ਆਦਮੀ ਤੇ ਬੁਰਾ ਮਨੁੱਖ ਪੁੱਠਾ ਮੂੰਹ ਲਈ ਫਿਰਦਾ ਹੈ। ਉਹ ਅੱਖਾਂ ਮਾਰਦਾ ਹੈ ਤੇ ਪੈਰਾਂ ਨੂੰ ਫਸਾਉਂਦਾ ਹੈ, ਘਸਾਉਂਦਾ ਹੈ ਤੇ ਉਂਗਲੀ ਨਾਲ ਸੰਤਾ ਮਾਰਦਾ ਹੈ। ਉਹਦਾ ਮਨ ਟੇਢਾ ਤੇ ਨਿਤ ਬੁਰਾਈ ਦੀਆਂ ਜੁਗਤਾਂ ਕਰਦਾ ਹੈ, ਝਗੜੇ ਪਾਉਂਦਾ ਹੈ ਤੇ ਤਾਂ ਹੀ ਉਸ ਦੇ ਉੱਤੇ ਵਿਪਤਾ ਅਚਾਨਕ ਆ ਪਵੇਗੀ। ਇੱਕ ਪਲ ਵਿੱਚ ਬੇਲਾਜਾ ਭੰਨਿਆ ਜਾਵੇਗਾ। ਅੱਛੀਆਂ ਵਸਤਾਂ ਨਾਲ ਜੋ ਵੈਰ ਰੱਖਦਾ ਹੈ, ਸਗੋਂ ਸੱਤਾਂ ਨਾਲ ਉਹਦਾਂ ਦੇ ਜੀਅ ਨੂੰ ਉਕਣਾਉਣੀਆਂ ਲੱਗਦੀਆਂ ਹਨ। ਉੱਚੀਆਂ ਅੱਖਾਂ, ਝੂਠੀ ਜੀਭ, ਬੇਦੋਸ਼ੀ ਦਾ ਖੂਨ ਕਰਨ ਵਾਲੇ ਹੱਥ ਜਿਹੜੇ ਮਨ ਵਿੱਚ ਖੋਟੀਆਂ ਜੁਗਤਾਂ ਕਰਦਾ, ਉਹ ਪੈਰ ਜਿਹੜੇ ਬੁਰਾਈ ਕਰਨ ਜੋ ਫੁਰਤੀ ਨਾਲ ਭੱਜਦੇ ਹਨ। ਝੂਠਾ ਗਵਾਹ ਜਿਹੜਾ ਝੂਠ ਮਾਰਦਾ ਅਤੇ ਭਾਈਆਂ ਵਿੱਚ ਝਗੜਾ ਪਾਉਣ ਵਾਲਾ। ਹੀ ਮੇਰੇ ਪੁੱਤਰ, ਆਪਣੇ ਪਿਤਾ ਦੇ ਆਗਿਆ ਮੰਨ, ਆਪਣੀ ਮਾਤਾ ਦੀ ਤਲੀਮ ਨਾ ਛੱਡ। ਉਹਨਾਂ ਨੂੰ ਸਦਾ ਆਪਣੇ ਮਨ ਉੱਤੇ ਬੰਨ੍ਹੀ ਰੱਖੀ ਅਤੇ ਉਹਨਾਂ ਜਿਹੜੇ ਗੱਲ ਆਪਣੇ ਗੱਲ ਉੱਤੇ ਲਪੇਟ ਰੱਖ। ਜਦ ਤੂੰ ਕਿਤੇ ਜਾਏਗਾ ਤਾਂ ਤੇਰੀ ਅਗਵਾਈ ਕਰਨੀ ਹੈ, ਜਦ ਤੂੰ ਲੰਮਾ ਪਵੇਂਗਾ ਤਾਂ ਤੇਰੀ ਰਾਖੀ ਕਰਨੀ ਹੈ, ਜਦ ਤੂੰ ਜਾਗੇਗਾ ਤਾਂ ਤੇਰੇ ਨਾਲ ਹੀ ਗੱਲਾਂ ਕਰਨੀਆਂ। ਕਿਉਂ ਜੋ ਹੁਕਮ ਦੀ ਤਲੀਮ ਜੋਤ ਸਿੱਖਿਆ ਦੀ ਤਾੜ ਚਾਹੁੰਦਾ ਰਾ, ਤਾਂ ਜੋ ਉਹ ਤੈਨੂੰ ਬੁਰੀ ਔਰਤ ਤੋਂ, ਉਪਰੀ ਜੀਵ ਦੇ ਲੱਲੋ ਪੱਤੋਂ ਤੋਂ ਬਚਾਉਣ। ਆਪਣੇ ਦਿਲ ਦੇ ਵਿੱਚ ਉਹਦੇ ਸੁਪਨ ਦੀ ਕਾਮਨਾ ਕਰ ਨਾ ਉਹ ਆਪਣੀਆਂ ਪਲਕਾਂ ਨਾਲ ਤੈਨੂੰ ਫਸਾ ਲਵੇ। ਕਿਉਂ ਜੋ ਕੰਜਰੀ ਦੇ ਕਾਰਨ ਆਦਮੀ ਰੋਟੀ ਦੇ ਟੁਕੜੇ ਤੀਕ ਵੀ ਮੁਹਤਾਜ ਹੋ ਜਾਂਦਾ ਹੈ ਤੇ ਵਿਚਾਰਨ ਅਨਮੋਲ ਜਾਨ ਦਾ ਸ਼ਿਕਾਰ ਕਰਦੀ ਹੈ। ਭਲਾ ਕੋਈ ਮਨੁੱਖ ਆਪਣੀ ਬੁੱਕਲ ਵਿੱਚ ਅੱਗ ਲੈ ਸਕਦਾ ਤੇ ਉਹਦੇ ਕੱਪੜੇ ਨਾ ਸੜਨ? ਕੋਈ ਅੰਗਿਆਰਾਂ ਉੱਤੇ ਤੁਰੇ ਤਾਂ ਉਹਦੇ ਪੈਰ ਨਾ ਝੁਲਸਣ?
ਅਜਿਹਾ ਉਹ ਹੈ ਜੋ ਆਪਣੇ ਗੁਆਂਢੀ ਦੀ ਔਰਤ ਕੋਲ ਜਾਂਦਾ ਹੈ। ਜੇ ਕੋਈ ਉਹਨੂੰ ਹੱਥ ਲਾਵੇ ਤਾਂ ਬਿਨਾਂ ਡੰਨ ਭੋਗੇ ਨਹੀਂ ਛੁੱਟੇਗਾ। ਚੋਰ ਜਿਹੜਾ ਭੁੱਖ ਦੇ ਮਾਰੇ ਢਿੱਡ ਭਰਨ ਨੂੰ ਚੋਰੀ ਕਰਦਾ ਹੈ, ਉਸਨੂੰ ਤਾਂ ਲੋਕੀ ਬੁਰਾ ਨਹੀਂ ਜਾਣਦੇ, ਪਰ ਜੇ ਫੜਿਆ ਜਾਵੇ ਤਾਂ ਉਹਨੂੰ ਵੀ 7 ਗੁਣਾ ਭਰਨਾ ਪੈਂਦਾ, ਸਗੋਂ ਆਪਣੇ ਘਰ ਦਾ ਸਾਰਾ ਮਾਲ ਦੇਣਾ ਪੈਂਦਾ। ਪਰ ਕਿਸੇ ਤੀਵੀਂ ਨਾਲ ਸੰਭੋਗ ਜਿਹੜਾ ਕਰਦਾ ਹੈ ਉਹ ਨਿਰਬੁੱਧ ਹੈ। ਜਿਹੜਾ ਇਹ ਕਰਦਾ ਆਪਣੀ ਜਾਨ ਦਾ ਨੁਕਸਾਨ ਕਰਦਾ ਹੈ। ਉਹਨੂੰ ਘਾਉ ਤੇ ਬੇਇੱਜ਼ਤੀ ਹੋਵੇਗੀ, ਉਹਦੀ ਬਦਨਾਮੀ ਕਦੇ ਨਾ ਮਿਟੇਗੀ। ਔਨਕ ਤਾਂ ਮਰਦ ਲਈ ਜਲਨ ਹੈ ਤੇ ਵੱਟਾ ਲੈਣ ਦੇ ਸਮੇਂ ਉਹ ਤਰਸ ਨਹੀਂ ਖਾਵੇਗਾ, ਉਹ ਕੋਈ ਚੱਟੀ ਨਹੀਂ ਕਬੂਲ ਕਰੇਗਾ। ਤੂੰ ਭਾਵੇਂ ਬਹੁਤੀਆਂ ਵੱਡੀਆਂ ਦੇਵੇਂ ਪਰ ਉਹ ਨਹੀਂ ਮੰਨੇਗਾ। ਚੈਪਟਰ 7 ਰੰਡੇਬਾਜ਼ੀ ਦੀ ਮੂਰਖ ਹੈ। ਮੇਰੇ ਪੁੱਤਰ ਮੇਰੇ ਆਖੇ ਲੱਗ ਜਾ, ਮੇਰੇ ਹੁਕਮਾਂ ਨੂੰ ਆਪਣੇ ਕੋਲ ਸਾਂਭ ਰੱਖ, ਮੇਰੇ ਹੁਕਮਾਂ ਨੂੰ ਮੰਨ ਤੇ ਜਿਉਂਦਾ ਰਹਿ। ਮੇਰੀ ਤਲੀਮ ਤੇ ਮੇਰੀ ਅੱਖ ਦੀ ਕਾਕੀ ਦੀ ਨਿਆਏ ਵਰਗੀ ਜਾਣ ਤੇ ਉਹਨਾਂ ਨੂੰ ਆਪਣੇ ਉਂਗਲਾਂ ਉੱਤੇ ਬੰਨ ਲੈ, ਉਹਨਾਂ ਨੂੰ ਆਪਣੇ ਮਨ ਦੀ ਤਖਤੀ ਉੱਤੇ ਲਿਖ ਲੈ। ਬੁੱਧ ਨੂੰ ਕਹੋ ਤੂੰ ਮੇਰੀ ਭੈਣ ਹੈ ਤੇ ਸਮਝ ਨੂੰ ਤੂੰ ਆਪਣੀ ਜਾਨ ਪਛਾਣ ਜਾਣ, ਤਾਂ ਜੋ ਤੈਨੂੰ ਪਰਾਈ ਔਰਤ ਤੋਂ ਬਚਾ ਕੇ ਰੱਖਣ। ਉਪਰੀ ਔਰਤ ਜਿਹੜੀ ਲੱਲੋ ਪੁੱਤ ਦੀਆਂ ਗੱਲਾਂ ਕਰਦੀ ਆ, ਤੂੰ ਆਪਣੇ ਘਰ ਦੀ ਤਾਕੀ ਕੋਲ ਬੈਠ ਕੇ ਝਰੋਖੇ ਦੇ ਵਿੱਚੋਂ ਦੀ ਝਾਕਿਆ। ਮੈਂ ਵੇਖਿਆ ਤੇ ਭੋਲਿਆਂ ਵਿੱਚੋਂ ਗੱਭਰੂਆਂ ਵਿੱਚੋਂ ਇੱਕ ਜਵਾਨ ਨਿਰਬੁੱਧ ਜਿਹਾ ਉਸ ਔਰਤ ਦੇ ਨੁੱਕਰ ਦੇ ਲਾਗੇ ਗਲੀ ਵਿੱਚੋਂ ਲੰਘਿਆ ਜਾਂਦਾ ਸੀ, ਜਿਸਨੇ ਉਸਦੇ ਘਰ ਦਾ ਰਾਹ ਫੜਿਆ। ਦਿਨ ਢਲੀ ਸਾਂਝ ਦੇ ਵੇਲੇ ਤੇ ਕਾਲੀ ਰਾਤ ਦੇ ਹਨੇਰੇ ਵਿੱਚ ਆ ਵੇਖੋ ਇੱਕ ਔਰਤ ਕੰਜਰੀ ਦਾ ਭੇਸ ਬੰਨੀ ਤੇ ਮਨਮੋਹਣੀ ਜੀ ਉਹਨੂੰ ਆ ਮਿਲੀ ਤੇ ਉਹ ਬੜਬੋਲੀ ਤੇ ਮਨ ਤੱਕਣ ਦੀ ਹਿੰਮਤ ਨਹੀਂ ਹੈ। ਉਹਦੇ ਪੈਰ ਆਪਣੇ ਘਰ ਵਿੱਚ ਨਹੀਂ ਟਿਕੇ ਤੇ ਉਹ ਸੜਕਾਂ ਉੱਤੇ ਕਦੀ ਚੌਂਕਾਂ ਵਿੱਚ ਹਰੇਕ ਮੋੜ ਕੋਲ ਜਾ ਕੇ ਦਾਅ ਲਾਉਂਦੀ ਹੈ। ਸੋ ਉਸਨੇ ਉਸਨੂੰ ਫੜ ਕੇ ਉਸਦਾ ਚੁੰਮਾ ਲਿਆ ਤੇ ਬਸ਼ਰਮ ਮੂੰਹ ਨਾਲ ਉਹਨੂੰ ਆਖਿਆ, ਮੇਲ ਦੀਆਂ ਭੇਟਾਂ ਮੈਂ ਚੜਾਉਣੀਆਂ ਹਨ, ਅੱਜ ਮੈਂ ਆਪਣੀ ਸੁੱਖਾਂ ਭਰ ਦਿੱਤੀਆਂ, ਤਾਂ ਹੀ ਮੈਂ ਤੈਨੂੰ ਮਿਲਣ ਤੇ ਆਰ ਨਾਲ ਤੈਨੂੰ ਲੱਭਣ ਨੂੰ ਨਿਕਲੀ ਸਾਂ। ਤੂੰ ਮੈਨੂੰ ਲੱਭਦਾ ਹੈ। ਮੈਂ ਆਪਣੀ ਮੇਜ਼ ਸੇਜ ਉੱਤੇ ਪਲੰਗ ਪੋਸ਼ ਤੇ ਮਿਸਰ ਦੇ ਸੂਤ ਤੇ ਰੰਗਦਾਰ ਵਿਛਾਉਣੇ ਵਿਛਾਏ। ਮੈਂ ਆਪਣੇ ਵਿਛਾਉਣੇ ਉੱਤੇ ਗੰਦਰਸ ਤੇ ਅਗਰਬੱਤੀ ਅਤੇ ਦਾਲਚੀਨੀ ਵੀ ਛਿੜਕੀ ਹੈ। ਆਹ ਸਵੇਰ ਤਾਈਂ ਆਪਾਂ ਪ੍ਰੇਮ ਨਾਲ ਰਸਤੇ ਜਾਈਏ ਤੇ ਲਾਡ ਪਿਆਰ ਨਾਲ ਅਸੀਂ ਜੀਵਨ ਲਾਈਏ, ਕਿਉਂ ਜੋ ਮੇਰਾ ਆਦਮੀ ਤਾਂ ਘਰੇ ਨਹੀਂ ਤੇ ਦੂਰ ਦਰੇਡੇ ਤੇ ਪਿੰਡ ਤੇ ਗਿਆ ਹੋਇਆ ਹੈ। ਉਹ ਰੁਪਈਆਂ ਦੀ ਗੁਥਲੀ ਨਾਲ ਲੈ ਗਿਆ ਤੇ ਪੂਰਨਮਾਸੀ ਨੂੰ ਘਰ ਆਵੇਗਾ। ਉਸਨੇ ਆਪਣੇ ਬਾਹਲੀਆਂ ਚਿਕਣੀਆਂ ਚੋਪੜੀਆਂ ਗੱਲਾਂ ਨਾਲ ਉਹਨੂੰ ਫੁਸਲਾ ਲਿਆ ਤੇ ਆਪਣੇ ਬੁੱਲਾਂ ਦੀ ਲੱਲੋ ਪੁੱਤ ਨਾਲ ਧੱਕੋ ਧੱਕੀ ਉਹਨੂੰ ਨਾਲ ਲੈ ਗਈ। ਉਹ ਵੀ ਝੱਟ ਉਹਦੇ ਮਗਰ ਹੋ ਤੁਰਿਆ, ਜਿਵੇਂ ਬਲਦ ਕੱਟਣ ਲਈ ਜਾਂ ਪੀੜੀਆਂ ਵਿੱਚ ਕੋਈ ਮੂਰ ਦਿਸ ਚਲੀ ਜਾਵੇ। ਜਦ ਤੱਕ ਉਹ ਉਹਦੇ ਕਲੇਜੇ ਨੂੰ ਨਾ ਵਿੰਨੇ, ਜਿਵੇਂ ਪੰਛੀ ਵਾਹੇ ਨੂੰ ਛੇਤੀ ਕਰੇ ਤੇ ਨਹੀਂ ਜਾਣਦਾ ਵੀ ਉਹਦੀ ਜਾਨ ਲਈ ਹੈ। ਹੁਣ ਇਹ ਮੇਰੇ ਪੁੱਤਰ ਤੁਸੀਂ ਮੇਰੀ ਸੁਣੋ ਅਤੇ ਮੇਰੇ ਮੂੰਹ ਦੇ ਵਚਨਾਂ ਉੱਤੇ ਚਿੱਤ ਲਾਓ। ਉਹਦੇ ਰਾਹਾਂ ਵਿੱਚ ਤੇਰਾ ਚਿੱਤ ਨਾ ਲੱਗੇ, ਤੂੰ ਉਹਦੇ ਪਾਸਿਆਂ ਪੈਰਾਂ ਵਿੱਚ ਨਾ ਭਟਕਦਾ ਫਿਰੇ, ਕਿਉਂ ਜੋ ਉਹਨੇ ਬਾਲਿਆਂ ਨੂੰ ਭੈਲ ਕਰਕੇ ਡੇਗ ਦਿੱਤਾ ਤੇ ਉਹਦੇ ਘਾਤ ਕੀਤੇ ਹੋਏ ਢੇਰ ਸਾਰੇ ਹਨ। ਉਹਦਾ ਘਰ ਪਟਾਲਦਾ ਰਾਹ ਹੈ ਜਿਹੜਾ ਮੌਤੀਆਂ ਕੋਠੜੀਆਂ ਵੱਲ ਲੈ ਪੈਂਦਾ ਹੈ। ਚੈਪਟਰ 8 ਬੁੱਧ ਦਾ ਦਾਵਤ। ਭਲਾ ਬੁੱਧ ਨਹੀਂ ਪੁਕਾਰਦੀ, ਭਲਾ ਸਮਝ ਆਵਾਜ਼ਾਂ ਨਹੀਂ ਮਾਰਦੀ। ਉਹ ਰਾਹ ਦੇ ਲਾਗਿਓ ਉੱਚੀ ਥਾਈਂ ਤੇ ਚੁਰਾਹਿਆਂ ਵਿੱਚ ਖਲੋਂਦੀ ਹੈ, ਫਾਟਕਾਂ ਕੋਲ, ਨਗਰ ਦੇ ਲਾਂਘਿਆਂ ਕੋਲ ਤੇ ਬੁਆਂ ਦੇ ਕੋਲ ਉਹ ਹਾਕਾ ਮਾਰਦੀ ਹੈ। ਇਹ ਮਨੁੱਖ ਨੂੰ ਤੁਹਾਨੂੰ ਨਹੀਂ ਪੁਕਾਰਦੀਆਂ। ਆਦਮੀ ਅੰਸ਼ਲ ਮੇਰੀ ਹੀ ਆਵਾਜ਼ ਹੈ। ਭੋਲੇ ਹੁਸ਼ਿਆਰੀ ਸਿੱਖੋ, ਮੂਰਖੋ ਮਨ ਵਿੱਚ ਚਤਰ ਬਣੋ। ਸੁਣੋ ਮੈਂ ਉੱਤਮ ਗੱਲਾਂ ਆਖਾਂਗੇ, ਮੇਰੇ ਬੁੱਲ ਖਰੀਆਂ ਗੱਲਾਂ ਲਈ ਖੁੱਲਣਗੇ। ਮੇਰੀ ਜੀਭ ਸੱਚੋ ਸੱਚ ਆਖੇਗੀ, ਮੇਰੇ ਬੁੱਲਾਂ ਨੂੰ ਦੁਸ਼ਟ ਸੱਚਾਈ ਤੋਂ ਘਿਰਨਾ ਹੁੰਦੀ ਹੈ। ਮੇਰੇ ਮੂੰਹ ਦੇ ਸਾਰੇ ਵਚਨ ਧਰਮ ਦੇ ਹਨ, ਉਹਨਾਂ ਵਿੱਚ ਇੱਕ ਵੀ ਵਿੰਗਾ ਟੇਢਾ ਨਹੀਂ। ਸਮਝ ਵਾਲੇ ਉਹਦੇ ਲਈ ਪਿੱਛੇ, ਸਹਿਜ ਅੰਤ ਤੇ ਗਿਆਨ ਪ੍ਰਾਪਤ ਕਰਨ ਵਾਲਿਆਂ ਦੇ ਲਈ ਉਹ ਖਰੇ ਹਨ। ਚਾਂਦੀ ਨਾਲੋਂ ਮੇਰੀ ਸਿੱਖਿਆ ਨੂੰ, ਚੋਖੇ ਸੋਨੇ ਨਾਲੋਂ ਗਿਆਨ ਨੂੰ ਗ੍ਰਹਿਣ ਕਰੋ। ਬੁੱਧ ਲਾਲਾ ਨਾਲ ਵੀ ਉੱਤਮ ਹੈ। ਸਭੋ ਮਨੋਹਰ ਵਸਤਾਂ ਉਹਦੇ ਤੁਲ ਨਹੀਂ ਹੁੰਦੀਆਂ। ਬੁੱਧ ਸਿਆਣਪ ਨਾਲ ਮੈਂ ਵਸਦੀਆਂ, ਗਿਆਨ ਤੇ ਸੋਚੀ ਨੂੰ ਮੈਂ ਹੀ ਭਾਲ ਕੇ ਕੱਢਦੀ ਹਾਂ। ਜੋ ਉਹਦਾ ਭੈ ਬੁਰਾਈ ਤੋਂ ਸੂਖ ਕਰਨਾ ਹੈ, ਘੁਮੰਡ ਹੰਕਾਰ ਬੁਰੀ ਜਾਗ ਪੁੱਠੇ ਮੂੰਹ ਨਾਲ ਵੀ ਮੈਂ ਵੈਰ ਰੱਖਦੀ ਹਾਂ। ਮੱਤ ਤੇ ਦਿਨਾਈ ਮੇਰੀ ਹੈ, ਸਮਝ ਮੈਂ ਹਾਂ, ਸਮਰੱਥਾ ਮੇਰੀ ਹੈ। ਪਾਤਸ਼ਾਹ ਮੇਰੀ ਸਹਾਇਤਾ ਲਈ ਪਾਤਸ਼ਾਹੀ ਕਰਦੇ ਤੇ ਹਾਕਮ ਮੰਚ ਤੇ ਹਾਕਮ ਧਰਮ ਦੇ ਹੁਕਮ ਸੁਣਾਉਂਦੇ, ਮੇਰੀ ਕਰਮ ਸਰਦਾਰੀ ਕਰਦੇ। ਨਾਲ ਸੱਚ ਦੇ ਪਤਵੰਤ ਨਾਲ ਸਰ ਨਹੀਂ, ਜਿਹੜੇ ਮੇਰੇ ਨਾਲ ਪਿਛਲਾਉਂਦੇ ਨੇ ਉਹਨਾਂ ਨਾਲ ਜੀ ਪ੍ਰੀਤਵਾਨੀਆਂ, ਜਿਹੜੇ ਮਨ ਨਾਲ ਮੈਨੂੰ ਭਾਲਦੇ ਹਨ ਉਹ ਮੈਨੂੰ ਲੱਭ ਲੈਣਗੇ। ਧਨ ਦੇ ਆਦਰ ਮੇਰੇ ਹੱਥ ਵਿੱਚ ਹਨ, ਸਗੋਂ ਦੀਪਕ ਹਨ ਤੇ ਧਰਮ ਮੇਰਾ ਫਲ ਸੋਨੇ ਚੋਖੇ ਸੋਨੇ ਨਾਲੋਂ ਚੰਗਾ ਹੈ ਤੇ ਮੇਰੀ ਪ੍ਰਾਪਤੀ ਉੱਤਮ ਚਾਂਦੀ ਨਾਲ। ਮੈਂ ਧਰਮ ਦੇ ਮਾਰਗ ਵਿੱਚ ਤੇ ਨਿਆਂ ਦੇ ਨਿਆਂ ਵਿੱਚ ਕਰ ਤੁਰਦੀ ਹਾਂ, ਤਾਂ ਜੋ ਮੈਂ ਆਪਣੇ ਪ੍ਰੇਮੀਆਂ ਨੂੰ ਧਨ ਦੇ ਵਾਰਸ ਬਣਾਵਾਂ ਤੇ ਉਹਨਾਂ ਦੇ ਖਜ਼ਾਨੇ ਭਰ ਦਿਆਂ। ਜੋ ਮੈਨੇ ਆਪਣੇ ਕੰਮਾਂ ਦੇ ਆਰੰਭ ਵਿੱਚ, ਸਗੋਂ ਆਪਣੇ ਪ੍ਰਾਚੀਨ ਕੰਮਾਂ ਦੇ ਕਾਲ ਦੇ ਕੰਮਾਂ ਤੋਂ ਵੀ ਮੈਨੂੰ ਪਹਿਲਾਂ ਰਚਿਆ। ਆਦਿ ਤੋਂ ਸਗੋਂ ਮੁੱਢੋਂ ਹੀ ਮੈਂ ਥਾਪੀ ਗਈ ਹਾਂ। ਧਰਤੀ ਦੇ ਹੋਣ ਤੋਂ ਵੀ ਪਹਿਲਾਂ ਡੁੱਗਿਆਈਆਂ ਜਦੋਂ ਨਹੀਂ ਸਨ ਤੇ ਮੈਂ ਪੈਦਾ ਹੋਈ। ਜਦ ਸੋਤੇ ਨਹੀਂ ਵਗਦੇ ਸਨ ਪਹਾੜਾਂ ਦੇ ਰੱਖਣ ਤੋਂ ਪਹਿਲਾਂ, ਪਹਾੜੀਆਂ ਤੋਂ ਪਹਿਲਾਂ ਮੈਂ ਪੈਦਾ ਹੋਈ। ਜਦੋਂ ਉਸਨੇ ਨਾ ਧਰਤੀ ਨਾ ਮੈਦਾਨ ਨਾ ਜਗਤ ਦੀ ਪਹਿਲੀ ਧੂੜੀ ਬਣਾਈ ਸੀ, ਜਦੋਂ ਆਕਾਸ਼ ਕਾਇਮ ਕਰਤੇ ਅਤੇ ਉੱਥੇ ਮੈਂ ਸਾਂ। ਜਦੋਂ ਡੂੰਘਾਈਆਂ ਤੇ ਮੰਡਲ ਠਹਿਰਾਇਆ, ਜਦੋਂ ਨੇ ਬੱਦਲਾਂ ਨੂੰ ਉੱਪਰੋਂ ਅਸਥਿਰ ਕੀਤਾ ਤਾਂ ਡੂੰਘਾਈਆਂ ਦੇ ਚਸ਼ਮੇ ਤਗੜੇ ਕੀਤੇ।
तो उसने समुद्र के बने ठहराए तो पानी ਉਹਦੇ ਹੁਕਮੋਂ ਬਾਹਰ ਨਾ ਜਾਵੇ। ਜਦ ਉਸਨੇ ਧਰਤੀ ਦੀਆਂ ਨੀਹਾਂ ਠਹਿਰਾਈਆਂ ਤਦ ਮੈਂ ਰਾਜ ਮਿਸਤਰੀ ਦੇ ਸਮਾਨ ਉਸਦੇ ਨਾਲ ਹੱਸਾਂ ਤੇ ਨਿੱਤ ਉਹਨੂੰ ਰੁਝਾਉਂਦੀ ਤੇ ਉਹਦੇ ਅੱਗੇ ਅੱਗੇ ਖੇਡਦੀ ਰਹਿੰਦੀ ਤੇ ਉਹਦੀ ਵਸਾਈ ਹੋਈ ਧਰਤੀ ਤੇ ਖੇਡਦੀ ਰਹਿੰਦੀ। ਆਦਮ ਮਨੁੱਖਾਂ ਨਾਲ ਪ੍ਰਸੰਨ ਹੁੰਦੀ ਹੈ। ਸੋ हे ਮੇਰੇ ਪੁੱਤਰੋ, ਤੁਸੀਂ ਮੇਰੀ ਸੁਣੋ, ਕਿਉਂ ਜੋ ਧਨ ਹਨ ਉਹ ਜਿਹੜੇ ਮੇਰੇ ਰਾਹਾਂ ਦੀ ਤੋਲਾ ਕਰਦੇ ਹਨ। ਸਿੱਖਿਆ ਨੂੰ ਸੁਣੋ ਤੇ ਬੁੱਧਵਾਨ ਬਣੋ, ਉਸ ਤੋਂ ਨਾ ਮੋੜੋ। ਧਨ ਹੈ ਉਹ ਆਦਮੀ ਜੋ ਮੇਰੀ ਸੁਣਦਾ ਤੇ ਮੇਰੇ ਮੂੰਹ ਉੱਤੇ ਨਿਤ ਉਡੀਕ ਕਰਦਾ ਹੈ। ਮੇਰੇ ਦਰਵਾਜ਼ਿਆਂ ਦੀ ਚੁਗਾਠਾਂ ਕੋਲ ਰਾਜ ਕਰਦਾ ਹੈ, ਰਾਖੀ ਕਰਦਾ ਹੈ, ਮੈਨੂੰ ਲੱਭਦਾ ਹੈ, ਜਿਉਣ ਨੂੰ ਲੱਭਦਾ ਹੈ। ਜੋ ਯਹੋਵਾ ਤੋਂ ਕਿਰਪਾ ਪਵੇਗਾ। ਜਿਹੜਾ ਮੇਰਾ ਪਾਪ ਕਰਦਾ ਉਹ ਆਪਣੇ ਜਾਨ ਦਾ ਨੁਕਸਾਨ ਕਰਦਾ। ਜਿਹਨੇ ਮੇਰੇ ਨਾਲ ਵੈਰ ਰੱਖਦੇ ਨੇ ਮੌਤ ਨਾਲ ਪ੍ਰੀਤ ਲਾਉਂਦੇ ਹਨ। ਚੈਪਟਰ 9 ਬੁੱਧ ਤੇ ਮੂਰਖ ਨੇ। ਉਹਨੇ ਆਪਣਾ ਘਰ ਵਸਾਇਆ ਹੈ, ਉਸਨੇ ਆਪਣੇ 7 ਥੰਮ ਕੱਢ ਲਏ ਹਨ। ਉਸਨੇ ਆਪਣੇ ਪਸ਼ੂ ਕੱਟ ਲਿਆ ਤੇ ਮੈਂ ਆਪਣੀ ਮਹਿਰ ਲਾ ਲਈ ਤੇ ਉਸਨੇ ਆਪਣੀ ਮੇਜ਼ ਵੀ ਸਜਾ ਲਈ। ਉਸਨੇ ਆਪਣੇ ਸ਼ੁਕਰੀਆ ਨੂੰ ਘੱਲਿਆ ਨਗਰ ਦੇ ਉੱਚੇ ਥਾਵਾਂ ਤੋਂ ਕਰਦੀ ਹੈ। ਜੋ ਕਿ ਭੋਲਾ ਹੈ ਉਹ ਉਰੇ ਆ ਜਾਵੇ। ਜਿਹੜਾ ਨਿਰਬੁੱਧ ਹੈ ਉਹਨੂੰ ਆਖਦੀ ਆਓ ਮੇਰੀ ਰੋਟੀ ਚੋ ਖਾਓ, ਮੇਰੀ ਖਿਲਾਈ ਹੋਈ ਮੈਂ ਚੁਪਿਓ। ਭੋਲੇਪਨ ਨੂੰ ਛੱਡੋ ਤੇ ਜਿਉਂਦੇ ਰਹੋ, ਸਮਝਦੇ ਰਾਹ ਤੇ ਸਿੱਧੇ ਤੁਰੋ। ਮਖੌਲੀ ਨੂੰ ਡਰਨ ਵਾਲਾ ਆਪਣੇ ਲਈ ਵਿਪੱਤੀ ਕਮਾਉਂਦਾ, ਦੁਸ਼ਟ ਨੂੰ ਡਾਂਟਣ ਵਾਲੇ ਨੂੰ ਧੱਬਾ ਲੱਗਦਾ। ਮਖੌਲੀ ਨੂੰ ਤਾੜ ਨਾ ਕਿਸੇ ਉਹ ਤੇਰਾ ਵੈਰੀ ਨਾ ਬਣ ਬੈਠੇ। ਬੁੱਧਵਾਰ ਨੂੰ ਤਾੜ ਤਾਂ ਉਹ ਤੇਰੇ ਨਾਲ ਪ੍ਰੇਮ ਰੱਖੇਗਾ। ਬੁੱਧਵਾਰ ਨੂੰ ਸਿੱਖਿਆ ਦੇ ਤਾਂ ਉਹ ਹੋਰ ਵੀ ਬੁੱਧਵਾਨ ਹੋਵੇਗਾ। ਧਰਮ ਨੂੰ ਸਿਖਾ ਤੋਂ ਵਿਦਿਆ ਵਿੱਚ ਵੱਧ ਜਾਵੇਗਾ। ਯਹੋਵਾ ਦਾ ਭੈ ਮੁੱਢ ਹੈ ਬੁੱਧ ਦਾ ਅਤੇ ਪਵਿੱਤਰ ਪੁਰਖ ਦਾ ਗਿਆਨ ਹੀ ਸਮਝ ਹੈ। ਮੇਰੇ ਰਾਹੀਂ ਤੇਰੀ ਉਮਰ ਵਧੇਗੀ, ਤੇਰੇ ਜੀਵਨ ਦੇ ਬਾਰੇ ਢੇਰ ਸਾਰੇ ਹੋਣਗੇ। ਜੇ ਤੂੰ ਬੁੱਧਵਾਨ ਹੈ ਤਾਂ ਆਪਣੇ ਲਈ ਬੁੱਧਵਾਨ ਹੈ, ਪਰ ਜੇ ਤੂੰ ਮਖੌਲੀ ਹੈ ਤਾਂ ਤੂੰ ਇਕੱਲਾ ਹੀ ਉਸਨੂੰ ਚੁੱਕੇਗਾ। ਮੂਰਖ ਔਰਤ ਬੜਬੋਲੀ ਹੈ, ਉਹ ਭੋਲੀ ਹੈ ਤੇ ਕੁਝ ਵੀ ਨਹੀਂ ਜਾਣਦੀ। ਉਹ ਆਪਣੇ ਘਰ ਦੇ ਬੂਹੇ ਕੋਲ ਨਗਰ ਦੇ ਕੋਲ ਉੱਚੇ ਥਾਈਂ ਮੂਹਰੇ ਤੇ ਬਹਿੰਦੀ ਹੈ। ਬੇਰਾਈਆਂ ਨੂੰ ਸੱਦੇ ਜਿਹੜੇ ਆਪਣੇ ਸਿੱਧੇ ਰਾਹ ਤੁਰੇ ਜਾਂਦੇ ਹਨ। ਜਿਹੜਾ ਭੋਲਾ ਹੈ ਉਹ ਉਰੇ ਆਵੇ ਅਤੇ ਨਿਰਬੁੱਧ ਉਹਨੂੰ ਆਖਦੀ ਹੈ ਚੋਰੀ ਦਾ ਪਾਣੀ ਮਿੱਠਾ ਹੁੰਦਾ ਤੇ ਲੁਕਮੀ ਰੋਟੀ ਸਵਾਦ ਲਈ। ਪਰ ਉਸ ਰਾਹੀ ਨੂੰ ਪਤਾ ਨਹੀਂ ਜੋ ਉੱਥੇ ਭੂਤ ਨਹੀਂ ਹਨ ਤੇ ਉਸ ਔਰਤ ਦੇ ਪ੍ਰਾਹੁਣੇ ਪਤਾਲ ਦੀਆਂ ਦਵਾਈਆਂ ਸਨ। ਚੈਪਟਰ 10 ਧਰਮੀ ਤੇ ਦੁਸ਼ਟ। ਸੁਲੇਮਾਨ ਦੀ ਕਹਾਵਤ ਮੁਤਾਬਕ ਬੁੱਧਵਾਨ ਪੁੱਤਰ ਆਪਣੇ ਪਿਓ ਨੂੰ ਆਨੰਦਿਤ ਕਰਦਾ ਹੈ, ਪਰ ਮੂਰਖ ਪੁੱਤ ਆਪਣੀ ਮਾਂ ਲਈ ਦੁੱਖ ਹੈ। ਬੁੱਧ ਦੇ ਖਜ਼ਾਨੇ ਤੋਂ ਕੋਈ ਲਾਭ ਨਹੀਂ ਹੁੰਦਾ, ਪਰ ਧਰਮ ਮੌਤ ਤੋਂ ਛੁਡਾ ਲੈਂਦਾ ਹੈ। ਧਰਮੀ ਦੀ ਜਾਨ ਨੂੰ ਯਹੋਵਾ ਭੁੱਖਾ ਨਹੀਂ ਰਹਿਣ ਦੇਵੇਗਾ, ਪਰ ਦੁਸ਼ਟ ਦੀ ਲੋਚ ਉਹ ਦਫਾ ਕਰੇਗਾ। ਢਿੱਲਾ ਹੱਥ ਕੰਗਾਲ ਕਰਦਾ ਹੈ, ਪਰ ਉਦਮੀ ਦਾ ਹੱਥ ਨਹੀਂ ਬਣਾ ਦਿੰਦਾ। ਜਿਹੜਾ ਉਹ ਨਾਲ ਚ ਇਕੱਠਾ ਕਰਦਾ ਸਿਆਣਾ ਪੁੱਤਰ ਹੈ। ਜਿਹੜਾ ਵਾਢੇ ਦੇ ਵੇਲੇ ਸੌ ਰਹਿੰਦਾ ਉਹ ਸ਼ਰਮਿੰਦਾ ਕਰਨ ਵਾਲਾ ਪੁੱਤਰ ਹੈ। ਧਰਮੀ ਦੇ ਸਿਰ ਨੂੰ ਅਸੀਸਾਂ ਮਿਲਦੀਆਂ ਹਨ, ਪਰ ਦੁਸ਼ਟਾਂ ਦੇ ਮੂੰਹ ਨੂੰ ਜ਼ੁਲਮ ਢੱਕ ਲੈਂਦਾ ਹੈ। ਧਰਮੀ ਦੀ ਜਾਤ ਮੁਬਾਰਕ ਹੈ, ਪਰ ਦੁਸ਼ਟਾਂ ਦਾ ਨਾਸ ਫੜ ਜਾਵੇਗਾ। ਮਾਨਤਾ ਬੁੱਧਵਾਨ ਹੁਕਮ ਨਹੀਂ ਮੰਨੇਗਾ, ਪਰ ਬਕਵਾਸੀ ਮੂਰਖ ਡਿੱਗ ਪਵੇਗਾ। ਸਿੱਧਾ ਤੁਰਨ ਵਾਲਾ ਬਿਖਟ ਕੇ ਤੁਰਦਾ ਹੈ ਤੇ ਜਿਹੜਾ ਦਵੰਗੀ ਚਾਲ ਚੱਲਦਾ ਹੈ ਉਜਾਗਰ ਹੋ ਜਾਵੇਗਾ। ਜਿਹੜਾ ਅੱਖੀਆਂ ਮਟਕਾਉਂਦਾ ਹੈ ਸੋ ਕਰ ਪਾਉਂਦਾ ਹੈ। ਜਿਹੜਾ ਬਕਵਾਸੀ ਮਨੁੱਖ ਡਿੱਗ ਪਵੇਗਾ ਤੇ ਧਰਮੀ ਦਾ ਮੂੰਹ ਜਿਉਣ ਦਾ ਚਸ਼ਮਾ ਹੈ, ਪਰ ਧਰਮੀ ਦਾ ਮੂੰਹ ਜ਼ੁਲਮ ਢੱਕ ਲੈਂਦਾ ਹੈ। ਵੈਰ ਝਗੜੇ ਛੇੜਦਾ ਹੈ, ਪਰੰਤੂ ਪ੍ਰੇਮ ਉਹਨਾਂ ਸਭਨਾਂ ਨੂੰ ਢੱਕ ਲੈਂਦਾ ਹੈ। ਸਮਝ ਵਾਲੇ ਦੀਆਂ ਬੁੱਲਾਂ ਵਿੱਚ ਬੁੱਧ ਲੱਭਦੀ ਹੈ, ਬੇਸਮਝੀ ਦੀ ਪਿੱਠ ਲਈ ਛੂਛਕ ਹੈ। ਬੁੱਧ ਗਿਆਨ ਨੂੰ ਰੱਖ ਛੱਡਦੇ ਹਨ ਬੁੱਧਵਾਨ, ਪਰੰਤੂ ਮੂਰਖ ਦਾ ਮੂੰਹ ਵਿਨਾਸ਼ ਤੇ ਨੇੜੇ ਹੈ। ਧਨੀ ਦਾ ਕਾਨੂੰਨ ਉਹਦਾ ਪੱਕਾ ਨਗਰ ਹੈ, ਪਰ ਕੰਗਾਲਾਂ ਦਾ ਵਿਨਾਸ਼ ਉਹਨਾਂ ਦੀ ਥੋੜ੍ਹਾ ਹੈ। ਧਰਮੀ ਦੀ ਮਿਹਨਤ ਜਿਉਣ ਲਈ ਹੈ, ਪਰ ਦੁਸ਼ਟਾਂ ਦਾ ਨਫਾ ਪਾਪ ਲਈ ਹੈ। ਜਿਹੜਾ ਸਿੱਖਿਆ ਨੂੰ ਮੰਨਦਾ ਉਹ ਤਾਂ ਜਿਉਣ ਦੇ ਰਾਹ ਤੇ, ਪਰ ਜਿਹੜਾ ਤਾੜ ਨੂੰ ਰੱਦ ਕਰਦਾ ਉਹਦੇ ਰਾਹ ਤੋਂ ਖੁੱਲਿਆ। ਜਿਹੜਾ ਵੈਰ ਨੂੰ ਢੱਕ ਰੱਖਦਾ ਹੈ ਉਹ ਝੂਠੇ ਬੋਲਣ ਵਾਲਾ ਹੈ ਤੇ ਜਿਹੜਾ ਉੱਚਾ ਲਾਉਂਦਾ ਉਹ ਸਭ ਮੂਰਖ ਹੈ। ਗੱਪਾਂ ਦੇ ਵਾਧੇ ਵਿੱਚ ਅਪਰਾਧ ਦੀ ਕਮੀ ਨਹੀਂ, ਪਰ ਜਿਹੜਾ ਆਪਣੇ ਬੁੱਲਾਂ ਨੂੰ ਰੋਕਦਾ ਹੈ ਉਹ ਦਾਨਾ ਹੈ। ਧਰਮੀ ਦੀ ਰਸਨਾ ਖਰੀ ਜਾਂਦੀ ਹੈ ਤੇ ਦੁਸ਼ਟ ਦਾ ਮਨ ਤੁੱਛ ਹੈ। ਧਰਮੀ ਦੇ ਬੁੱਲ ਬੋਲਿਆਂ ਨੂੰ ਵਜਾਉਂਦੇ ਹਨ, ਪਰ ਮੂਰਖ ਬੇਸਮਝੀ ਦੇ ਕਾਰਨ ਮਰਦੇ ਹਨ। ਜੋ ਦੀ ਬਰਕਤ ਤਾਂ ਨਹੀਂ ਬਣਾਉਂਦੀ ਹੈ ਤੇ ਉਸਦੇ ਨਾਲ ਉਹ ਸੋਗ ਨਹੀਂ ਮਿਲਾਉਂਦਾ। ਮੂਰਖ ਦਾ ਸ਼ਰਾਰਤ ਕਰਨੀ ਹਾਸੇ ਦੀ ਗੱਲ ਹੈ, ਪਰ ਸਮਝ ਵਾਲੇ ਵੀ ਮਨੁੱਖ ਲਈ ਬੁੱਧ ਹੈ। ਦੁਸ਼ਟ ਉਹ ਉਸ ਉੱਤੇ ਆਣ ਪਵੇਗਾ, ਪਰ ਧਰਮੀ ਦੀ ਇੱਛਾ ਪੂਰੀ ਕੀਤੀ ਜਾਵੇਗੀ। ਜਿਵੇਂ ਵਾਪਰੂਲਾ ਲੰਘ ਜਾਂਦਾ ਹੈ ਉਵੇਂ ਦੁਸ਼ਟ ਨਹੀਂ ਰਹਿੰਦਾ, ਪਰ ਧਰਮੀ ਇੱਕ ਅਟਲ ਨਾਮ ਹੈ। ਧਰਮੀ ਇੱਕ ਅਟਲ ਨਿਯਮ ਹੈ। ਜਿਵੇਂ ਦੰਦਾਂ ਲਈ ਸਿਰਕਾ ਤੇ ਅੱਖੀਆਂ ਲਈ ਧੂਆਂ, ਉਵੇਂ ਆਲਸੀ ਆਪਣੇ ਘੱਲਣ ਵਾਲਾ ਲਈ ਹੈ। ਜੋ ਇਹਦਾ ਭੈ ਉਮਰ ਵਧਾਉਂਦਾ ਹੈ, ਪਰ ਦੁਸ਼ਟਾਂ ਦੇ ਵੇਲੇ ਥੋੜ੍ਹੀ ਹੋਣਗੇ। ਧਰਮੀ ਦੀ ਆਸ ਆਨੰਦਤਾ ਹੈ, ਪਰ ਦੁਸ਼ਟ ਦੀ ਉਡੀਕ ਮਰ ਜਾਵੇਗੀ। ਜੋ ਵਦਾਰਾ ਖਰਿਆਂ ਲਈ ਪੱਕਾ ਕਿਲਾ ਹੈ, ਪਰ ਕੁਕਰਮੀਆਂ ਲਈ ਵਿਨਾਸ਼ ਹੈ। ਧਰਮ ਤੇ ਸਦਾ ਟਲ ਲੈਣਗੇ, ਪਰ ਦੁਸ਼ਟ ਧਰਤੀ ਉੱਤੇ ਨਾ ਵਸਣਗੇ। ਧਰਮ ਦਾ ਮੂੰਹ ਬੁੱਧ ਦਾ ਛਾਲ ਹੈ, ਬੁੱਧ ਨੂੰ ਛਾਲ ਦਿੰਦਾ ਹੈ, ਪਰ ਟੇਢੀ ਜੀਭ ਵੱਟੀ ਜਾਵੇਗੀ। ਧਰਮੀ ਦਾ ਬੁੱਲ ਮਨਪਾਉਂਦੀਆਂ ਗੱਲਾਂ ਜਾਣਦੇ ਹਨ,
ਪਰ ਦੁਸ਼ਟਾਂ ਨੂੰ ਉਲਟੀਆਂ ਗੱਲਾਂ ਹੀ ਬੋਲਦਾ ਹੈ। ਧਰਮੀ ਤੇ ਦੁਸ਼ਟ ਛਲ ਵਾਲੀ ਤੱਕੜੀ ਤੋਂ ਜੋ ਹਨ ਕਿਰਨਾਂ ਆਉਂਦੀ ਹੈ, ਪਰੰਤੂ ਪੂਰੇ ਤੋਲ ਤੋਂ ਪ੍ਰਸੰਨ ਹੁੰਦਾ ਹੈ। ਹੰਕਾਰ ਦੇ ਨਾਲ ਖੁਆਰੀ ਆਉਂਦੀ ਹੈ, ਪਰ ਦਿਨਾਂ ਦੇ ਨਾਲ ਬੁੱਧ ਸਿੱਧੇ ਨਾਲ ਖਰਿਆਈ ਉਹਨਾਂ ਦੀ ਅਗਵਾਈ ਕਰੇਗੀ, ਪਰ ਛਲੀਆਂ ਦੀ ਟੇਢ ਉਹਨਾਂ ਦਾ ਨਾਸ ਕਰੇਗੀ। ਕ੍ਰੋਧ ਦੇ ਦਿਨ ਧਨ ਤੋਂ ਕੋਈ ਲਾਭ ਨਹੀਂ ਹੁੰਦਾ ਤੇ ਪਰ ਧਰਮ ਮੌਤ ਤੋਂ ਛੁਡਾ ਲੈਂਦਾ ਹੈ। ਸੰਪੂਰਨ ਆਦਮੀ ਨੂੰ ਧਰਮ ਉਹਦਾ ਰਾਹ ਸਿੱਧਾ ਰੱਖੇਗਾ, ਪਰ ਦੁਸ਼ਟ ਜਨ ਆਪਣੀ ਦੁਸ਼ਟਤਾਈ ਨਾਲ ਡਿੱਗ ਪਵੇਗਾ। ਸਿੱਧੇ ਨਾਲ ਧਰਮ ਨੂੰ ਛੁਡਾਉਂਦਾ ਤੇ ਛਲੇ ਆਪਣੇ ਹੀ ਲੋਚ ਵਿੱਚ ਫਸ ਜਾਂਦੇ ਹਨ। ਜਦ ਦੁਸ਼ਟ ਜਨ ਮਰਦਾ ਹੈ ਤਦ ਉਹਦੀ ਉਡੀਕ ਵੀ ਮਿਟ ਜਾਂਦੀ ਹੈ। ਬੁਰਿਆਰਾਂ ਦੀ ਆਸਥਾ ਨਾਸ਼ ਹੋ ਜਾਂਦਾ ਹੈ, ਧਰਮੀ ਵਿਰਤਾ ਤੋਂ ਛੁਡਾਇਆ ਜਾਂਦਾ ਹੈ, ਪਰ ਦੁਸ਼ਟ ਉਸ ਵਿੱਚ ਫਸ ਪੈਂਦਾ ਹੈ। ਬੇਧਰਮੀ ਆਪਣੇ ਮੂੰਹ ਨਾਲ ਆਪਣੇ ਗੁਆਂਢੀ ਦਾ ਨਾਸ਼ ਕਰਦਾ ਹੈ, ਪਰ ਧਰਮੀ ਗਿਆਨ ਦੇ ਕਾਰਨ ਛੁਡਾਏ ਜਾਂਦੇ ਹਨ। ਜਦ ਧਰਮੀਆਂ ਨੂੰ ਸੁੱਖ ਹੁੰਦਾ ਹੈ ਤਾਂ ਉਹ ਨਗਰ ਚ ਬਾਗ ਹੁੰਦਾ ਹੈ, ਪਰ ਜਦ ਦੁਸ਼ਟਾਂ ਦਾ ਨਾਸ਼ ਹੁੰਦਾ ਤਾਂ ਜੈਕਾਰੇ ਹੁੰਦੇ ਹਨ। ਸਚਿਆਰਾਂ ਦੀਆਂ ਅਸੀਸਾਂ ਨਾਲ ਨਗਰ ਚ ਵਾਧਾ ਹੁੰਦਾ ਹੈ, ਪਰ ਦੁਸ਼ਟਾਂ ਦੀ ਬੋਲਾਂ ਨਾਲ ਉੱਟਿਆ ਜਾਂਦਾ ਹੈ। ਜਿਹੜਾ ਆਪਣੇ ਗੁਆਂਢੀ ਨੂੰ ਚਾਹੁੰਦਾ ਹੈ ਨਿਰਬੁੱਧ ਹੈ, ਪਰ ਬੁੱਧ ਵਾਲਾ ਪੁਰਸ਼ ਚੁੱਪ ਕਰ ਰਹਿੰਦਾ ਹੈ। ਬਕਵਾਸੀ ਸ਼ਿਕਲੀਆਂ ਗੱਲਾਂ ਨੂੰ ਪ੍ਰਗਟ ਕਰਦਾ ਹੈ, ਪਰਮਾਤਮਾ ਰੂਹ ਵਾਲਾ ਗੱਲ ਨੂੰ ਲੁਕੋ ਰੱਖਦਾ ਹੈ। ਅੱਗੋਂ ਅਗਵਾਈ ਨਹੀਂ ਤਾਂ ਲੋਕ ਟਿਕ ਪੈਂਦੇ ਹਨ ਜਦੋਂ, ਪਰ ਬਹੁਤੇ ਸਲਾਹਾਂ ਨਾਲ ਤਾਂ ਬਚਾਅ ਹੈ। ਜਿਹੜੇ ਪ੍ਰਾਣ ਨੌਕਰੀ ਜਾਮਨ ਬਣੇ ਉਹ ਵੱਡਾ ਦੁਖੀ ਹੋਵੇ, ਪਰ ਜਿਹੜਾ ਜਾਮਨ ਤੋਂ ਘਿਰਨਾ ਕਰੇ ਉਹ ਸੁਖੀ ਰਹੇਗਾ। ਦੁਸ਼ਟਵਾਨ ਦਇਆਵੰਤੀ ਵੀ ਦਾ ਆਦਰ ਹੁੰਦਾ ਹੈ, ਭਿਆਨਕ ਪੁਰਸ਼ਾਂ ਨੂੰ ਧਨ ਪ੍ਰਾਪਤ ਹੁੰਦਾ ਹੈ। ਜਿਹੜਾ ਦਿਆਲੂ ਹੈ ਉਹ ਆਪਣੀ ਜਾਨ ਦਾ ਭਲਾ ਕਰਦਾ, ਪਰ ਜਿਹੜਾ ਨਿਰਦਈ ਹੈ ਉਹ ਆਪਣੇ ਸਰੀਰ ਨੂੰ ਦੁੱਖ ਦਿੰਦਾ। ਦੁਸ਼ਟ ਝੂਠੀ ਮਜ਼ਦੂਰੀ ਲੈਂਦਾ, ਪਰ ਜਿਹੜਾ ਧਰਮ ਬੀਜਦਾ ਉਹ ਸੱਚਾ ਫਲ ਲੈਂਦਾ। ਧਰਮ ਸੱਚਮੁੱਚ ਚੁਣਨ ਦੇ ਲਈ ਹੈ, ਜਿਹੜਾ ਬੁਰਾਈ ਦਾ ਪਿੱਛਾ ਕਰਦਾ ਹੈ ਉਹ ਆਪਣੀ ਮੌਤ ਦੇ ਲਈ ਕਰਦਾ ਹੈ, ਪਰ ਜਿਹੜਾ ਆਪਣੇ ਮਨ ਦਾ ਡੇਡਾ ਉਹਦੇ ਕੋਲੋਂ ਯਹੋਵਾ ਨੂੰ ਘਿਰਨਾਉਂਦੇ ਹੈ, ਪਰ ਖਰੀ ਚਾਲ ਚੱਲਣ ਵਾਲੇ ਤੋਂ ਪ੍ਰਸੰਨ ਹੁੰਦਾ ਹੈ। ਇੱਕ ਪੱਖ ਮੰਨੋ ਬਈ ਡੰਨ ਦੇ ਨਾਲ ਦੁਸ਼ਟ ਨਹੀਂ ਛੁੱਟੇਗਾ, ਪਰ ਧਰਮੀ ਦੀ ਅੰਤ ਛੁਡਾਈ ਜਾਵੇਗੀ। ਸੂਦ ਨਾ ਕੁਝ ਸਮਝ ਨਾ ਰੂਪਾਂ ਤੇ ਸਥਿਤ ਜੋ ਬਵੇਖੀਨ ਹੈ, ਇਹੋ ਜਿਹੀ ਹੈ। ਧਰਮ ਦਾ ਵਿਰੋਧ ਨੇਕੀ ਹੈ, ਪਰ ਦੁਸ਼ਟੀ ਦੀ ਕਹਿਰ ਹੈ। ਕੋਈ ਤਾਂ ਬਣਦਾ ਹੈ ਪਰ ਫਿਰ ਵੀ ਉਹਦਾ ਮਾਲ ਵੱਧਦਾ ਜਾਂਦਾ ਹੈ, ਪਰ ਕੋਈ ਜੋ ਖਰਚ ਤੋਂ ਵੀ ਸਰਫਾ ਕਰਦਾ ਤਾਂ ਫਿਰ ਵੀ ਕੰਗਾਲ ਹੀ ਰਹਿੰਦਾ ਹੈ। ਸੁਖੀ ਜਨ ਮੋਟਾ ਹੋ ਜਾਵੇਗਾ, ਪਰ ਜੋ ਸਿੰਜਦਾ ਹੈ ਉਹ ਆਪ ਹੀ ਸਿੰਜਿਆ ਜਾਵੇਗਾ। ਜਿਹੜਾ ਅਨਾਜ ਨੂੰ ਰੱਬ ਰੱਖਦਾ ਉਹ ਤਾਂ ਉਹਨੂੰ ਲੋਕ ਫਟਕਾਰ ਦਿੰਦੇ ਹਨ, ਪਰ ਜਿਹੜਾ ਵੇਚ ਛੱਡਦਾ ਉਹਦੇ ਸਿਰ ਨੂੰ ਅੱਸੀ ਦਿੰਦੇ ਹਨ। ਜਿਹੜਾ ਆਪਣੀ ਭਲਾਈ ਨੂੰ ਭਾਲਦਾ ਹੈ ਉਹ ਪ੍ਰਸੰਨਤਾ ਨੂੰ ਲੱਭਦਾ ਹੈ, ਪਰ ਜਿਹੜਾ ਬੁਰਾਈ ਨੂੰ ਢੂੰਡਦਾ ਹੈ ਉਹੀ ਉਸ ਉੱਤੇ ਆ ਪਵੇਗੀ। ਜਿਹੜਾ ਆਪਣੇ ਧਨ ਤੇ ਆਸਰਾ ਰੱਖਦਾ ਉਹ ਡਿੱਗ ਪਵੇਗਾ, ਪਰ ਧਰਮੀ ਹਰੇ ਪੱਤੇ ਨੂੰ ਲਹਿਲਾਉਣਗੇ। ਜਿਹੜਾ ਆਪਣੇ ਟੱਬਰ ਨੂੰ ਦੁਖੀ ਕਰਦਾ ਉਹ ਹਵਾ ਨੂੰ ਵਰਸੇ ਵਿੱਚ ਲਵੇਗਾ, ਤੇ ਮੂਰਖ ਬੁੱਧਵਾਨ ਦਾ ਗੋਲਾ ਹੋਵੇਗਾ। ਧਰਮੀ ਦਾ ਫਲ ਜਿਉਣ ਦਾ ਬਿਰਛ ਹੈ। ਜਿਹੜਾ ਬੁੱਧਵਾਨ ਹੈ ਉਹ ਲੋਕਾਂ ਦੇ ਮਨਾਂ ਨੂੰ ਮੋਹ ਲੈਂਦਾ ਹੈ, ਪਰ ਧਰਮੀ ਵੀ ਇਸ ਲੋਕ ਵਿੱਚ ਆਪਣਾ ਫਲ ਭੋਗਦੇ ਹਨ। ਤਾਂ ਦੁਸ਼ਟ ਤੇ ਪਾਪੀ ਕਿੰਨਾ ਵਧੇਕ ਭੋਗਣਗੇ। ਚੈਪਟਰ 12। ਜੋ ਸੁਧਾਰ ਨਾਲ ਪ੍ਰੀਤ ਰੱਖਦਾ ਉਹ ਗਿਆਨ ਨਾਲ ਪ੍ਰੀਤ ਰੱਖਦਾ। ਜਿਹੜਾ ਤਾੜ ਨੂੰ ਬੁਰਾ ਜਾਣਦਾ ਪਸ਼ੂ ਵਰਗਾ ਹੈ। ਭਲੇ ਮਾਨਸ ਤੋਂ ਜੋ ਪ੍ਰਸੰਨ ਹੁੰਦਾ, ਪਰ ਬੁਰੀਆਂ ਜੁਗਤਾਂ ਵਾਲਿਆਂ ਨੂੰ ਉਹ ਦੋਸ਼ੀ ਠਹਿਰਾਉਂਦਾ। ਖੋਟ ਨਾਲ ਕੋਈ ਵੀ ਮਨੁੱਖ ਅਸਥਿਰ ਨਹੀਂ ਹੁੰਦਾ, ਪਰ ਧਾਰਮਿਕ ਜੜ ਕਦੇ ਨਾ ਪੁੱਟੀ ਜਾਵੇਗੀ। ਪਤਵੰਤ ਔਰਤ ਆਪਣੇ ਪਤੀ ਦਾ ਮੁਕਤ ਹੈ, ਪਰ ਖੱਜਲ ਕਰਨ ਵਾਲੇ ਦੀਆਂ ਹੱਡੀਆਂ ਦਾ ਸਾੜਾ। ਧਰਮੀਆਂ ਦੀ ਚੇਤਮਨੀਆਂ ਤਾਂ ਨਿਆਂ ਵਾਲੀਆਂ ਹੁੰਦੀਆਂ ਹਨ, ਪਰ ਦੁਸ਼ਟਾਂ ਦੇ ਮੱਥੇ ਛਾਲ ਵਾਲੇ ਹੁੰਦੇ ਹਨ। ਦੁਸ਼ਟਾਂ ਦੀਆਂ ਗੱਲਾਂ ਖੂਨ ਦੇ ਘਾਤੀਆਂ ਹਨ, ਪਰ ਸੱਚਾਈਆਂ ਦੇ ਮੂੰਹ ਨੂੰ ਛੁਡਾ ਲੈਂਦੇ ਹਨ। ਦੁਸ਼ਟ ਉਲਟਾਏ ਜਾਂਦੇ ਹਨ ਤੇ ਉਹ ਹੁੰਦੇ ਹੀ ਨਹੀਂ, ਪਰ ਧਰਮੀਆਂ ਦਾ ਘਰ ਖੜਾ ਰਹੇਗਾ। ਆਦਮੀ ਦਾ ਜਸ ਉਹਦੀ ਚਤਰਾਈ ਦੇ ਅਨੁਸਾਰ ਹੁੰਦਾ ਹੈ। ਪੁੱਠੇ ਦਿਲ ਵਾਲਾ ਸੱਚ ਸਮਝਿਆ ਜਾਂਦਾ। ਪਾਥੀ ਜਿਹਦੇ ਕੋਲ ਟਾਲੂਆ ਹੈ ਉਸ ਨਾਲੋਂ ਚੰਗਾ ਜੋ ਵਡਿਆਈ ਮਾਰਦਾ ਪਰ ਰੋਟੀ ਨੂੰ ਤੰਗ ਹੈ। ਧਰਮੀ ਆਪਣੇ ਪਸ਼ੂ ਤੇ ਪ੍ਰਾਣਾਂ ਦੀ ਵੀ ਬੁੱਧ ਰੱਖਦਾ ਹੈ, ਸੁਧ ਰੱਖਦਾ ਹੈ, ਪਰ ਦੁਸ਼ਟਾਂ ਦਾ ਰਹਿਮ ਨਿਰਦਈ ਹੀ ਹੈ। ਜਿਹੜਾ ਆਪਣੀ ਭੌਂ ਨੂੰ ਦੱਬ ਕੇ ਵਾਏਗਾ ਉਹੀ ਰੱਜ ਕੇ ਖਾਏਗਾ। ਜੋ ਨਕੰਮੀਆਂ ਗੱਲਾਂ ਦਾ ਪਿੱਛਾ ਕਰਦਾ ਉਹ ਨਿਰਬੁੱਧ ਹੈ। ਦੁਸ਼ਟ ਬੁਰਿਆਰਾਂ ਦੇ ਲਈ ਚਾਲ ਲਈ ਸੋਚਦਾ ਹੈ ਤੇ ਉਹ ਧਰਮੀਆਂ ਦੀ ਜੜ ਫਲਦੀ ਹੈ। ਬੁਰਿਆਰ ਆਪਣੇ ਬੋਲਾਂ ਦੇ ਅਪਰਾਧ ਨਾਲ ਫਸ ਜਾਂਦਾ ਹੈ, ਪਰ ਧਰਮੀ ਦੁੱਖ ਤੋਂ ਬਚ ਨਿਕਲਦਾ ਹੈ। ਆਦਮੀ ਆਪਣੇ ਵਚਨਾਂ ਦੇ ਫਲ ਦੇ ਕਾਰਨ ਭਲਾਈ ਨਾਲ ਤ੍ਰਿਪਤ ਹੁੰਦਾ ਹੈ, ਅਤੇ ਜਿਹੀ ਕਿਸੇ ਦੀ ਕਰਨੀ ਤੇ ਹੀ ਉਸੇ ਦੀ ਭਰਨੀ। ਮੂਰਖ ਦੀ ਚਾਲ ਉਸਦੀ ਆਪਣੀ ਨਿਗਾਹ ਵਿੱਚ ਚੰਗੀ ਹੈ, ਪਰ ਬੁੱਧਵਾਨ ਸਲਾਹ ਨੂੰ ਮੰਨ ਲੈਂਦਾ। ਮੂਰਖ ਦੀ ਖੱਚ ਝੱਟ ਪ੍ਰਗਟ ਹੋ ਜਾਂਦੀ ਹੈ, ਪਰ ਸਿਆਣਾ ਅਭਿਆਸ ਨੂੰ ਵਿਛ ਪਾ ਲੈਂਦਾ ਹੈ। ਜਿਹੜਾ ਸੱਚ ਬੋਲਦਾ ਹੈ ਉਸਨੂੰ ਧਰਮ ਦੱਸਦਾ ਹੈ, ਪਰ ਝੂਠਾ ਗਵਾ ਛਲ ਨੂੰ। ਬੇਸੋਚੇ ਬੋਲਣ ਵਾਲੇ ਦੀਆਂ ਗੱਲਾਂ ਤਲਵਾਰ ਵਾਂਗੂ ਰਹਿੰਦੀਆਂ ਹਨ। ਬਿਨਾਂ ਸੋਚਣ ਤੋਂ ਬੋਲਣ ਵਾਲੇ ਦੀਆਂ ਗੱਲਾਂ ਤਲਵਾਰ ਵਾਂਗੂ ਰਹਿੰਦੀਆਂ ਹਨ, ਪਰ ਬੁੱਧਵਾਨ ਦੀ ਜ਼ੁਬਾਨ ਚੰਗਾ ਕਰ ਦਿੰਦੀ ਹੈ। ਸੱਚੇ ਬੋਲ ਸਹੀ ਰਹਿਣਗੇ ਤੇ ਝੂਠੀ ਜੀਭ ਛਿਨ ਮਾਰ ਸਕਦੀ ਹੈ। ਬੁਰੀਆਂ ਜੁਗਤਾਂ ਕਰਨ ਵਾਲੇ ਦੇ ਮਨ ਵਿੱਚ
ਛਲ ਹੁੰਦਾ ਹੈ, ਸ਼ਾਂਤੀ ਦੇ ਸਲਾਮ ਵਾਲੇ ਆਨੰਦਪੂर्ण ਹੁੰਦਾ ਹੈ। ਧਰਮ ਵਿੱਚ ਕੋਈ ਬੁਰਾਈ ਨਹੀਂ ਪਵੇਗੀ, ਪਰ ਦੁਸ਼ਟ ਵਿਪਤਾ ਨਾਲ ਭਰੇ ਰਹਿੰਦੇ ਹਨ। ਝੂਠੇ ਬੁਝੇ ਵਾਲੇ ਖਿਡੌਣੇ ਹਨ, ਪਰ ਜੋ ਵਫਾਦਾਰੀ ਜਿਹੜੇ ਵਰਤੇ ਹਨ ਉਹ ਉਹਨਾਂ ਨੂੰ ਪਸੰਦ ਕਰਦਾ ਹੈ। ਸਿਆਣਾ ਆਦਮੀ ਗਿਆਨ ਨੂੰ ਲੁਕਾਏ ਰੱਖਦਾ ਹੈ, ਪਰ ਮੂਰਖ ਦਿਲ ਮੂਰਖਾਈ ਦੀ ਪਰਵਾਹ ਕਰਦਾ ਹੈ। ਉਦਮੀ ਦਾ ਹੱਥ ਹਾਕਮ ਕਰੇਗਾ, ਪਰ ਆਲਸੀ ਕਰ ਦੇਣ ਵਾਲਾ ਬਣੇਗਾ। ਅਤੇ ਮਨੁੱਖ ਦੇ ਦਿਲ ਵਿੱਚ ਚਿੰਤਾ ਉਹਨੂੰ ਲੁਕਾ ਦਿੰਦੀ ਹੈ, ਚੰਗਾ ਵਚਨ ਸੰਬੰਧਿਤ ਕਰਦਾ ਹੈ। ਧਰਮ ਆਪਣੇ ਗੁਆਂਢੀ ਨੂੰ ਰਾਹ ਦੱਸਦਾ, ਪਰ ਦੁਸ਼ਟ ਦੀ ਚਾਲ ਉਹਨੂੰ ਭੁਲਾ ਦਿੰਦੀ ਹੈ। ਆਲਸੀ ਮਨੁੱਖ ਸ਼ਿਕਾਰ ਕਰਕੇ ਉਹਨੂੰ ਭੁੰਦਾ ਵੀ ਨਹੀਂ, ਪਰ ਆਦਮੀ ਦਾ ਅਨਮੋਲ ਪਦਾਰਥ ਉਦਮੀ ਲਈ ਹੈ। ਧਰਮ ਦੇ ਰਾਹ ਵਿੱਚ ਜਿਉਣਾ ਹੈ ਤੇ ਉਹਦੇ ਪਹੇ ਵਿੱਚ ਮੂਲੋਂ ਮੌਤ ਨਹੀਂ। ਚੈਪਟਰ 13। ਬੁੱਧਵੰਤ ਆਪਣੇ ਪਿਓ ਦੀ ਸਿੱਖਿਆ ਸੁਣਦਾ ਹੈ, ਪਰ ਮਖੌਲੀਆਂ ਤਾੜ ਨੂੰ ਨਹੀਂ ਸੁਣਦਾ। ਮਨੁੱਖ ਆਪਣੇ ਮਨ ਦੇ ਫਾਲਤੂ ਭਲਾਈ ਨੂੰ ਤੇ ਪਰੰਤੂ ਛਲੇ ਦੀ ਜਾਨ ਜ਼ੁਲਮ ਨੂੰ ਖਾਵੇਗੀ। ਜੋ ਆਪਣੇ ਮੂੰਹ ਦੀ ਰਾਖੀ ਕਰਦਾ ਉਹ ਆਪਣੀ ਹੀ ਜਾਨ ਦੀ ਪਾਲਣਾ ਕਰਦਾ, ਜੋ ਆਪਣੇ ਬੁੱਲ੍ਹਾਂ ਨੂੰ ਕੱਢਦਾ ਉਹਦੇ ਲਈ ਉਹ ਬਰਬਾਦੀ ਹੋਵੇਗੀ। ਘੋਲੀਏ ਦਾ ਜੀਅ ਤਾਂ ਰੋਜ਼ਦਾ ਵੀ ਉਸਨੂੰ ਲੱਭਦਾ ਕੁਝ ਵੀ ਨਹੀਂ, ਪਰ ਉਹਦੀ ਉਦਮੀ ਦੀ ਜਾਨ ਮੁੱਟੀ ਜਾਵੇਗੀ। ਧਰਮ ਉਹ ਝੂਠ ਦੱਸੂ ਦਿੰਦੀ ਹੈ, ਪਰ ਦੁਸ਼ਟ ਸ਼ਰਮ ਤੇ ਖਜਲਪੁਣੇ ਤੇ ਚੱਲਦਾ। ਜਿਹੜਾ ਸਿੱਧੀ ਚਾਲ ਚੱਲਦਾ ਧਰਮ ਉਹਦੀ ਰੱਖਿਆ ਕਰਦਾ, ਪਰ ਦੁਸ਼ਟਪੁਣਾ ਪਾਪੀ ਨੂੰ ਉਲਟਾ ਦਿੰਦਾ। ਕੋਈ ਤਾਂ ਧਨੀ ਬਣਿਆ ਫਿਰਦਾ ਪਰ ਉਹਦੇ ਕੋਲ ਕੱਖ ਨਹੀਂ, ਅਤੇ ਕੋਈ ਕੰਗਾਲ ਬਣਿਆ ਫਿਰਦਾ ਪਰ ਉਹਦੇ ਕੋਲ ਬਹੁਤ ਕੁਛ ਹੈ। ਮਨੁੱਖ ਦੀ ਜਾਨ ਦੀ ਚੱਟੀ ਦਾ ਉਹਦਾ ਧਨ ਹੈ, ਪਰ ਨਿਰਧਨ ਧਮਕੀ ਨੂੰ ਸੁਣਦਾ ਹੀ ਨਹੀਂ। ਧਰਮੀ ਵੀ ਜੋਤ ਮੌਜ ਮਾਰਦੀ ਦੁਸ਼ਟ ਦਾ ਦੀਵਾ ਬੁਝਾਇਆ ਜਾਂਦਾ ਹੈ। ਹੰਕਾਰ ਨਾਲ ਝਗੜੇ ਹੁੰਦੇ ਹਨ, ਪਰ ਜਿਹੜੇ ਥਲਾਂ ਨੂੰ ਮੰਨਦੇ ਉਹਨਾਂ ਨਾਲ ਬੁੱਧ ਹੈ। ਐਵੇਂ ਕਿਵੇਂ ਧਨ ਘੱਟ ਜਾਵੇਗਾ, ਪਰ ਮਿਹਨਤ ਦਾ ਧਨ ਵੱਧ ਜਾਵੇਗਾ। ਤਾਂ ਆਸ ਦੀ ਢਿੱਲ ਦਿਲ ਨੂੰ ਮਾਰ ਕਰਦੀ ਤਾਂ ਉਸਦਾ ਪੂਰਾ ਹੋਣਾ ਜੀਵਨ ਦਾ ਵਿਸ਼ਾ ਹੈ। ਜਿਹੜਾ ਬਚਨ ਨੂੰ ਤੁੱਛ ਜਾਂਦਾ ਉਹ ਆਪਣਾ ਨਾਸ਼ ਕਰਦਾ, ਜਿਹੜਾ ਹੁਕਮ ਦਾ ਭੈ ਮੰਨਦਾ ਉਹਨੂੰ ਚੰਗਾ ਫਲ ਮਿਲਦਾ। ਬੁੱਧਵਾਨ ਦੀ ਸਮੇਂ ਜਿਉਣ ਦਾ ਸੋਚਦਾ ਹੈ, ਜੇ ਮੌਤ ਦੀ ਫਾਹੀ ਤੋਂ ਪਰੇ ਰਹਿਣ ਲਈ ਹੈ। ਸ਼ੁੱਧ ਬੁੱਧ ਦੇ ਕਾਰਨ ਮਿਹਨਤਾਂ ਹੁੰਦੀਆਂ ਹਨ ਅਤੇ ਛਲੇ ਦਾ ਰਾਹ ਪਿਖੜਾ ਹੁੰਦਾ ਹੈ, ਪਰ ਹਰ ਸਿਆਣਾ ਪੁਰਖ ਬੁੱਧ ਨਾਲ ਕੰਮ ਕਰਦਾ ਹੈ, ਪਰ ਮੂਰਖ ਆਪਣੀ ਮੂਰਖਤਾ ਨੂੰ ਭੁਲਾਉਂਦਾ ਰਹਿੰਦਾ ਹੈ। ਦੁਸ਼ਟ ਹਰ ਕਾਰਾ ਵਿਪਤਾ ਵਿੱਚ ਡੇਗ ਦਿੰਦਾ ਹੈ, ਪਰ ਮਾਤਰ ਇਲਸ ਚੰਗਾ ਕਰਦਾ। ਜਿਹੜਾ ਸਿੱਖਿਆ ਨੂੰ ਨਹੀਂ ਮੰਨਦਾ ਉਹ ਕੰਗਾਲ ਤੇ ਸ਼ਰਮਿੰਦਾ ਹੋਵੇਗਾ। ਜੋ ਤਾਜ ਪਰ ਚਿਤਰਾਉਂਦਾ ਉਹਦਾ ਆਦਰ ਹੋਵੇਗਾ, ਪਰ ਜਦ ਇੱਛਾ ਪੂਰੀ ਹੁੰਦੀ ਹੈ ਤਾਂ ਜੀਵ ਨੂੰ ਮਿੱਠਾ ਲੱਗਦਾ ਹੈ, ਪਰ ਬੁਰਾਈ ਨੂੰ ਛੱਡਣਾ ਮੂਰਖਾਂ ਨੂੰ ਬੁਰਾ ਲੱਗਦਾ ਹੈ। ਬੁੱਧਵਾਨ ਦਾ ਸੰਗੀ ਬੁੱਧਵਾਨ ਬਣ ਜਾਂਦਾ ਹੈ ਤੇ ਮੂਰਖਾਂ ਦੇ ਸਾਥੀ ਨੂੰ ਦੁੱਖ ਹੋਵੇਗਾ। ਵਿਪਤਾ ਪਾਪੀਆਂ ਦੇ ਪਿੱਛੇ ਪੈਂਦੀ ਹੈ, ਪਰ ਧਰਮੀਆਂ ਨੂੰ ਚੰਗਾ ਫਲ ਮਿਲੇਗਾ। ਭਲਾ ਪੁਰਸ਼ ਆਪਣੇ ਪੋਤਰਿਆਂ ਲਈ ਵੀ ਮਿਰਾਸ ਛੱਡ ਜਾਂਦਾ ਹੈ, ਪਰ ਪਾਪੀ ਦਾ ਮਾਲ ਧਰਮੀ ਲਈ ਜੋੜਦਾ ਹੈ। ਪਾਪੀ ਦਾ ਮਾਲ ਧਰਮੀ ਲਈ ਜੋੜਦਾ ਹੈ। ਨਿਰਧਨ ਦੀ ਪੈਲੀ ਵਿੱਚ ਢੇਰ ਸਾਰਾ ਆਹਾਰ ਪੈਦਾ ਹੁੰਦਾ ਹੈ, ਪਰ ਅਜਿਹਾ ਹੀ ਹੈ ਜੋ ਕੁੰਨਿਆਂ ਦੇ ਕਾਰਨ ਉੱਜੜ ਜਾਂਦਾ ਹੈ। ਜਿਹੜੇ ਪੁੱਤਰ ਉੱਤੇ ਸ਼ੁਸ਼ਕ ਨਹੀਂ ਚਲਾਉਂਦਾ ਉਹ ਉਸਦਾ ਵੈਰੀ ਹੈ। ਜਿਹੜਾ ਉਸ ਤਰ੍ਹਾਂ ਪਿਆਰ ਕਰਦਾ ਉਹ ਵੇਲੇ ਸਿਰ ਉਸਨੂੰ ਤਾੜਦਾ ਹੈ। ਧਰਮੀ ਦਾ ਰੱਜ ਕੇ ਖਾਂਦਾ, ਪਰ ਦੁਸ਼ਟਾਂ ਦਾ ਢਿੱਡ ਕਦੇ ਵੀ ਨਹੀਂ ਭਰਦਾ ਹੈ। ਬੁੱਧਵਾਨ ਤੀਵੀਂ ਦਾ ਆਪਣਾ ਘਰ ਬਣਾਉਂਦੀ ਹੈ, ਪਰ ਮੂਰਖਣੀ ਆਪਣੇ ਘਰ ਨੂੰ ਉੱਥੇ ਉਜਾੜ ਲੈਂਦੀ ਹੈ। ਜਿਹੜਾ ਸਿੱਧੀ ਚਾਲ ਚੱਲਦਾ ਹੈ ਉਹ ਯਹੋਵਾ ਦਾ ਭੈ ਨਹੀਂ ਮੰਨਦਾ, ਜਿਹੜਾ ਟੇਢੀ ਚਾਲ ਚੱਲਦਾ ਉਹ ਉਸਨੂੰ ਤੁੱਛ ਜਾਣਦਾ। ਚੈਪਟਰ 14। ਮੂਰਖ ਦੇ ਮੂੰਹ ਵਿੱਚ ਹੰਕਾਰ ਦੀ ਲਾਠੀ ਹੈ, ਪਰ ਬੁੱਧਵਾਨਾਂ ਦੇ ਬੁੱਲ ਉਹਦੀ ਰੱਖਿਆ ਕਰਦੇ ਹਨ। ਜਿਹੜੇ ਬਲਦ ਨਹੀਂ ਉੱਥੇ ਖੁਰਲੀ ਸੁਸਰੀ ਰਹਿੰਦੀ ਹੈ, ਪਰ ਬਲਦ ਦੇ ਨਾਲ ਅੰਨ ਬਾਲਾ ਪੈਦਾ ਹੁੰਦਾ ਹੈ। ਅਤੇ ਮਾਤਬਰ ਗਵਾ ਝੂਠ ਨਹੀਂ ਬੋਲਦਾ, ਪਰ ਝੂਠਾ ਗਵਾ ਝੂਠ ਹੀ ਮਾਰਦਾ। ਮਖੌਲੀਆ ਬੁੱਧ ਨੂੰ ਭਾਲਦਾ, ਪਰ ਉਸਨੂੰ ਨਹੀਂ ਲੱਭਦੀ, ਪਰੰਤੂ ਸਮਝ ਵਾਲੇ ਨੂੰ ਗਿਆਨ ਸਹੀ ਨਾਲ ਹੀ ਮਿਲ ਜਾਂਦਾ। ਮੂਰਖ ਤੋਂ ਦੂਰ ਹੋ ਜਾ, ਕਿਉਂਕਿ ਉਹਦੀ ਬੁੱਲਾਂ ਤੋਂ ਗਿਆਨ ਨਹੀਂ ਪਾਏਗਾ। ਸਿਆਣੇ ਦੀ ਬੁੱਧ ਤੋਂ ਆਪਣੇ ਰਾਹ ਨੂੰ ਸਮਝਣਾ, ਪਰ ਮੂਰਖਾਂ ਦੀ ਮੂਰਖਤਾ ਹੀ ਛਾਲ ਵਿੱਚ ਹੈ। ਮੂਰਖ ਪਾਪ ਕਰਕੇ ਹੱਸਦੇ ਹਨ, ਪਰ ਚਾਰਾਂ ਦੇ ਵਿਚਕਾਰ ਰਜ਼ਾਮੰਦੀ ਹੁੰਦੀ ਹੈ। ਮਨ ਆਪ ਹੀ ਆਪਣੀ ਕੁੜੱਤਨ ਜਾਣਦਾ ਹੈ। ਖੁਸ਼ੀ ਵਿੱਚ ਕੋਈ ਪਰਾਇਆ ਲੱਤ ਉਡਾ ਨਹੀਂ ਸਕਦਾ। ਦੁਸ਼ਟਾਂ ਦਾ ਘਰ ਉੱਜੜ ਜਾਵੇਗਾ, ਪਰ ਸੱਚਾਈ ਦਾ ਤੰਬੂ ਤੱਕ ਲਾਭਬੰਦ ਹੋਵੇਗਾ। ਅਜਿਹਾ ਰਾਹ ਨੀਚ ਮਨੁੱਖ ਨੂੰ ਸਿੱਧਾ ਜਾਪਦਾ ਹੈ, ਪਰ ਉਹਦੇ ਅੰਤ ਵਿੱਚ ਮੌਤ ਦੇ ਰਾਹ। ਹਾਸੇ ਵਿੱਚ ਵੀ ਚਿੱਤ ਉਦਾਸ ਰਹਿੰਦਾ ਹੈ ਤੇ ਆਨੰਦ ਦੇ ਅੰਤ ਵਿੱਚ ਸੁੱਕ ਹੁੰਦਾ ਹੈ। ਮਨੁੱਖ ਆਪਣੀ ਚਾਲ ਦਾ ਤੇ ਸਨਮੁਖ ਆਪਣੀ ਕੀਤੀ ਦਾ ਫਲ ਪਾਵੇਗਾ, ਪਰ ਹਰੇਕ ਜਿਹੜਾ ਸੱਚ ਨੂੰ ਮੰਨਦਾ ਸਿਆਣਾ ਵੇਖ ਭਾਲ ਕੇ ਚੱਲਦਾ। ਬੁੱਧਵਾਨ ਤਾਂ ਭੈ ਕਰਕੇ ਬੁਰਾਈ ਤੋਂ ਲਾਂਭੇ ਰਹਿੰਦਾ, ਪਰ ਮੂਰਖ ਢੀਠ ਹੋ ਕੇ ਰਹਿੰਦਾ। ਜਿਹੜਾ ਛੇਤੀ ਗੁੱਸੇ ਹੋ ਜਾਂਦਾ ਮੂਰਖਤਾ ਹੀ ਕਰਦਾ ਹੈ। ਜਿਹੜੇ ਬੁਰੇ ਮਤ ਕੌਣ ਵਾਲੇ ਨਾਲ ਵੈਰ ਕੀਤਾ ਜਾਂਦਾ ਹੈ। ਭੋਲੇ ਲੋਕਾਂ ਦੇ ਵੰਡੇ ਵਿੱਚ ਤਾਂ ਬੁਰਾਈ ਹੁੰਦੀ ਹੈ, ਮੂਰਖਤਾ ਹੀ ਹੁੰਦੀ ਹੈ, ਪਰ ਸਿਆਣਿਆਂ ਦੇ ਸਿਰ ਉੱਤੇ ਗਿਆਨ ਤੁਹਾਨੂੰ ਰੱਖਿਆ ਜਾਂਦਾ। ਭੈੜੇ ਭਲਿਆਂ ਦੇ ਅੱਗੇ ਨਹੀਂ ਆਉਂਦੇ ਹਨ,
ਅਤੇ ਦੁਸ਼ਟ ਧਰਮੀਆਂ ਦੇ ਫਾਟਕਾਂ ਦੇ ਅੱਗੇ ਕੰਗਾਲ ਆਪਣੇ ਗੁਆਂਢੀ ਦੇ ਲਈ ਇਕਨਾਉਣਾ। ਪਰ ਧੰਨਵਾਦ ਦੇ ਪ੍ਰੇਮੀ ਢੇਰ ਸਾਰੇ ਹੁੰਦੇ ਨੇ ਜਿਹੜਾ ਆਪਣੇ ਗੁਆਂਢੀ ਤੋਂ ਚਾਹੁੰਦਾ ਪਾਪ ਕਰਦਾ, ਜੋ ਮਸਕੀਨਾਂ ਦੀ ਤਰਸ ਖਾਂਦਾ ਹੈ। ਧਨ ਹੈ ਜਿਹੜੇ ਬੁਰੀਆਂ ਜੁਗਤਾਂ ਕੱਢਦੇ ਹਨ ਭਲਾ ਉਹ ਪੁੱਲ ਨਹੀਂ ਕਰਦੇ, ਜਿਹੜੇ ਭਲੀਆਂ ਜੁਗਤਾਂ ਕਰਦੇ ਉਹਨਾਂ ਨਾਲ ਦਇਆ ਤੇ ਸੱਚਾਈ ਹੁੰਦੀ ਹੈ। ਮਿਹਨਤ ਨਾਲ ਸਦਾ ਕੱਟੀ ਹੁੰਦੀ ਤੇ ਬੁੱਲਾਂ ਦੇ ਵਿੱਚ ਬਕਵਾਸ ਤਾਂ ਥੋੜੀ ਹੀ ਰਹਿੰਦੀ ਹੈ। ਬੁੱਧਵਾਨ ਦਾ ਧਨ ਦਾ ਮੁਕਟ ਹੈ ਪਰ ਮੂਰਖਾਂ ਦੀ ਲੜੀ ਮੁਫਤਾਈ ਹੈ। ਸੱਚਾ ਗਵਾਹ ਤਾਂ ਪ੍ਰਾਣਾਂ ਨੂੰ ਛੁਡਾ ਲੈਂਦਾ ਪਰ ਧੋਖੇਬਾਜ਼ ਕੂੜ ਮਾਰਦਾ। ਜੋ ਉਹਦੇ ਭੈ ਵਿੱਚ ਪੱਕਾ ਭਰੋਸਾ ਹੈ ਤੇ ਉਹ ਪੁੱਤਰਾਂ ਲਈ ਪਨਾਹ ਹੀ ਦਾ ਥਾਂ ਹੈ। ਜਿਵੇਂ ਭੈ ਜਿਉਂਦਾ ਸੁੱਤਾ ਹੈ ਤੇ ਮੌਤ ਦੀ ਫਾਈ ਤੋਂ ਉੱਪਰ ਰੱਖਦਾ ਹੈ। ਰਈਅਤ ਵਧਣ ਰਾਜੇ ਦੀ ਸ਼ਾਨ ਹੁੰਦੀ ਹੈ ਪਰ ਉਮਰ ਤੇ ਘੱਟ ਹੋਣ ਨਾਲ ਹਾਕਮ ਦੀ ਤਬਾਹੀ ਹੁੰਦੀ ਹੈ। ਜਿਹੜਾ ਛੇਤੀ ਕ੍ਰੋਧ ਨਹੀਂ ਕਰਦਾ ਉਹ ਵੱਡਾ ਸਮਝ ਵਾਲਾ ਹੈ ਪਰ ਸੱਚੀ ਤਬੀਅਤ ਵਾਲਾ ਮੂਰਖਤਾ ਨੂੰ ਉੱਚਾ ਕਰਦਾ ਹੈ। ਸ਼ਾਂਤ ਮਨ ਸਰੀਰ ਦਾ ਜੋੜ ਹੈ ਪਰ ਖੂਨ ਸਾਡੀਆਂ ਸੜ ਹੈ। ਜਿਹੜਾ ਗਰੀਬ ਉੱਤੇ ਨਿਰ ਕਰਦਾ ਉਹ ਆਪਣੇ ਕਰਤਾ ਨੂੰ ਲਾਂਭਾ ਦਿੰਦਾ ਪਰ ਜਿਹੜਾ ਕੰਗਾਲ ਉੱਤੇ ਦਇਆ ਕਰਦਾ ਉਹਦੀ ਮਹਿਮਾ ਕਰਦਾ। ਦੁਸ਼ਟ ਆਪਣੀ ਬੁਰਾਈ ਨਾਲ ਢਹਿ ਲੈਂਦਾ ਪਰ ਧਰਮੀ ਆਪਣੀ ਮੌਤ ਵਿੱਚ ਵੀ ਪਨਾਹ ਪਾਉਂਦਾ। ਸਮਝ ਵਾਲੇ ਦੇ ਮਨ ਵਿੱਚ ਬੁੱਧ ਵਾਸ ਕਰਦੀ ਤਰ੍ਹਾਂ ਮੂਰਖ ਦੇ ਅੰਦਰ ਜੋ ਕੁਝ ਹੈ ਉਸ ਪ੍ਰਗਟ ਹੋ ਜਾਂਦਾ ਹੈ। ਧਰਮ ਕੌਮ ਦੀ ਉੱਨਤੀ ਕਰਦਾ ਪਰ ਪਾਪ ਉਮਤਾਂ ਲਈ ਪਾਪ ਦੇ ਉਮਤਾਂ ਲਈ ਭਲਾ। ਬੁੱਧ ਦੇ ਨੌਕਰ ਤੋਂ ਬਾਦਸ਼ਾਹ ਪ੍ਰਸੰਨ ਰਹਿੰਦਾ ਹੈ ਤੇ ਲਜੇਵਾਨ ਕਰਨ ਵਾਲੇ ਤੋਂ ਉਹਦੀ ਕਰੋਪੀ ਹੁੰਦੀ ਹੈ। ਚੈਪਟਰ 15 ਨਰਮ ਜਵਾਬ ਗੁੱਸੇ ਨੂੰ ਵੀ ਠੰਡਾ ਕਰ ਦਿੰਦਾ ਪਰ ਕਠੋਰ ਬੋਲ ਕ੍ਰੋਧ ਨੂੰ ਭੜਕਾਉਂਦਾ ਹੈ। ਬੁੱਧਵਾਨ ਦੀ ਜੀਭ ਗਿਆਨ ਦਾ ਠੀਕ ਵਿਖਾਣ ਕਰਦੀ ਹੈ। ਮੂਰਖਾਂ ਦੇ ਮੂੰਹ ਬਸ ਮੂਰਖਤਾ ਹੀ ਨਿਕਲਦੀ ਹੈ। ਜੋ ਵਧੀਆ ਅੱਖਾਂ ਸਦਨੀ ਪਾਸੇ ਲੱਗੀਆਂ ਹੋਈਆਂ ਰਹਿੰਦੀਆਂ ਹਨ ਭਲੇ ਬੁਰੇ ਦੋਵਾਂ ਨੂੰ ਤੱਕਦੇ ਹਨ। ਸੇਧ ਦੇਣ ਵਾਲਾ ਰਸਮ ਜਵਾਨ ਦਾ ਫਲ ਹੈ। ਉਹਦੇ ਵਿੱਚ ਆਕੀ ਗੁਨਾਹ ਆਤਮਾ ਦਾ ਤੋੜਨਾ ਹੈ। ਮੂਰਖ ਆਪਣੇ ਪਿਓ ਦੀ ਸਿੱਖਿਆ ਨੂੰ ਜਾਣਦਾ ਹੈ ਪਰ ਜਿਹੜਾ ਤਾੜ ਨੂੰ ਮੰਨਦਾ ਸਿਆਣਾ ਹੈ। ਧਰਮ ਦੇ ਘਰ ਵਿੱਚ ਵੱਡਾ ਧਨ ਹੈ। ਦੁਸ਼ਟੀ ਖੱਟੀ ਨਾਲ ਕਸ਼ਟ ਹੁੰਦਾ ਹੈ। ਬੁੱਧਵਾਨ ਦੇ ਬੋਲ ਗਿਆਨ ਨੂੰ ਖਿਲਾਰਦੇ ਹਨ। ਮੂਰਖਾਂ ਦਾ ਮਨ ਇਉਂ ਨਹੀਂ ਕਰਦਾ। ਦੁਸ਼ਟੀ ਭੇਟ ਤੋਂ ਜੀਵਨ ਨੂੰ ਕਿਰਨਾਉਂਦੀ ਹੈ ਤੇ ਸੁਚਾਰਿਆਂ ਦੀ ਪ੍ਰਾਰਥਨਾ ਤੋਂ ਪ੍ਰਸੰਨ ਹੁੰਦਾ ਹੈ। ਦੁਸ਼ਟੀ ਚਾਲ ਤੋਂ ਜੋ ਉਹਨੂੰ ਕਿਰਨ ਹੁੰਦੀ ਹੈ ਪਰ ਪਿੱਛਾ ਕਰਨ ਵਾਲਿਆਂ ਦਾ ਧਰਮ ਦਾ ਪਿੱਛਾ ਕਰਨ ਵਾਲੇ ਉਹਦੇ ਨਾਲ ਪ੍ਰੇਮ ਰੱਖਦਾ ਹੈ। ਇਹਦਾ ਰਾਹ ਨੂੰ ਤਿਆਗ ਦਿੰਦਾ ਉਹ ਸਖਤ ਤਾੜ ਨੂੰ ਮਿਲਦੀ ਹੈ ਪਰ ਸਮਝੌਤੇ ਨੂੰ ਬੁਰਾ ਜਾਣਨ ਵਾਲਾ ਮਰੇਗਾ। ਪਤਾਲ ਸੇ ਵਿਨਾਸ਼ ਲੋਕ ਜੋ ਉਹਦੇ ਅੱਗੇ ਖੁੱਲੀ ਪਿਆਰ ਭਲਾ ਆਤਮਵੰਸ਼ੀਆਂ ਦੇ ਮਨ ਕੀ ਕਰਨਾ ਹੋਣਗੇ। ਉਹ ਕੋਲੇ ਤਾੜ ਨੂੰ ਪਸੰਦ ਨਹੀਂ ਕਰਦਾ ਨਾ ਵੀ ਬੁੱਧਵਾਨ ਖੁੱਲ ਜਾਂਦਾ ਹੈ। ਮਨ ਨਾਲ ਹੋਵੇ ਤਾਂ ਮਨੁੱਖ ਉੱਤੇ ਵੀ ਖੁਸ਼ੀ ਹੁੰਦੀ ਹੈ ਪਰ ਮਨੁੱਖ ਦੇ ਮਸੂਦ ਨਾਲ ਆਤਮਾ ਨਿਰਾਸ਼ ਹੁੰਦਾ ਹੈ। ਸਮਝਣ ਵਾਲੇ ਦਾ ਮਨ ਗਿਆਨ ਤੱਕ ਦੀ ਖੋਜ ਕਰਦਾ ਹੈ ਪਰ ਮੂਰਖ ਦਾ ਮੂਰਖਤਾ ਹੀ ਚੱਲਦਾ ਹੈ। ਮਸਕੀਨ ਦੇ ਸਭੇ ਦਿਨ ਬੁਰੇ ਹੁੰਦੇ ਹਨ ਪਰ ਚੰਗੇ ਦਿਲ ਵਾਲਾ ਸਦਾ ਦਾਵਤਾਂ ਰਹਿੰਦਾ ਹੈ। ਥੋੜਾ ਜਿਹਾ ਜ਼ਿੰਮੇਵਾਰੀ ਦਾ ਭੈਣ ਹੋਵੇ ਉਸ ਵੱਡੇ ਖਜ਼ਾਨੇ ਨਾਲ ਚੰਗਾ ਜਿਹਦੇ ਵਿੱਚ ਘਬਰਾਹਟ ਹੋਵੇ। ਸਾਗ ਪੱਦਾ ਖਾਣਾ ਜਿੱਥੇ ਪ੍ਰੇਮ ਪਲੀ ਨਾਲ ਨਾਲੋਂ ਜਿੱਥੇ ਵੈਰ ਹੈ ਚੰਗਾ। ਕ੍ਰੋਧ ਛਿੜਕਾ ਨਹੀਂ ਚਾਹੀਦਾ ਪਰ ਜਿਹੜਾ ਗੁੱਸੇ ਵਿੱਚ ਮਾਂ ਝਗੜੇ ਨੂੰ ਮਟਾਉਂਦਾ। ਆਲਸੀ ਦੀ ਜੀਵ ਕੰਡਿਆਂ ਦਾ ਵਾੜ ਜਿਹਾ ਹੈ ਪਰ ਸੱਚਾਈ ਦਾ ਮਾਰਗ ਸ਼ਾਹ ਰਾਹ ਹੈ। ਬੁੱਧਵਾਨ ਪੁੱਤਰ ਆਪਣੇ ਪਿਓ ਨੂੰ ਨਮਨ ਕਰਦਾ ਪਰ ਮੂਰਖ ਆਪਣੇ ਮਨ ਵਿੱਚ ਸਮਝਦਾ। ਨਿਰਬੁੱਧ ਮੂਰਖਤਾ ਤੋਂ ਨਾਮ ਹੁੰਦਾ ਤੇ ਸਮਝ ਵਾਲਾ ਸਮਝ ਵਾਲਾ ਪੁਰਸ਼ ਦੀ ਚਾਲ ਚੱਲਦਾ ਹੈ। ਜੇ ਸਲਾਹ ਨਾ ਮਿਲੇ ਤਾਂ ਪ੍ਰੋਗਰਾਮ ਰੁਕ ਜਾਂਦੇ ਹਨ ਪਰ ਜੇ ਸਲਾਹ ਦੇਣ ਵਾਲੇ ਬਹੁਤੇ ਹੋਣ ਤਾਂ ਫਿਰ ਕਾਇਮ ਹੋ ਜਾਂਦੇ ਹਨ। ਮਨੁੱਖ ਆਪਣੇ ਮੂੰਹ ਦੇ ਉੱਤੇ ਪ੍ਰਸੰਨ ਹੁੰਦਾ। ਜਿਹੜਾ ਵਚਨ ਵੇਲੇ ਸਿਰ ਕਹੀਦਾ ਹੈ ਉਹ ਕਿਹੋ ਜਿਹਾ ਲੱਗਦਾ ਹੈ। ਸਿਆਣੇ ਦੇ ਲਈ ਜਿਉਣ ਦਾ ਰਾਹ ਉਤਾਂਹ ਹੋ ਜਾਂਦਾ ਹੈ। ਅਜੇ ਪਤਾਲ ਦੇ ਹੇਠੋਂ ਪਰੇ ਰਹੇ ਹੰਕਾਰੀਆਂ ਦੇ ਘਰ ਨੂੰ ਜੋ ਢਾ ਦਿੰਦਾ ਹੈ ਪਰ ਵਿਧਵਾ ਦੇ ਬੰਨਿਆਂ ਨੂੰ ਕਾਇਮ ਰੱਖਦਾ ਹੈ। ਬੁਰਾਰ ਦੇ ਖਿਆਲ ਜੋ ਨੂੰ ਘੜਾਉਣ ਲੱਗਦੇ ਹਨ ਪਰ ਸੁਭ ਬਚਨ ਸੁਧਨ ਨਫੇ ਦਾ ਲੋਭੀ ਆਪਣੇ ਹੀ ਟੱਬਰ ਨੂੰ ਦੁੱਖ ਦਿੰਦਾ ਹੈ ਪਰ ਜਿਹੜਾ ਵੱਡੀ ਤੋਂ ਕਿਰਨਾ ਕਰਦਾ ਉਹ ਜਿਉਂਦਾ ਰਹੇਗਾ। ਧਰਮ ਦਾ ਮਨ ਸੋਚ ਕੇ ਉਕਰਾ ਦਿੰਦਾ ਪਰ ਦੁਸ਼ਟਾਂ ਦੇ ਮਨ ਬੁਰੀਆਂ ਗੱਪਾਂ ਉਛਲਦੇ ਹਨ। ਦੁਸ਼ਟਾਂ ਕੋਲ ਜੋ ਦੂਰ ਹੈ ਤੇ ਉਹ ਧਰਮ ਦੀ ਪ੍ਰਾਰਥਨਾ ਸੁਣਦਾ। ਅੱਖਾਂ ਦਾ ਚਾਨਣ ਦਿਲ ਨੂੰ ਖੁਸ਼ ਕਰਦਾ ਤੇ ਚੰਗੀ ਖਬਰ ਦੀਆਂ ਖਬਰਾਂ ਨੂੰ ਪੁਸ਼ਟ ਕਰਦੀ ਹੈ। ਜਿਹੜਾ ਜੀਵਨ ਦਾ ਇੱਕ ਤਾੜ ਨੂੰ ਕੰਨ ਲਾ ਕੇ ਸੁਣਦਾ ਹੈ ਬੁੱਧਵਾਨ ਦੇ ਵਿਚਕਾਰ ਵਸੇਗਾ। ਸਿੱਖਿਆ ਨੂੰ ਰੱਦ ਕਰਨ ਵਾਲਾ ਆਪਣੀ ਜਾਨ ਤੋਂ ਜਾਂਦਾ ਪਰ ਜੋ ਤਾੜ ਕਰਨ ਵਾਲਾ ਵੱਲ ਕੰਨ ਲਾਉਂਦਾ ਹੈ ਉਹ ਸਮਝ ਪ੍ਰਾਪਤ ਕਰਦਾ ਹੈ। ਜੋ ਉਹਦਾ ਪੈਰ ਬੁੱਧ ਦੀ ਮੂਰਖਤਾ ਹੈ। ਜੋ ਉਹਦਾ ਪੈਰ ਬੁੱਧਵਾਨ ਦੀ ਸਿੱਖਿਆ ਹੈ ਅਤੇ ਮਿਹਨਤ ਤੋਂ ਪਹਿਲਾਂ ਅਧੀਨਗੀ ਹੁੰਦੀ ਹੈ। ਚੈਪਟਰ 16
ਜੀਵਨ ਦਾ ਰਵੱਈਆ। ਮਨ ਦੀਆਂ ਜੁਗਤਾਂ ਤਾਂ ਆਦਮੀ ਦੇ ਵੱਸ ਵਿੱਚ ਹਨ, ਪਰ ਜ਼ੁਬਾਨੋਂ ਉੱਤਰ ਯਹੋਵਾ ਵੱਲੋਂ ਆਉਂਦਾ ਹੈ। ਆਦਮੀ ਦੀ ਸਾਰੀ ਚਾਲ ਉਹਦੀ ਨਿਗਾਹ ਵਿੱਚ ਤਾਂ ਸ਼ੁੱਧ ਹੈ, ਪਰ ਯਹੋਵਾ ਰੂਹਾਂ ਨੂੰ ਜਾਣਦਾ ਹੈ। ਉਹ ਆਪਣੇ ਕੰਮਾਂ ਨੂੰ ਯਹੋਵਾ ਦੇ ਉੱਤੇ ਛੱਡ ਦੇ ਤਾਂ ਤੇਰੇ ਮਨੋਰਥ ਫਿਰ ਪੂਰੇ ਹੋਣਗੇ। ਯਹੋਵਾ ਨੇ ਸਾਰੀਆਂ ਵਸਤਾਂ ਖਾਸ ਪ੍ਰਯੋਜਨ ਲਈ ਬਣਾਈਆਂ ਹਨ। ਹਾਂ, ਦੁਸ਼ਟ ਨੂੰ ਵੀ ਵਿਪਤਾ ਦੇ ਦਿਨਾਂ ਲਈ। ਹਰੇਕ ਜਿਹਦੇ ਮਨ ਵਿੱਚ ਹੰਕਾਰ ਹੈ, ਉਸ ਤੋਂ ਯਹੋਵਾ ਨੂੰ ਘਿਰਣਾ ਆਉਂਦੀ ਹੈ। ਪੱਕ ਮੰਨੋ, ਉਹ ਬਿਨਾਂ ਡਰਨ ਤੇ ਨਹੀਂ ਛੁੱਟੇਗਾ। ਦਇਆ ਅਤੇ ਸੱਚਾਈ ਨਾਲ ਕੁਧਰਮ ਢੱਠਿਆ ਜਾਂਦਾ ਹੈ। ਯਹੋਵਾ ਦਾ ਭੈ ਮੰਨਣ ਕਰਕੇ ਲੋਕ ਬੁਰਾਈ ਤੋਂ ਪਰੇ ਰਹਿੰਦੇ ਹਨ। ਜਦ ਕਿਸੇ ਦੀ ਚਾਲ ਯਹੋਵਾ ਨੂੰ ਭਾਉਂਦੀ ਹੈ ਤਾਂ ਉਹਦੇ ਵੈਰੀਆਂ ਨੂੰ ਵੀ ਉਹਦੇ ਨਾਲ ਮੇਲ ਕਰਾ ਦਿੰਦਾ ਹੈ। ਧਰਮ ਨਾਲ ਥੋੜ੍ਹਾ ਜਿਹਾ ਪਰ ਪੁਨਿਆਉਂ ਦੀ ਵੱਡੀ ਆਮਦੀ ਨਾਲੋਂ ਚੰਗਾ ਹੈ। ਆਦਮੀ ਦਾ ਮਨ ਉਸ ਦਾ ਰਾਹ ਠਹਿਰਾਉਂਦਾ ਹੈ, ਪਰ ਯਹੋਵਾ ਉਹਦੇ ਪੈਰਾਂ ਦੀ ਅਗਵਾਈ ਕਰਦਾ ਹੈ। ਪਾਤਸ਼ਾਹ ਦੇ ਬੁੱਲਾਂ ਤੋਂ ਸਵਰਗੀ ਬਚਨ ਨਿਕਲਦਾ ਹੈ, ਨਿਆਂ ਵਿੱਚ ਉਹਦਾ ਮੂੰਹ ਭੁੱਲ ਨਹੀਂ ਕਰਦਾ। ਸੱਚੀ ਤੱਕੜੀ ਦੇ ਪਲੜੇ ਯਹੋਵਾ ਦੇ ਹਨ, ਗੁੱਥਲੀ ਦੇ ਸਾਰੇ ਵੱਟੇ ਉਸੇ ਦਾ ਕੰਮ ਹਨ। ਬੁਰਾਈ ਕਰਨੀ ਪਾਤਸ਼ਾਹਾਂ ਲਈ ਘਿਨਾਉਣੀ ਹੈ, ਕਿਉਂ ਜੋ ਉਹਨਾਂ ਦੀ ਗੱਦੀ ਦਾ ਧਰਮ ਉਹਨਾਂ ਨਾਲ ਹੀ ਟਿਕਾਊ ਹੁੰਦਾ ਹੈ। ਧਰਮੀ ਬੁੱਲਾਂ ਤੋਂ ਪਾਤਸ਼ਾਹ ਆਨੰਦ ਪ੍ਰਸੰਨ ਹੁੰਦੇ ਹਨ। ਅੰਤ ਜਿਹੜਾ ਸਿੱਧੀ ਗੱਲ ਕਰਦਾ ਹੈ, ਉਹਦੇ ਨਾਲ ਉਹ ਪ੍ਰੇਮ ਰੱਖਦਾ ਹੈ। ਪਾਤਸ਼ਾਹ ਦਾ ਗੁੱਸਾ ਮੌਤ ਦੇ ਦੂਤਾਂ ਵਰਗਾ ਹੈ, ਪਰ ਬੁੱਧਵਾਨ ਇਨਸਾਨ ਉਸ ਨੂੰ ਠੰਡਿਆ ਕਰਦਾ ਹੈ। ਪਾਤਸ਼ਾਹ ਦੇ ਮੁਖ ਦੇ ਚਾਨਣ ਵਿੱਚ ਜਿਉਣ ਹੈ, ਅਤੇ ਉਸ ਦੀ ਕਿਰਪਾ ਬਰਸਾਤ ਦੇ ਛੇਕੜ ਦੀ ਬਦਲੀ ਵਰਗੀ ਹੁੰਦੀ ਹੈ। ਬੁੱਧ ਦੀ ਪ੍ਰਾਪਤੀ ਨਾਲੋਂ ਕਿੰਨੀ ਵਧੇਕ ਚੰਗੀ ਹੈ ਉਹ। ਚਾਂਦੀ ਨਾਲੋਂ ਸਮਝ ਦਾ ਪ੍ਰਾਪਤ ਕਰਨਾ ਚੁਣਨਾ ਚਾਹੀਦਾ ਹੈ। ਬੁਰਾਈ ਤੋਂ ਲਾਂਭੇ ਰਹਿਣਾ ਸੱਚਿਆਰਾਂ ਦਾ ਸ਼ਾਹ ਰਾਹ ਹੈ। ਜਿਹੜਾ ਆਪਣੀ ਚਾਲ ਦੀ ਚੌਕਸੀ ਕਰਦਾ ਹੈ, ਉਹ ਆਪਣੀ ਜਾਨ ਨੂੰ ਬਚਾਉਂਦਾ ਹੈ। ਨਾਸ਼ ਤੋਂ ਪਹਿਲਾਂ ਹੰਕਾਰ ਤੇ ਡਿੱਗਣ ਤੋਂ ਪਹਿਲਾਂ ਘੁਮੰਡੀ ਰੂਹ ਹੁੰਦੀ ਹੈ। ਘੁਮੰਡੀਆਂ ਨਾਲ ਲੁੱਟ ਦਾ ਮਾਲ ਵੰਡਣ ਨਾਲੋਂ ਮਸਕੀਨਾਂ ਦੇ ਸੰਗ ਅੱਜਾ ਹੋ ਕੇ ਜਿਉਣਾ ਰਹਿਣਾ ਚੰਗਾ ਹੈ। ਜਿਹੜਾ ਵਚਨ ਉੱਤੇ ਚਿੱਤ ਲਾਉਂਦਾ ਹੈ, ਉਹ ਰੂਹ ਦਾ ਭਲਾ ਹੋਵੇਗਾ। ਜਿਹੜਾ ਯਹੋਵਾ ਦੇ ਉੱਤੇ ਭਰੋਸਾ ਰੱਖਦਾ ਹੈ, ਧਨ ਹੈ। ਜਿਹੜਾ ਬੁੱਧਵਾਨ ਹੈ, ਉਹ ਵਿਵੇਕੀ ਕਹਿਲਾਉਂਦਾ ਹੈ, ਅਤੇ ਮਿੱਠੇ ਬੋਲਣ ਨਾਲ ਕਾਇਲ ਕਰਨ ਦੀ ਸ਼ਕਤੀ ਵੱਧ ਜਾਂਦੀ ਹੈ। ਬੁੱਧਵਾਨ ਦੇ ਲਈ ਬੁੱਧ ਜਿਉਣ ਦਾ ਇੱਕ ਸੋਤਾ ਹੈ, ਪਰ ਮੂਰਖਾਂ ਲਈ ਸਿੱਖਿਆ ਮੂਰਖਤਾ ਹੀ ਹੈ। ਬੁੱਧਵਾਨ ਦਾ ਮਨ ਉਹਦੇ ਮੂੰਹ ਨੂੰ ਸਿਖਾਉਂਦਾ ਹੈ, ਅਤੇ ਉਹਦੇ ਬੁੱਲਾਂ ਨੂੰ ਗਿਆਨ ਦਿੰਦਾ ਹੈ। ਸ਼ੁਭ ਵਚਨ ਮਖੀਰ ਦੀ ਛੱਲੀ ਵਾਂਗੂ ਹਨ, ਉਹ ਜੀਅ ਨੂੰ ਮਿੱਠੇ ਲੱਗਦੇ ਹਨ ਤੇ ਹੱਡੀਆਂ ਨੂੰ ਸੇਧ ਦਿੰਦੇ ਹਨ। ਇੱਕ ਅਜਿਹਾ ਰਾਹ ਹੈ ਜੋ ਆਦਮੀ ਨੂੰ ਸਿੱਧਾ ਲੱਗਦਾ ਹੈ, ਪਰ ਉਹਦੇ ਅੰਤ ਵਿੱਚ ਮੌਤ ਦਾ ਰਾਹ ਹੈ। ਮਜ਼ਦੂਰ ਦੀ ਭੁੱਖ ਉਸ ਤੋਂ ਮਜ਼ਦੂਰੀ ਕਰਵਾਉਂਦੀ ਹੈ, ਉਹਦਾ ਮੂੰਹ ਜੋ ਉਸ ਨੂੰ ਉਭਾਰਦਾ ਹੈ। ਨਿਕੰਮਾ ਆਦਮੀ ਬੁਰਾਈ ਨੂੰ ਪੁੱਟਦਾ ਹੈ, ਤੇ ਉਹਦੇ ਬੁੱਲਾਂ ਵਿੱਚ ਜਾਣੇ ਸਾੜਨ ਵਾਲੀ ਅੱਗ ਹੁੰਦੀ ਹੈ। ਟੇਢਾ ਆਦਮੀ ਝਗੜੇ ਚੁੱਕਦਾ ਹੈ, ਤੇ ਚੁਗਲੀ ਕਰਨ ਵਾਲਾ ਜਾਨੀ ਦੋਸਤਾਂ ਵਿੱਚ ਫੁੱਟ ਪਾ ਦਿੰਦਾ ਹੈ। ਅਨੇਰ ਕਰਨ ਵਾਲਾ ਆਪਣੇ ਗੁਆਂਢੀ ਨੂੰ ਫੁਸਲਾ ਕੇ ਭੈੜੇ ਰਾਹ ਪਾ ਦਿੰਦਾ ਹੈ। ਅੱਖੀਆਂ ਮਟਕਾਉਣ ਵਾਲਾ ਟੇਢੇ ਕੰਮ ਸੋਚਦਾ ਹੈ। ਬੁੱਲ ਕੁੱਟਣ ਵਾਲਾ ਬੁਰਾਈ ਕਰ ਛੱਡਦਾ ਹੈ। ਧੌਲਾ ਸਿਰ ਸਜਾਵਟ ਦਾ ਮੁਕਟ ਹੈ, ਉਹ ਧਰਮ ਦੇ ਮਾਰਗ ਤੋਂ ਹੀ ਪ੍ਰਾਪਤ ਹੁੰਦਾ ਹੈ। ਜਿਹੜਾ ਕ੍ਰੋਧ ਵਿੱਚ ਧੀਮਾ ਹੈ, ਉਹ ਸੂਰਬੀਰ ਨਾਲੋਂ, ਜਿਹੜਾ ਰੂਹ ਨੂੰ ਵਸ ਕਰ ਵਿੱਚ ਰੱਖਣ ਵਾਲਾ ਹੈ, ਉਹ ਸ਼ਹਿਰ ਦੇ ਜਿੱਤਣ ਵਾਲੇ ਨਾਲੋਂ ਵੀ ਚੰਗਾ ਹੈ। ਬੁੱਕਲ ਵਿੱਚ ਗੁਣੇ ਪਾਏ ਜਾਂਦੇ ਹਨ, ਪਰ ਫੈਸਲਾ ਯਹੋਵਾ ਵੱਲੋਂ ਹੀ ਹੁੰਦਾ ਹੈ। ਚੈਨ ਨਾਲ ਰੁੱਖੀ ਮਿੱਸੀ ਇਹਦੇ ਨਾਲੋਂ ਚੰਗੀ ਹੈ ਕਿ ਘਰ ਵਿੱਚ ਬਹੁਤ ਪਦਾਰਥ ਹੋਣ ਪਰ ਝਗੜਾ ਹੋਵੇ। ਸਿਆਣਾ ਟਹਿਲੂਆ ਖੱਜਲ ਕਰਨ ਵਾਲੇ ਪੁੱਤਰ ਉੱਤੇ ਹੁਕਮ ਚਲਾਵੇਗਾ, ਅਤੇ ਭਰਾਵਾਂ ਵਿੱਚ ਵੰਡ ਦਾ ਹਿੱਸਾ ਪਾਵੇਗਾ। ਚਾਂਦੀ ਲਈ ਕੁਠਾਲੀ ਅਤੇ ਸੋਨੇ ਲਈ ਭੱਠੀ ਹੈ, ਪਰ ਮਨ ਦਾ ਪਰਖਣ ਵਾਲਾ ਯਹੋਵਾ ਹੈ। ਕੁਕਰਮੀ ਖੋਟੇ ਬੁੱਲਾਂ ਵੱਲ ਧਿਆਨ ਦਿੰਦਾ ਹੈ, ਤੇ ਝੂਠਾ ਸ਼ਰਾਰਤੀ ਜ਼ੁਬਾਨ ਵੱਲ ਕੰਨ ਲਾਉਂਦਾ ਹੈ। ਜਿਹੜਾ ਦੇਣ ਨੂੰ ਠੱਠਾ ਮਾਰਦਾ ਹੈ, ਉਹਦੇ ਕਰਤਾ ਨੂੰ ਉਲਾਂਭਾ ਦਿੰਦਾ ਹੈ। ਜੋ ਵਿਪਤਾ ਤੋਂ ਖੁਸ਼ ਹੁੰਦਾ ਹੈ, ਉਹ ਡੰਨ ਤੋਂ ਬਿਨਾਂ ਨਾ ਛੁੱਟੇਗਾ। ਪੋਤੇ ਬੁੱਢਿਆਂ ਦਾ ਮੁਕਟ ਹਨ, ਅਤੇ ਪੁੱਤਾਂ ਦੀ ਸ਼ੋਭਾ ਉਹਨਾਂ ਦੇ ਪਿਓ ਹਨ। ਜਦ ਮਿੱਠਾ ਬੋਲ ਮੂਰਖ ਨੂੰ ਨਹੀਂ ਫੱਬਦਾ, ਤਾਂ ਪਤਵੰਤ ਨੂੰ ਝੂਠੇ ਬੁੱਲ ਕਿਵੇਂ ਫੱਬਣਗੇ। ਵੱਡੀ ਉਹਦੇ ਦੇਣ ਵਾਲੇ ਦੀਆਂ ਅੱਖਾਂ ਵਿੱਚ ਬਹੁਮੁੱਲਾ ਰਤਨ ਹੋਵੇ। ਜਿੱਧਰ ਉਹ ਮੂੰਹ ਕਰਦਾ ਉਹ ਸਫਲ ਹੁੰਦਾ ਹੈ, ਪਰ ਜਿਹੜਾ ਅਪਰਾਧ ਨੂੰ ਢੱਕ ਲੈਂਦਾ ਹੈ, ਉਹ ਪ੍ਰੇਮ ਨੂੰ ਭਾਲਦਾ ਹੈ। ਪਰ ਜੋ ਕਿਸੇ ਗੱਲ ਨੂੰ ਬਾਰੰਬਾਰ ਛੇੜਦਾ ਹੈ, ਉਹ ਜਾਨੀ ਮਿੱਤਰਾਂ ਵਿੱਚ ਫੁੱਟ ਪਾ ਦਿੰਦਾ ਹੈ। ਸਮਝ ਵਾਲੇ ਤੇ ਇੱਕ ਤਾੜ ਤੇ ਮੂਰਖ ਉੱਤੇ 100 ਕੋਰੜਿਆਂ ਦੀ ਮਾਰ ਨਾਲੋਂ ਵੀ ਬਹੁਤਾ ਅਸਰ ਕਰਦੀ ਹੈ। ਭੈੜਾ ਆਦਮੀ ਬਸ ਆਕੀਪੁਣਾ ਹੀ ਕਰਨਾ ਚਾਹੁੰਦਾ ਹੈ, ਸੋ ਇੱਕ ਜ਼ਾਲਮ ਹਰਕਾਰਾ ਉਹਦੇ ਵਿਰੁੱਧ ਘੱਲਿਆ ਜਾਵੇਗਾ। ਰਿਛਣੀ ਜਿਹਦੇ ਬੱਚੇ ਖੁੱਸ ਗਏ ਹੋਣ ਆਦਮੀ ਨੂੰ ਟੱਕਰੇ, ਪਰ ਨਾ ਕਿ ਮੂਰਖ ਆਪਣੀ ਮੂਰਖਤਾਈ ਵਿੱਚ। ਜਿਹੜਾ ਭਲਾਈ ਦੇ ਵੱਟੇ ਬੁਰਾਈ ਕਰਦਾ ਹੈ,
ਉਹਦੇ ਘਰੋਂ ਬੁਰਾਈ ਕਦੇ ਨਾ ਹਟੇਗੀ। ਝਗੜੇ ਦਾ ਮੁੱਢ ਪਾਣੀ ਦੇ ਵਹਾਅ ਵਰਗਾ ਹੈ, ਇਸ ਲਈ ਝਗੜਾ ਛਿੜਨ ਤੋਂ ਪਹਿਲਾਂ ਉਹਨੂੰ ਛੱਡ ਦੇ। ਜਿਹੜਾ ਦੁਸ਼ਟ ਨੂੰ ਧਰਮੀ ਠਹਿਰਾਉਂਦਾ ਹੈ ਅਤੇ ਧਰਮੀ ਉੱਤੇ ਜਿਹੜਾ ਦੋਸ਼ ਲਾਉਂਦਾ ਹੈ, ਯਹੋਵਾ ਉਹਨਾਂ ਦੋਨੋਂ। ਮੂਰਖ ਦੇ ਹੱਥ ਵਿੱਚ ਅਕਲ ਨੂੰ ਮੁੱਲ ਲੈਣ ਲਈ ਪੈਸਾ ਕਿਉਂ ਹੋਵੇ ਜਦੋਂ ਉਹ ਚਾਹ ਹੀ ਨਹੀਂ ਕਰਦਾ। ਮਿੱਤਰ ਹਰ ਵੇਲੇ ਪ੍ਰੇਮ ਕਰਦਾ ਹੈ ਅਤੇ ਭਰਾ ਵਿਪਤਾ ਦੇ ਦਿਨ ਲਈ ਪੈਦਾ ਹੋਇਆ ਹੈ। ਬੇਸਮਝ ਆਦਮੀ ਹੱਥ ਮਾਰਦਾ ਹੈ, ਪਰ ਗੁਆਂਢੀ ਆਪਣੇ ਗੁਆਂਢੀ ਦੇ ਸਾਹਮਣੇ ਜਾਮਨ ਬਣ ਜਾਂਦਾ ਹੈ। ਅਪਰਾਧ ਦਾ ਪ੍ਰੇਮੀ ਲੜਾਈ ਝਗੜੇ ਕੁਪਸ ਦਾ ਪ੍ਰੇਮੀ ਹੈ। ਜਿਹੜਾ ਆਪਣੇ ਦਰਵਾਜ਼ੇ ਨੂੰ ਉੱਚਾ ਕਰਦਾ ਹੈ ਉਹ ਆਪਣਾ ਹੀ ਨਾਸ ਪਾਲਦਾ ਹੈ। ਪੁੱਠੇ ਦਿਲ ਵਾਲਾ ਭਲਾਈ ਨਹੀਂ ਪਾਉਂਦਾ ਅਤੇ ਉਲਟੀ ਜ਼ੁਬਾਨ ਵਾਲਾ ਵਿਪਤਾ ਵਿੱਚ ਡਿੱਗਦਾ ਹੈ। ਮੂਰਖ ਦਾ ਜਮਾਉਣ ਵਾਲਾ ਪੈਦਾ ਕਰਨ ਵਾਲਾ ਵੀ ਦੁੱਖ ਹੀ ਪਾਉਂਦਾ ਹੈ ਅਤੇ ਮੂਰਖ ਦੇ ਪਿਓ ਨੂੰ ਕੋਈ ਆਨੰਦ ਨਹੀਂ। ਖੁਸ਼ ਦਿਲੀ ਦਵਾ ਵਾਂਗੂ ਚੰਗਾ ਕਰਦੀ ਹੈ, ਉਦਾਸ ਆਤਮਾ ਹੱਡੀਆਂ ਨੂੰ ਸੁਕਾਉਂਦਾ ਹੈ। ਦੁਸ਼ਟ ਬੁੱਕਲ ਵਿੱਚੋਂ ਵੱਢੀ ਲੈਂਦਾ ਹੈ ਵੀ ਉਹ ਨਿਆਵਾਂ ਦੇ ਮਾਰਗਾਂ ਨੂੰ ਵਿਗਾੜ ਦੇਵੇ। ਬੁੱਧ ਸਮਝ ਵਾਲੇ ਦੇ ਅੱਗੇ ਰਹਿੰਦੀ ਹੈ, ਪਰ ਮੂਰਖਾਂ ਦੀਆਂ ਅੱਖੀਆਂ ਧਰਤੀ ਦੇ ਬੰਨੇ ਵੱਲ ਲੱਗੀਆਂ ਰਹਿੰਦੀਆਂ ਹਨ। ਮੂਰਖ ਪੁੱਤ ਆਪਣੇ ਪਿਓ ਦੇ ਲਈ ਗਮ ਅਤੇ ਆਪਣੀ ਮਾਂ ਦੀ ਕੁੜੱਤਣ ਹੈ। ਧਰਮੀ ਨੂੰ ਡੰਨ ਲਾਉਣਾ ਚੰਗਾ ਨਹੀਂ, ਨਾ ਹੀ ਪਤਵੰਤਾਂ ਨੂੰ ਸਿਧਾਈ ਦੇ ਕਾਰਨ ਮਾਰਨਾ। ਗਿਆਨਵਾਨ ਘੱਟ ਬੋਲਦਾ ਹੈ ਅਤੇ ਸਮਝ ਵਾਲਾ ਸ਼ੀਲ ਸੁਭਾਅ ਹੁੰਦਾ ਹੈ। ਮੂਰਖ ਜਿੰਨਾ ਚਿਰ ਚੁੱਪ ਰਵੇ ਉਹਨੂੰ ਵੀ ਬੁੱਧਵਾਨ ਹੀ ਸਮਝਿਆ ਜਾਂਦਾ ਹੈ। ਜੇ ਬੁੱਲ ਬੰਦ ਰੱਖੇ ਤਾਂ ਉਹਨੂੰ ਸਿਆਣਾ ਸਮਝੀਦਾ ਹੈ। ਚੈਪਟਰ 18। ਜੋ ਆਪਣੇ ਆਪ ਤੋਂ ਨੂੰ ਵੱਖਰਾ ਕਰੇ ਉਹ ਆਪਣੀ ਇੱਛਾ ਪਾਲਦਾ ਹੈ। ਸਾਰੀ ਖਰੀ ਬੁੱਧੀ ਤੇ ਉਹ ਵਿਰੁੱਧ ਚਿੜਦਾ ਹੈ। ਮੂਰਖ ਸਮਝ ਤੋਂ ਖੁਸ਼ ਨਹੀਂ ਹੁੰਦਾ, ਪਰ ਇਸ ਲਈ ਜੋ ਉਸਦੇ ਮਨ ਦਾ ਹਾਲ ਨਾ ਭੁੱਲ ਜਾਵੇ। ਦੁਸ਼ਟਤਾ ਦੇ ਨਾਲ ਅਪਮਾਨ ਅਤੇ ਨਰਾਦਰੀ ਦੇ ਨਾਲ ਲਾਜ ਆਉਂਦੀ ਹੈ। ਮਨੁੱਖ ਦੇ ਮੂੰਹ ਦੇ ਬਚਨ ਡੂੰਘੇ ਪਾਣੀ ਵਰਗੇ ਹਨ। ਬੁੱਧ ਦਾ ਚਸ਼ਮਾ ਇੱਕ ਵਗਦੀ ਨਦੀ ਵਰਗਾ ਹੈ। ਦੁਸ਼ਟਾਂ ਦੀ ਰਾਈ ਕਰਨੀ ਚੰਗੀ ਨਹੀਂ, ਨਾ ਹੀ ਅਦਾਲਤ ਵਿੱਚ ਧਰਮੀਆਂ ਦਾ ਹੱਕ ਮਾਰਨਾ ਚੰਗਾ ਹੈ। ਮੂਰਖਾਂ ਦੇ ਬੁੱਲ ਝਗੜਾ ਲਿਆਉਂਦੇ ਹਨ ਅਤੇ ਉਹਦਾ ਮੂੰਹ ਕੋਟਲੇ ਮੰਗਦਾ ਹੈ। ਮੂਰਖ ਦਾ ਮੂੰਹ ਉਹਦੀ ਬਰਬਾਦੀ ਹੈ ਅਤੇ ਉਹਦੇ ਬੁੱਲ ਉਹਦੀ ਜਾਨ ਲਈ ਫਾਹੀ ਹਨ। ਚੁਗਲੀ ਕਰਨ ਵਾਲੇ ਦੀਆਂ ਗੱਲਾਂ ਸੁਆਦਲੀਆਂ ਬੁਰਕੀਆਂ ਵਰਗੀਆਂ ਹੁੰਦੀਆਂ ਹਨ, ਉਹ ਢਿੱਡ ਵਿੱਚ ਹੀ ਵੜ ਜਾਂਦੀਆਂ ਹਨ। ਜਿਹੜਾ ਕੰਮ ਕਰਨ ਵਿੱਚ ਆਲਸੀ ਹੈ ਉਹ ਉਡਾਊ ਦਾ ਸੁਪਰਾ ਹੈ। ਯਹੋਵਾ ਦਾ ਨਾਂ ਇੱਕ ਪੱਕਾ ਬੁਰਜ ਹੈ ਅਤੇ ਧਰਮੀ ਭੱਜ ਕੇ ਉਹਦੇ ਵਿੱਚ ਵੜ ਜਾਂਦਾ ਹੈ ਤੇ ਬਚਾਇਆ ਜਾਂਦਾ ਹੈ, ਬਚ ਰਹਿੰਦਾ ਹੈ। ਧਨਵਾਨ ਦੀ ਮਾਇਆ ਉਹਦੇ ਲੇਖੇ ਅਤੇ ਪੱਕਾ ਨਗਰ ਉਹਦੀ ਉੱਚੀ ਸ਼ਹਿਰ ਨਾ ਵਾਂਗੂ ਹੈ। ਨਾਸ਼ ਹੋਣ ਤੋਂ ਪਹਿਲਾਂ ਮਨੁੱਖ ਦਾ ਮਨ ਹੰਕਾਰੀ ਹੁੰਦਾ ਹੈ, ਪਰ ਆਦਰ ਤੋਂ ਪਹਿਲਾਂ ਅਧੀਨਗੀ ਆਉਂਦੀ ਹੈ। ਗੱਲ ਸੁਣਨ ਤੋਂ ਪਹਿਲਾਂ ਜਿਹੜਾ ਉੱਤਰ ਦੇ ਦਿੰਦਾ ਹੈ, ਇਹ ਉਹਦੇ ਲਈ ਮੂਰਖਤਾ ਅਤੇ ਇਲਾਜ ਹੈ। ਮਨੁੱਖ ਦਾ ਆਤਮਾ ਉਹਦੀ ਬਿਮਾਰੀ ਨੂੰ ਝੱਲੇਗਾ। ਉਦਾਸ ਆਤਮਾ ਨੂੰ ਕੌਣ ਸਹਿ ਸਕਦਾ ਹੈ? ਸਿਆਣਾ ਪੁਰਖ ਗਿਆਨ ਨੂੰ ਪ੍ਰਾਪਤ ਕਰਦਾ ਹੈ ਤੇ ਬੁੱਧਵਾਨ ਦੇ ਕੰਨ ਗਿਆਨ ਦੀ ਭਾਲ ਕਰਦੇ ਹਨ। ਨਜ਼ਰਾਨਾ ਆਦਮੀ ਦੇ ਲਈ ਢੋਅ ਬਣਾ ਦਿੰਦਾ ਹੈ ਤੇ ਉਹਨੂੰ ਵੱਡਿਆਂ ਲੋਕਾਂ ਦੇ ਅੱਗੇ ਪਹੁੰਚਾ ਦਿੰਦਾ ਹੈ। ਜਿਹੜਾ ਮੁਕੱਦਮੇ ਵਿੱਚ ਪਹਿਲਾਂ ਬੋਲਦਾ ਹੈ ਉਹੀ ਸੱਚਾ ਜਾਪਦਾ ਹੈ, ਪਰ ਫਿਰ ਉਹਦਾ ਗੁਆਂਢੀ ਆਣ ਕੇ ਉਹਦੀ ਕਲੀ ਖੋਲ੍ਹਦਾ ਹੈ। ਗੁਣਾ ਪਾਉਣ ਨਾਲ ਝਗੜੇ ਮੁੱਕ ਜਾਂਦੇ ਹਨ ਅਤੇ ਜ਼ਬਰਦਸਤਾਂ ਵਿੱਚ ਵੀ ਫੈਸਲਾ ਹੋ ਜਾਂਦਾ ਹੈ। ਰੁੱਸੇ ਹੋਏ ਭਰਾ ਨੂੰ ਮਨਾਉਣਾ ਪੱਕੇ ਸ਼ਹਿਰ ਦੇ ਜਿੱਤਣ ਨਾਲੋਂ ਵੀ ਔਖਾ ਹੈ। ਝਗੜੇ ਕਿਲੇ ਦੇ ਘੋੜੇ ਵਰਗੇ ਹੁੰਦੇ ਹਨ। ਆਦਮੀ ਦਾ ਢਿੱਡ ਉਹਦੇ ਮੂੰਹ ਦੇ ਫਲ ਨਾਲ ਹੀ ਭਰਦਾ ਹੈ ਅਤੇ ਬੁੱਲਾਂ ਦੀ ਪ੍ਰਾਪਤੀ ਨਾਲ ਉਹ ਰੱਜਦਾ ਹੈ। ਮੌਤ ਅਤੇ ਜਿਉਣ ਦੋਵੇਂ ਜਵਾਨ ਦੇ ਵੱਸ ਵਿੱਚ ਹਨ, ਜੀਭ ਦੇ ਵੱਸ ਵਿੱਚ ਹਨ ਅਤੇ ਉਸ ਨਾਲ ਪ੍ਰੀਤ ਰੱਖਦੇ ਹਨ ਜਿਹੜੇ ਉਸ ਦਾ ਹੀ ਫਲ ਖਾਣਗੇ। ਜਿਹਨੂੰ ਵਹੁਟੀ ਮਿਲੀ ਉਹਨੂੰ ਇੱਕ ਚੰਗੀ ਵਸਤ ਮਿਲੀ ਅਤੇ ਯਹੋਵਾ ਦੀ ਕਿਰਪਾ ਉਸ ਉੱਤੇ ਹੋਈ। ਦੀਨ ਤਾਂ ਤਰਲੇ ਕਰਕੇ ਬੋਲਦਾ ਹੈ, ਪਰ ਧਨਵਾਨ ਕਰੜਾਈ ਨਾਲ ਉੱਤਰ ਦਿੰਦਾ ਹੈ। ਬਹੁਤ ਸਾਰੇ ਮਿੱਤਰ ਨੁਕਸਾਨ ਦੇ ਕਾਰਨ ਹਨ, ਪਰ ਅਜਿਹਾ ਹੀ ਹਿਤਕਾਰੀ ਹੈ ਇੱਕ ਜੋ ਭਰਾ ਨਾਲ ਵੀ ਵੱਧ ਕੇ ਚਿਪਕਦਾ ਹੈ। ਚੈਪਟਰ 19। ਉਲਟੇ ਬੁੱਲਾਂ ਵਾਲੇ ਨਾਲੋਂ ਜੋ ਮੂਰਖ ਹੈ ਅਤੇ ਉਹ ਦੀਨ ਚੰਗਾ ਹੈ ਜਿਹੜਾ ਸਿੱਧੀ ਚਾਲ ਚੱਲਦਾ ਹੈ। ਜਾਣਦਾ ਗਿਆਨ ਤੋਂ ਰਹਿਤ ਹੋਣਾ ਵੀ ਚੰਗਾ ਨਹੀਂ ਅਤੇ ਜਿਹੜਾ ਪੈਰਾਂ ਨਾਲ ਕਾਹਲੀ ਕਰਦਾ ਹੈ ਉਹ ਕੁਰਾਈ ਪੈ ਜਾਂਦਾ ਹੈ। ਆਦਮੀ ਦੀ ਮੂਰਖਤਾਈ ਉਸ ਨੂੰ ਗੁੰਮਰਾਹ ਕਰ ਦਿੰਦੀ ਹੈ ਅਤੇ ਮਨ ਉਸ ਦਾ ਮਨ ਯਹੋਵਾ ਉੱਤੇ ਗੁੱਸੇ ਹੁੰਦਾ ਹੈ। ਧਨ ਮਿੱਤਰ ਬਹੁਤ ਜਿਹੜਾ ਵਧਾਉਂਦਾ ਹੈ, ਪਰ ਗਰੀਬ ਆਪਣੇ ਮਿੱਤਰ ਤੋਂ ਅੱਡ ਹੋ ਜਾਂਦਾ ਹੈ। ਝੂਠਾ ਗਵਾਹ ਬਿਨਾਂ ਡੰਨ ਦੇ ਨਾ ਰਹੇਗਾ ਤੇ ਜੋ ਝੂਠ ਮਾਰਦਾ ਹੈ ਉਹ ਨਹੀਂ ਛੁੱਟੇਗਾ। ਪਰ ਉਪਕਾਰੀ ਦੇ ਬਹੁਤੇ ਲੋਕ ਤਰਲੇ ਕਰਦੇ ਹਨ ਤੇ ਦਾਤੇ ਦੇ ਸਭੇ ਮਿੱਤਰ ਬਣ ਜਾਂਦੇ ਹਨ। ਜਦੋਂ ਦੀਨ ਦੇ ਸਾਰੇ ਭਰਾ ਵੀ ਉਸ ਨਾਲ ਵੈਰ ਰੱਖਦੇ ਹਨ ਤਾਂ ਉਹਦੇ ਮਿੱਤਰ ਕਿਉਂ ਨਾ ਉਸ ਤੋਂ ਦੂਰ ਹੋ ਜਾਣਗੇ।
ਉਹ ਗੱਲਾਂ ਨਾਲ ਉਹਦਾ ਪਿੱਛਾ ਕਰਦਾ ਹੈ, ਪਰ ਉਹ ਹੈ ਹੀ ਨਹੀਂ। ਜਿਹੜਾ ਅਕਲ ਨੂੰ ਪ੍ਰਾਪਤ ਕਰਦਾ ਹੈ ਉਹ ਆਪਣੀ ਜਾਨ ਨਾਲ ਪ੍ਰੀਤ ਰੱਖਦਾ ਹੈ। ਜਿਹੜਾ ਸਮਝ ਦੀ ਪਾਲਣਾ ਕਰਦਾ ਹੈ ਉਹਨੂੰ ਲਾਭ ਮਿਲੇਗਾ। ਝੂਠਾ ਗਵਾਹ ਬਿਨਾਂ ਡਰਨ ਦੇ ਨਹੀਂ ਛੁੱਟੇਗਾ। ਜਿਹੜਾ ਝੂਠ ਬੋਲਦਾ ਉਹਦਾ ਨਾਸ ਹੋਵੇਗਾ। ਮੌਜ ਮੰਨਣਾ ਮਨੁੱਖਾਂ ਨੂੰ ਨਹੀਂ ਫੱਬਦਾ, ਮੌਜ ਮੰਨਣਾ ਮੂਰਖ ਨੂੰ ਨਹੀਂ ਫੱਬਦਾ, ਤਾਂ ਸਰਦਾਰਾਂ ਤੇ ਟਹਿਲੂਆਂ ਦਾ ਹੁਕਮ ਚਲਾਉਣਾ ਉਹਨੂੰ ਕਿਉਂ ਫੱਬੇ। ਵਿਵੇਕ ਆਦਮੀ ਨੂੰ ਕ੍ਰੋਧ ਵਿੱਚ ਧੀਮਾ ਬਣਾਉਂਦਾ ਹੈ। ਅਪਰਾਧ ਤੋਂ ਮੂੰਹ ਫੇਰ ਲੈਣ ਵਿੱਚ ਉਹਦੀ ਸ਼ਾਨ ਹੈ। ਪਾਤਸ਼ਾਹ ਦਾ ਗਜ਼ਬ ਬੱਬਰ ਸ਼ੇਰ ਵਰਗਾ ਹੈ ਔਰ ਉਹਦੀ ਪ੍ਰਸੰਨਤਾ ਘਾਹ ਉੱਤੇ ਪਈ ਹੋਈ ਤਰੇਲ ਵਾਂਗੂ ਹੈ। ਮੂਰਖ ਪੁੱਤਰ ਪਿਓ ਦੇ ਲਈ ਇੱਕ ਬਲਾ ਹੈ ਅਤੇ ਵਹੁਟੀ ਦੇ ਝਗੜੇ ਰਗੜੇ ਵਿੱਚ ਸਦਾ ਹੀ ਚੋਏ ਵਾਂਗੂ ਹਨ। ਅਤੇ ਘਰ ਅਤੇ ਧਨ ਪਿਓ ਤੋਂ ਮਰਾਸ ਵਿੱਚ ਮਿਲਦੇ ਹਨ, ਪਰ ਸੁਗੜ ਵਹੁਟੀ ਯਹੋਵਾ ਵੱਲੋਂ ਮਿਲਦੀ ਹੈ। ਆਲਸ ਭੂਖ ਨੀਂਦ ਵਿੱਚ ਪਾ ਦਿੰਦੀ ਹੈ ਤੇ ਸੁਸਤ ਪ੍ਰਾਣੀ ਭੁੱਖਾ ਰਹਿੰਦਾ ਹੈ। ਜਿਹੜਾ ਮਨੁੱਖ ਹੁਕਮ ਮੰਨਦਾ ਹੈ ਉਹ ਜਾਨ ਦੀ ਆਪਣੇ ਦੀ ਪਾਲਣਾ ਕਰਦਾ ਹੈ, ਪਰ ਜੋ ਉਹਦੇ ਰਾਹਾਂ ਨੂੰ ਤੁੱਛ ਜਾਣਦਾ ਹੈ ਉਹ ਮਰ ਜਾਵੇਗਾ। ਜਿਹੜਾ ਗਰੀਬਾਂ ਉੱਤੇ ਦਇਆ ਕਰਦਾ ਹੈ ਉਹ ਯਹੋਵਾ ਨੂੰ ਉਧਾਰ ਦਿੰਦਾ ਹੈ ਅਤੇ ਉਹ ਉਸ ਦੀ ਕੀਤੀ ਦਾ ਫਲ ਉਹਨੂੰ ਦੇਵੇਗਾ। ਜਦ ਤਾਈਂ ਆਸ ਹੈ ਆਪਣੇ ਪੁੱਤਰ ਨੂੰ ਤਾੜ, ਉਹਦੇ ਨਾਸ਼ ਹੁਣ ਉਸੇ ਆਪਣਾ ਜੀਤ ਨਾ ਲਾ। ਡਾਢਾ ਕਰੂਪ ਦੀ ਡੰਨ ਭੋਗਦਾ ਹੈ ਅਤੇ ਜੇ ਤੂੰ ਉਹਨੂੰ ਛੁਡਾਵੇਂ ਤਾਂ ਤੈਨੂੰ ਵਾਰ-ਵਾਰ ਛੁਡਾਉਣਾ ਪਵੇਗਾ। ਸਲਾਹ ਨੂੰ ਸੁਣ ਤੇ ਸਿੱਖਿਆ ਨੂੰ ਕਬੂਲ ਕਰ ਤਾਂ ਜੋ ਓੜਕ ਨੂੰ ਤੂੰ ਬੁੱਧਵਾਨ ਬਣੇ। ਮਨੁੱਖ ਦੇ ਮਨ ਵਿੱਚ ਅਨੇਕਾਂ ਯੁਕਤਾਂ ਹੁੰਦੀਆਂ ਹਨ, ਪਰ ਯਹੋਵਾ ਦਾ ਮਤਾ ਕਾਇਮ ਰਹੇਗਾ। ਆਦਮੀ ਦੀ ਦਇਆ ਦੇ ਕਾਰਨ ਉਹਦੀ ਮਨਸਾ ਹੁੰਦੀ ਹੈ ਤੇ ਝੂਠੇ ਆਦਮੀਆਂ ਨਾਲੋਂ ਤਾਂ ਦੀਨ ਹੀ ਚੰਗਾ ਹੈ। ਯਹੋਵਾ ਦਾ ਭੈ ਜਿਉਣ ਲਈ ਹੈ ਤੇ ਭੈ ਮੰਨਣ ਵਾਲਾ ਤ੍ਰਿਪਤ ਰਹੇਗਾ ਤੇ ਵਿਪਤਾ ਤੋਂ ਬਚਿਆ ਰਹੇਗਾ। ਆਲਸੀ ਕਟੋਰੇ ਵਿੱਚ ਹੱਥ ਡੁਬੋਂਦਾ ਹੈ, ਪਰ ਇੰਨਾ ਵੀ ਨਹੀਂ ਕਰਦਾ ਵੀ ਉਹਨੂੰ ਫਿਰ ਮੂੰਹ ਤੱਕ ਲਿਆਵੇ। ਮਖੌਲੀਏ ਨੂੰ ਮਾਰ ਤਾਂ ਭੋਲਾ ਸਿਆਣਾ ਹੋ ਜਾਵੇਗਾ ਤੇ ਸਮਝ ਵਾਲੇ ਨੂੰ ਤਾੜ ਤੇ ਉਹ ਗਿਆਨ ਨੂੰ ਸਮਝ ਲਵੇਗਾ। ਜਿਹੜਾ ਆਪਣੇ ਪਿਓ ਨਾਲ ਸਖਤੀ ਕਰਦਾ ਹੈ ਅਤੇ ਆਪਣੀ ਮਾਂ ਨੂੰ ਕੱਢ ਛੱਡਦਾ ਹੈ ਉਹ ਮੂੰਹ ਕਾਲਾ ਕਰਨ ਅਤੇ ਧੱਬਾ ਲਾਉਣ ਵਾਲਾ ਪੁੱਤਰ ਹੈ। ਹੀ ਮੇਰੇ ਪੁੱਤਰ, ਜਿਸ ਸਿੱਖਿਆ ਨਾਲ ਗਿਆਨ ਦੀਆਂ ਬਚਨਾਂ ਤੋਂ ਭਟਕ ਜਾਈਦਾ ਹੈ ਉਸ ਸਿੱਖਿਆ ਦਾ ਸੁਣਨਾ ਬੰਦ ਕਰ ਦੇ, ਛੱਡ ਦੇ। ਨਿਕੰਮਾ ਗਵਾਹ ਨਿਆਂ ਨੂੰ ਠੱਠਿਆਂ ਵਿੱਚ ਅੜਾ ਦਿੰਦਾ ਹੈ ਅਤੇ ਦੁਸ਼ਟਾਂ ਦਾ ਮੂੰਹ ਬੁਰਾਈ ਨੂੰ ਨਿਗਲ ਜਾਂਦਾ ਹੈ। ਮਖੌਲੀਆਂ ਦੇ ਲਈ ਤਾਂ ਫਤਵਾ ਤਿਆਰ ਹੈ ਅਤੇ ਮੂਰਖਾਂ ਦੀ ਪਿੱਠ ਲਈ ਕੋਟਲੇ। ਚੈਪਟਰ 20। ਮੈਂ ਠੱਠੇ ਕਰਨ ਵਾਲੀ ਅਤੇ ਸ਼ਰਾਬ ਝਗੜੇ ਵਾਲੀ ਚੀਜ਼ ਹੈ। ਜੋ ਕੋਈ ਉਹਨਾਂ ਤੋਂ ਧੋਖਾ ਖਾਂਦਾ ਹੈ ਉਹ ਅਕਲ ਵਾਲਾ ਨਹੀਂ। ਪਾਤਸ਼ਾਹ ਦਾ ਭੈ ਬੱਬਰ ਸ਼ੇਰ ਤੇ ਗੱਜਣ ਵਰਗਾ ਹੈ। ਜਿਹੜਾ ਉਹਨੂੰ ਗੁੱਸਾ ਚੜਾਉਂਦਾ ਹੈ ਤੇ ਆਪਣੀ ਹੀ ਜਾਨ ਦਾ ਪਾਪ ਕਮਾਉਂਦਾ ਹੈ। ਝਗੜੇ ਤੋਂ ਬਚਣ ਵਾਲਾ ਆਦਮੀ ਆਦਰ ਕਮਾਉਂਦਾ ਹੈ, ਪਰ ਹਰ ਇੱਕ ਮੂਰਖ ਝਗੜਾ ਛੇੜਦਾ ਹੈ। ਆਲਸੀ ਪਾਲੇ ਦੇ ਮਾਰੇ ਹੱਲ ਨਹੀਂ ਆਉਂਦਾ, ਉਹ ਵਾਢੀਆਂ ਦੇ ਦਿਨਾਂ ਵਿੱਚ ਵੀ ਫਿਰ ਮੰਗੇਗਾ ਤੇ ਉਹਨੂੰ ਲੱਭੇਗਾ ਕੁਛ ਨਹੀਂ। ਮਨੁੱਖ ਦੇ ਮਨ ਦੀ ਸਲਾਹ ਡੂੰਘੇ ਪਾਣੀ ਵਰਗੀ ਹੈ, ਪਰ ਸਮਝ ਵਾਲਾ ਉਹਨੂੰ ਬਾਹਰ ਕੱਢ ਕੇ ਲੈ ਕੇ ਆਵੇਗਾ। ਬਹੁਤੇ ਆਦਮੀ ਆਪਣੀ ਦਇਆ ਦੀ ਡੋਂਡੀ ਪਿੱਟਦੇ ਫਿਰਦੇ ਹਨ, ਪਰ ਵਫਾਦਾਰ ਮਨੁੱਖ ਕਿਹਨੂੰ ਮਿਲ ਸਕਦਾ ਹੈ? ਜਿਹੜਾ ਧਰਮੀ ਸੱਚਾਈ ਨਾਲ ਚੱਲਦਾ ਹੈ ਉਹਦੇ ਮਗਰੋਂ ਉਹਦੇ ਪੁੱਤਰ ਧੰਨ ਧੰਨ ਹੁੰਦੇ ਹਨ। ਪਾਤਸ਼ਾਹ ਜਿਹੜਾ ਨਿਆਂ ਦੀ ਗੱਦੀ ਉੱਤੇ ਬਹਿੰਦਾ ਹੈ ਉਹ ਆਪਣੀ ਨਜ਼ਰ ਨਾਲ ਸਭੋ ਬੁਰਾਈ ਭਟਕ ਸੁੱਟਦਾ ਹੈ। ਕੌਣ ਆਖ ਸਕਦਾ ਹੈ ਵੀ ਮੈਂ ਆਪਣੇ ਮਨ ਨੂੰ ਸ਼ੁੱਧ ਕੀਤਾ ਹੈ ਤੇ ਮੈਂ ਪਾਪ ਤੋਂ ਸਾਫ਼ ਹੋ ਗਿਆ ਹਾਂ? ਘੱਟ ਵੱਧ ਵੱਟੇ ਅਤੇ ਘੱਟ ਵੱਧ ਨਾਪ, ਇਹਨਾਂ ਦੋਵਾਂ ਤੋਂ ਹੀ ਯਹੋਵਾ ਘਿਰਣਾ ਕਰਦਾ ਹੈ। ਬੱਚਾ ਵੀ ਆਪਣੇ ਹੀ ਕਰਤੱਵਾਂ ਤੋਂ ਸਿਆਣੇ ਜਾਂਦਾ ਹੈ ਬਈ ਉਹਦੇ ਕੰਮ ਨੇਕ ਤੇ ਠੀਕ ਹਨ ਕਿ ਨਹੀਂ। ਕੰਨ ਜਿਹੜਾ ਸੁਣਦਾ ਹੈ, ਅੱਖ ਜਿਹੜੀ ਵੇਖਦੀ ਹੈ, ਦੋਵਾਂ ਨੂੰ ਹੀ ਯਹੋਵਾ ਨੇ ਬਣਾਇਆ ਹੈ। ਨੀਂਦਰ ਨਾਲ ਪ੍ਰੀਤ ਲਾ ਕੇ ਤੂੰ ਗਰੀਬ ਹੋ ਜਾਵੇਗਾ। ਨੀਂਦਰ ਨਾਲ ਪ੍ਰੀਤ ਨਾ ਲਾ ਮਤੇ ਤੂੰ ਗਰੀਬ ਹੋ ਜਾਵੇਂ। ਆਪਣੀ ਅੱਖਾਂ ਨੂੰ ਉਗਾੜ ਤਾਂ ਕਿ ਤੂੰ ਰੱਜ ਕੇ ਰੋਟੀ ਖਾਵੇਂ। ਗਾਹਕ ਕਹਿੰਦਾ ਹੈ ਰੱਦੀ ਰੱਦੀ, ਪਰ ਉਹ ਦੂਰ ਨਿਕਲ ਜਾਂਦਾ ਹੈ ਤੇ ਛੇਕ ਹੀ ਮਾਰਦਾ ਹੈ। ਸੋਨਾ ਵੀ ਹੈ ਅਤੇ ਲਾਲ ਵੀ ਢੇਰ ਸਾਰੇ ਹਨ, ਪਰ ਗਿਆਨ ਅਕਲ ਦੇ ਬੁੱਲ ਅਣਮੁੱਲ ਰਤਨ ਹਨ। ਜਿਹੜਾ ਪਰਦੇਸੀ ਦਾ ਜਾਮਨ ਬਣੇ ਉਹਦੇ ਕੱਪੜੇ ਲੈ ਲੈ, ਜਿਹੜਾ ਓਪਰਿਆਂ ਦਾ ਜਾਮਨ ਬਣੇ ਉਹਦੇ ਕੁਛ ਗਹਿਣੇ ਰੱਖ ਲੈ। ਧੋਖੇ ਦੀ ਰੋਟੀ ਮਨੁੱਖ ਨੂੰ ਮਿੱਠੀ ਲੱਗਦੀ ਹੈ, ਪਰ ਉੜਕੂ ਦਾ ਮੂੰਹ ਕੰਕਰਾਂ ਨਾਲ ਭਰਦਾ ਹੈ। ਪੁਰਜਨ ਸਲਾਹ ਨਾਲ ਕਾਇਮ ਹੋ ਜਾਂਦੇ ਹਨ, ਸੋ ਤੂੰ ਚੰਗੀ ਸਲਾਹ ਲੈ ਕੇ ਜੁੱਧ ਕਰ। ਜਿਹੜਾ ਚੁਗਲੀ ਖਾਂਦਾ ਹੈ ਉਹ ਭੇਤਾਂ ਨੂੰ ਪ੍ਰਗਟ ਕਰਦਾ ਹੈ। ਇਸ ਲਈ ਜਿਹਦੇ ਬੁੱਲ ਹੋਛੇ ਹਨ
ਤੂੰ ਉਹਦਾ ਸੰਗ ਨਾ ਕਰੀ। ਜਿਹੜਾ ਆਪਣੇ ਮਾਂ ਤੇ ਪਿਓ ਨੂੰ ਫਟਕਾਰਦਾ ਹੈ ਉਹਦਾ ਦੀਵਾ ਕੋ ਹਨੇਰੇ ਵਿੱਚ ਬੁੱਝ ਜਾਵੇਗਾ, ਪਰ ਲੋਭ ਨਾਲ ਮਿਲੀ ਹੋਈ ਮਿਰਾਸ ਓੜਕ ਨੂੰ ਮੁਬਾਰਕ ਨਾ ਹੋਵੇਗੀ। ਤੂੰ ਇਹ ਨਾ ਆਖ ਵੀ ਮੈਂ ਬੁਰਾਈ ਦਾ ਵੱਟਾ ਲਵਾਂਗਾ, ਯਹੋਵਾ ਨੂੰ ਉਡੀਕ, ਉਹ ਤੈਨੂੰ ਬਚਾਵੇਗਾ। ਘੱਟ ਵੱਧ ਵੱਟੇ ਯਹੋਵਾ ਲਈ ਘਿਨਾਉਣੇ ਹਨ ਤੇ ਝੂਠੀ ਤੱਕੜੀ ਚੰਗੀ ਨਹੀਂ। ਮਨੁੱਖਾਂ ਦੇ ਕਦਮਾਂ ਨੂੰ ਯਹੋਵਾ ਹੀ ਚਲਾਉਂਦਾ ਹੈ, ਤਾਂ ਫਿਰ ਮਨੁੱਖ ਕੀ ਕਰ ਆਪਣੇ ਰਾਹ ਨੂੰ ਬੁੱਝੇ। ਜੇ ਬਿਨਾਂ ਵਿਚਾਰੇ ਕੋਈ ਆਖੇ ਕਿ ਇਹ ਵਸਤ ਤਾਂ ਪਵਿੱਤਰ ਹੈ ਤੇ ਸੁੱਖਣਾ ਸੁੱਖ ਕੇ ਪੁੱਛਣ ਲੱਗੇ ਤਾਂ ਉਹ ਉਸ ਆਦਮੀ ਲਈ ਫਾਹੀ ਹੈ। ਬੁੱਧਵਾਨ ਰਾਜਾ ਦੁਸ਼ਟਾਂ ਨੂੰ ਫਟਕ ਦਿੰਦਾ ਹੈ ਅਤੇ ਉਹਨਾਂ ਉੱਤੇ ਪਹੀਆ ਚਲਾ ਦਿੰਦਾ ਹੈ। ਮਨੁੱਖ ਦਾ ਆਦਮੀ ਯਹੋਵਾ ਦਾ ਦੀਵਾ ਹੈ, ਮਨੁੱਖ ਦਾ ਆਤਮਾ ਯਹੋਵਾ ਦਾ ਦੀਵਾ ਹੈ, ਜਿਹੜਾ ਸਾਰੇ ਅੰਦਰਲੇ ਹਿੱਸਿਆਂ ਨੂੰ ਖੋਜਦਾ ਹੈ। ਦਇਆ ਅਤੇ ਸੱਚਾਈ ਵੀ ਪਾਤਸ਼ਾਹ ਦੀ ਰੱਖਿਆ ਕਰਦੀਆਂ ਹਨ, ਸਗੋਂ ਦਇਆ ਨਾਲ ਉਹਦੀ ਗੱਦੀ ਸੰਭਲਦੀ ਹੈ। ਜਵਾਨਾਂ ਦੀ ਸ਼ੋਭਾ ਤਾਂ ਉਹਦਾ ਬਲ ਹੈ ਤੇ ਬੁੱਢਿਆਂ ਦੀ ਸਜਾਵਟ ਉਹਨਾਂ ਦੇ ਧੌਲੇ ਵਾਲ ਹਨ। ਸੱਟਾਂ ਜਿਹੜੀਆਂ ਘਾਉ ਬਣਾਉਂਦੀਆਂ ਹਨ, ਬੁਰਾਈਆਂ ਨੂੰ ਸਾਫ਼ ਕਰਦੀਆਂ ਹਨ ਤੇ ਅੰਦਰਲੇ ਹਿੱਸਿਆਂ ਨੂੰ ਵੀ। ਚੈਪਟਰ 21। ਪਾਤਸ਼ਾਹ ਦਾ ਮਨ ਜੋ ਉਹਦੇ ਹੱਥ ਵਿੱਚ ਪਾਣੀ ਦੀਆਂ ਖਾਲਾਂ ਵਾਂਗੂ ਹੈ, ਜਿਹੜਾ ਜਿੱਧਰ ਨੂੰ ਚਾਹੁੰਦਾ ਹੈ ਉਧਰ ਨੂੰ ਮੋੜਦਾ ਹੈ। ਮਨੁੱਖ ਦੀ ਸਾਰੀ ਚਾਲ ਉਹਦੀ ਆਪਣੀ ਨਿਗਾਹ ਵਿੱਚ ਸਿੱਧੀ ਹੈ, ਪਰ ਯਹੋਵਾ ਘਾਟ ਘਾਟ ਨੂੰ ਜਾਣਦਾ ਹੈ। ਚੜਾਵੇ ਨਾਲੋਂ ਧਰਮ ਅਤੇ ਨਿਆਂ ਕਰਨਾ ਜੋ ਉਹਨੂੰ ਚੰਗਾ ਲੱਗਦਾ ਹੈ। ਘੁਮੰਡੀ ਅੱਖਾਂ ਤੇ ਹੰਕਾਰੀ ਮਨ ਦੁਸ਼ਟ ਦਾ ਦੀਵਾ ਤੇ ਪਾਪ ਹਨ। ਉਦਮੀ ਦੀਆਂ ਜੁਗਤਾਂ ਨਿਰੀਆਂ ਵਾਫਰੀ ਵੱਲ ਹੁੰਦੀਆਂ ਹਨ, ਪਰ ਕਾਹਲੀ ਦਾ ਅੰਤ ਨਿਰੀ ਥੁੜ ਹੈ। ਝੂਠੀ ਜੀਭ ਨਾਲ ਖਜ਼ਾਨਾ ਕਮਾਉਣਾ ਮੌਤ ਦੇ ਭਾਲਣ ਵਾਲਿਆਂ ਦਾ ਉੱਡਦਾ ਸਾਹ ਹੈ। ਦੁਸ਼ਟਾਂ ਦਾ ਉਪੱਦਰ ਉਹਨਾਂ ਨੂੰ ਗੂੰਜ ਕੇ ਲੈ ਜਾਵੇਗਾ, ਕਿਉਂਕਿ ਉਹ ਨਿਆਂ ਕਰਨ ਤੋਂ ਮੁਕਰਦੇ ਹਨ। ਦੋਸ਼ੀ ਮਨੁੱਖ ਦਾ ਰਾਹ ਵਿੰਗਾ ਹੈ, ਪਰ ਸੱਚਿਆਰ ਦਾ ਕੰਮ ਸਿੱਧਾ ਹੁੰਦਾ ਹੈ। ਝਗੜਾਲੂ ਪਤਨੀ ਦੇ ਨਾਲ ਖੁੱਲੇ ਡੁੱਲੇ ਘਰ ਵਿੱਚ ਵਸਣ ਨਾਲੋਂ ਛੱਤ ਉੱਤੇ ਇੱਕ ਨੁੱਕਰ ਵਿੱਚ ਹੀ ਰਹਿਣਾ ਠੀਕ ਹੈ। ਦੁਸ਼ਟ ਦਾ ਜੀ ਬੁਰਾਈ ਨੂੰ ਚਾਹੁੰਦਾ ਹੈ, ਉਹਦੀ ਨਿਗਾਹ ਵਿੱਚ ਆਪਣੇ ਗੁਆਂਢੀ ਲਈ ਕਿਰਪਾ ਨਹੀਂ। ਜਦੋਂ ਮਖੌਲੀਏ ਨੂੰ ਡੰਨ ਲਾਈਦਾ ਹੈ ਤਾਂ ਭੋਲਾ ਬੁੱਧਵਾਨ ਹੋ ਜਾਂਦਾ ਹੈ, ਜਦੋਂ ਬੁੱਧਵਾਨ ਨੂੰ ਸਮਝਾਈਦਾ ਹੈ ਤਾਂ ਉਹਨੂੰ ਗਿਆਨ ਪ੍ਰਾਪਤ ਹੁੰਦਾ ਹੈ। ਧਰਮੀ ਦੁਸ਼ਟ ਦੇ ਘਰ ਨੂੰ ਧਿਆਨ ਨਾਲ ਵੇਖਦਾ ਹੈ, ਪਰ ਦੁਸ਼ਟ ਦਾ ਵਿਨਾਸ਼ ਲਈ ਢਹਿ ਪੈਂਦੇ ਹਨ। ਜਿਹੜਾ ਗਰੀਬ ਦੀ ਦੁਹਾਈ ਉੱਤੇ ਕੰਨ ਬੰਦ ਕਰ ਲਵੇ ਉਹ ਆਪ ਵੀ ਪੁਕਾਰੇਗਾ ਤੇ ਉਹਨੂੰ ਉੱਤਰ ਨਹੀਂ ਮਿਲੇਗਾ। ਗੁਪਤ ਵਿੱਚ ਦਿੱਤੀ ਹੋਈ ਭੇਟ ਨਾਲ ਕ੍ਰੋਧ ਅਤੇ ਬੁੱਕਲ ਵਿੱਚ ਦਿੱਤੀ ਹੋਈ ਵੱਡੀ ਨਾਲ ਡਾਢਾ ਗੁੱਸਾ ਠੰਡਾ ਹੋ ਜਾਂਦਾ ਹੈ। ਨਿਆਂ ਕਰਨਾ ਧਰਮੀ ਲਈ ਖੁਸ਼ੀ ਹੈ, ਪਰ ਕੁਕਰਮੀ ਲਈ ਘਬਰਾਹਟ। ਜਿਹੜਾ ਆਦਮੀ ਸਮਝ ਦੇ ਰਾਹ ਤੋਂ ਭਟਕਦਾ ਹੈ ਉਹਦਾ ਟਿਕਾਣਾ ਭੂਤਨਿਆਂ ਵਿੱਚ ਹੋਵੇਗਾ। ਜਿਹੜਾ ਰਾਗ ਰੰਗ ਨੂੰ ਪਿਆਰ ਕਰਦਾ ਹੈ ਉਹਨੂੰ ਥੋੜ੍ਹੀ ਰਹੇਗੀ। ਜਿਹੜਾ ਮੈਂ ਅਤੇ ਤੇਲ ਨੂੰ ਪਿਆਰ ਕਰਦਾ ਹੈ ਉਹ ਤਾਂ ਨਹੀਂ ਹੋ ਸਕਦਾ। ਧਰਮੀ ਲਈ ਦੁਸ਼ਟ ਪ੍ਰਾਸ਼ਚਿਤ ਹੈ ਅਤੇ ਸੱਚਿਆਰ ਤੇ ਥਾਂ ਛਲੀਆ। ਝਗੜਾਲੂ ਅਤੇ ਝੱਲੀ ਔਰਤ ਦੇ ਕੋਲ ਰਹਿਣ ਨਾਲ ਉਜਾੜ ਦੇਸ਼ ਵਿੱਚ ਵਸ ਲੈਣਾ ਠੀਕ ਹੈ। ਬੁੱਧਵਾਨ ਦੇ ਘਰ ਵਿੱਚ ਕੀਮਤੀ ਖਜ਼ਾਨਾ ਅਤੇ ਤੇਲ ਹੁੰਦਾ ਹੈ, ਪਰ ਮੂਰਖ ਆਦਮੀਆਂ ਨੂੰ ਉਡਾ ਦਿੰਦਾ ਹੈ। ਜਿਹੜਾ ਧਰਮ ਅਤੇ ਦਇਆ ਦਾ ਪਿੱਛਾ ਕਰਦਾ ਹੈ ਉਹ ਜਿਉਣ ਧਰਮ ਤੇ ਆਦਰ ਪਾਉਂਦਾ ਹੈ। ਬੁੱਧਵਾਨ ਆਦਮੀ ਬਲਵਾਨਾਂ ਦੇ ਨਗਰ ਉੱਤੇ ਚੜ੍ਹਾਈ ਕਰਦਾ ਹੈ ਅਤੇ ਉਹਦੇ ਭਰੋਸੇ ਦੇ ਬਲ ਨੂੰ ਉਹ ਹੇਠਾਂ ਲਾ ਦਿੰਦਾ ਹੈ। ਜਿਹੜਾ ਆਪਣੇ ਮੂੰਹ ਅਤੇ ਆਪਣੀ ਜੀਭ ਦੀ ਰਾਖੀ ਕਰਦਾ ਹੈ ਉਹ ਆਪਣੀ ਜਾਨ ਦੀ ਵਿਪਤਾ ਤੋਂ ਵੀ ਰਾਖੀ ਕਰਦਾ ਹੈ। ਹੰਕਾਰੀ ਤੇ ਅਭਿਮਾਨੀ ਉਹਦਾ ਨਾਂ ਮਖੌਲੀਆ ਹੀ ਹੈ। ਉਹ ਡਾਢੇ ਹੰਕਾਰ ਨਾਲ ਕੰਮ ਕਰਦਾ ਹੈ। ਆਲਸੀ ਦੀ ਇੱਛਾ ਉਸ ਨੂੰ ਮਾਰ ਸੁੱਟਦੀ ਹੈ। ਉਹਦੇ ਹੱਥ ਕੰਮ ਕਰਨ ਤੋਂ ਨਾ ਜੋ ਕਰਦੇ ਹਨ। ਕੋਈ ਤਾਂ ਦਿਨ ਭਰ ਲੋਭ ਹੀ ਕਰਦਾ ਰਹਿੰਦਾ ਹੈ, ਪਰ ਧਰਮੀ ਦਿਨ ਦਾ ਤੇ ਰੁਕਦਾ ਨਹੀਂ। ਦੁਸ਼ਟ ਦਾ ਚੜਾਵਾ ਘਿਨਾਉਣਾ ਹੈ ਕਿੰਨਾ ਵਧੇਕ ਜਦੋਂ ਬੁਰੀ ਨੀਤੀ ਨਾਲ ਉਹਨੂੰ ਲਿਆਉਂਦਾ ਹੈ। ਝੂਠੇ ਗਵਾਹ ਦਾ ਨਾਸ਼ ਹੁੰਦਾ ਹੈ, ਪਰ ਜੋ ਆਦਮੀ ਸੁਣਦਾ ਹੈ ਉਸ ਦਾ ਬੋਲ ਪੱਕਾ ਹੈ। ਦੁਸ਼ਟ ਮਨੁੱਖ ਆਪਣਾ ਮੁਖ ਕਰੜਾ ਕਰਦਾ ਹੈ, ਪਰ ਸੱਚਿਆਰ ਆਪਣੇ ਰਾਹ ਨੂੰ ਕਾਇਮ ਰੱਖਦਾ ਹੈ। ਕੋਈ ਬੁੱਧ, ਕੋਈ ਮਤ, ਕੋਈ ਸਲਾਹ ਨਹੀਂ ਜੋ ਉਹਦੇ ਵਿਰੁੱਧ ਚੱਲੇ। ਯੁੱਧ ਦੇ ਦਿਨ ਲਈ ਘੋੜਾ ਤਿਆਰ ਕਰੀਦਾ ਹੈ, ਪਰ ਜਿੱਤ ਜੋ ਵੱਲੋਂ ਹੀ ਹੁੰਦੀ ਹੈ। ਵੱਡੇ ਧਨ ਨਾਲੋਂ ਨੇਕਨਾਮੀ ਚੁਣਨੀ ਚਾਹੀਦੀ ਹੈ ਤੇ ਸੋਨੇ ਚਾਂਦੀ ਨਾਲੋਂ ਕਿਰਪਾ ਚੰਗੀ ਹੈ। ਦੀਨ ਅਤੇ ਧਨੀ ਇੱਕ ਦੂਜੇ ਨਾਲ ਮਿਲਦੇ ਹਨ, ਉਹਨਾਂ ਸਭਨਾਂ ਦਾ ਕਰਤਾ ਯਹੋਵਾ ਹੈ। ਸਿਆਣਾ ਤਾਂ ਵਿਪਤਾ ਨੂੰ ਵੇਖ ਕੇ ਲੁਕ ਜਾਂਦਾ ਹੈ, ਪਰ ਭੋਲੇ ਗਾਂਹ ਵੱਧ ਕੇ ਕਸ਼ਟ ਭੋਗਦੇ ਹਨ। ਅਧੀਨਗੀ ਅਤੇ ਯਹੋਵਾ ਦਾ ਭੈ ਮੰਨਣ ਦਾ ਫਲ ਧਨ, ਆਦਰ ਅਤੇ ਜਿਉਣ ਹੈ। ਟੇਢਿਆਂ ਦੇ ਰਾਹ ਵਿੱਚ ਕੰਡੇ ਅਤੇ ਫਾਈਆਂ ਹੁੰਦੀਆਂ ਹਨ। ਜਿਹੜਾ ਆਪਣੀ ਜਾਨ ਦੀ ਰੱਖਿਆ ਕਰਦਾ ਹੈ ਉਹਨਾਂ ਤੋਂ ਲਾਂਭੇ ਰਹਿੰਦਾ ਹੈ। ਬਾਲਕ ਨੂੰ ਉਹਦਾ ਠੀਕ ਰਾਹ ਸਿਖਾਲ, ਤਾਂ ਕਿ ਵੱਡਾ ਹੋ ਕੇ ਉਸ ਤੋਂ ਕਦੀ ਵੀ ਨਹੀਂ ਹਟੇਗਾ। ਧਨਵਾਨਾਂ
ਦੇਣਾ ਉਤੇ ਧਨਵਾਨ ਹੁਕਮ ਚਲਾਉਂਦਾ ਹੈ। ਉਧਾਰ ਲੈਣ ਵਾਲਾ ਉਧਾਰ ਦੇਣ ਵਾਲੇ ਦਾ ਦਾਸ ਹੁੰਦਾ ਹੈ। ਜਿਹੜਾ ਸ਼ਰਾਰਤੀ ਬੀਜਦਾ ਹੈ ਉਹ ਬਿਪਤਾ ਹੀ ਵੱਢੇਗਾ ਤੇ ਉਹਦੇ ਉੱਤੇ ਕਹਿਰ ਦੀ ਲਾਠੀ ਟੁੱਟ ਜਾਵੇਗੀ। ਅਤੇ ਜਿਹੜਾ ਭਲਾਈ ਦੀ ਨਿਗਾਹ ਕਰਦਾ ਉਹ ਮੁਬਾਰਕ ਹੈ, ਕਿਉਂਕਿ ਉਹ ਗਰੀਬ ਨੂੰ ਆਪਣੀ ਰੋਟੀ ਵਿੱਚੋਂ ਦਿੰਦਾ ਹੈ। ਮਖੌਲੀਏ ਨੂੰ ਕੱਢ ਦੇ ਤਾਂ ਬਖੇੜਾ ਮੁੱਕ ਜਾਵੇਗਾ, ਲੜ ਝਗੜਾ ਤੇ ਨਮੋਸ਼ੀ ਮਿਟ ਜਾਵੇਗੀ। ਜਿਹੜਾ ਦਿਲ ਦੀ ਸਫਾਈ ਨਾਲ ਪ੍ਰੇਮ ਰੱਖਦਾ ਹੈ, ਜਿਹਦੇ ਬੁੱਲ ਦਇਆਵਾਨ ਹਨ, ਪਾਤਸ਼ਾਹ ਦਾ ਮਿੱਤਰ ਹੋਵੇਗਾ। ਯਹੋਵਾ ਦੀ ਨਿਗਾਹ ਗਿਆਨ ਦੀ ਰੱਖਿਆ ਕਰਦੀ ਹੈ, ਪਰ ਛਲੀਏ ਦੀਆਂ ਗੱਲਾਂ ਨੂੰ ਉਲਟ ਕਰ ਦਿੰਦੀ ਹੈ। ਆਲਸੀ ਕਹਿੰਦਾ ਹੈ ਵੀ ਬਾਹਰ ਤਾਂ ਸ਼ੀਂਹ ਬੈਠਾ ਹੈ, ਮੈਂ ਗਲੀਆਂ ਵਿੱਚ ਪਾੜਿਆ ਜਾਵਾਂਗਾ। ਪਰਾਈ ਔਰਤ ਦੇ ਮੂੰਹ ਇੱਕ ਡੂੰਘਾ ਟੋਆ ਹੈ, ਉਹਦੇ ਵਿੱਚ ਜੋ ਡਿੱਗਦਾ ਹੈ ਉਸ ਨਾਲ ਯਹੋਵਾ ਨਾਰਾਜ਼ ਹੈ। ਬਾਲਕ ਦੇ ਮਨ ਵਿੱਚ ਮੂਰਖਤਾ ਵੱਧਦੀ ਹੋਈ ਹੁੰਦੀ ਹੈ, ਤਾੜ ਦੀ ਛਿੱਟੀ ਉਸ ਨੂੰ ਦੂਰ ਕਰ ਦਿੰਦੀ ਹੈ। ਜਿਹੜਾ ਆਪਣਾ ਧਨ ਵਧਾਉਣ ਲਈ ਗਰੀਬ ਉੱਤੇ ਹਨੇਰ ਕਰਦਾ ਹੈ ਅਥਵਾ ਧਨਵਾਨ ਨੂੰ ਦਿੰਦਾ ਹੈ ਤੇ ਉਸਨੂੰ ਥੋੜ੍ਹੀ ਹੀ ਜਾਣੇਗਾ। ਉਹ ਕੰਨ ਧਰ ਕੇ ਬੁੱਧਵਾਨਾਂ ਦੇ ਵਚਨਾਂ ਨੂੰ ਸੁਣ ਅਤੇ ਮੇਰੇ ਗਿਆਨ ਵੱਲ ਆਪਣਾ ਚਿੱਤ ਲਾ। ਇਹ ਤਾਂ ਇੱਕ ਮਨ ਭਾਉਣੀ ਗੱਲ ਹੈ। ਜੋ ਤੂੰ ਆਪਣੇ ਵਿੱਚ ਉਸ ਦੀ ਪਾਲਣਾ ਕਰੇ ਤੇ ਉਹ ਸਭ ਤੇਰੇ ਬੁੱਲ੍ਹਾਂ ਉੱਤੇ ਤਿਆਰ ਰਹਿਣ, ਜੋ ਅੱਜ ਦੇ ਦਿਨ ਮੈਂ ਤੈਨੂੰ ਹੀ ਜਿਤਾ ਦਿੱਤੀਆਂ ਹਨ। ਵੀ ਤੇਰਾ ਭਰੋਸਾ ਜੋ ਉੱਤੇ ਹੋਵੇ। ਭਲਾ ਮੈਂ ਤੇਰੇ ਲਈ 30 ਗੱਲਾਂ ਉਪਦੇਸ਼ ਦੇ ਗਿਆਨ ਦੀਆਂ ਨਹੀਂ ਲਿਖੀਆਂ, ਵੀ ਤੈਨੂੰ ਸੱਚਾਈ ਦੇ ਬਚਨਾਂ ਦੀ ਖਰਿਆਈ ਸਿਖਾਵਾਂ ਤੇ ਸੱਚਾਈ ਦੇ ਬਚਨ ਆਪਣੇ ਘੱਲਣ ਵਾਲਿਆਂ ਦੇ ਕੋਲ ਲੈ ਜਾਵੇਂ। ਮਸਕੀਨ ਨੂੰ ਨਾ ਲੁੱਟ, ਕਿਉਂ ਜੋ ਗਰੀਬ ਹੈ, ਤੇ ਨਾ ਦੁਖੀ ਉੱਤੇ ਫਾਟਕ ਵਿੱਚ ਹਨੇਰ ਕਰ, ਕਿਉਂ ਜੋ ਯਹੋਵਾ ਉਹਨਾਂ ਦਾ ਮੁਕੱਦਮਾ ਲੜੇਗਾ ਅਤੇ ਉਹਨਾਂ ਦੇ ਲੁੱਟਣ ਵਾਲਿਆਂ ਦੀ ਜਾਨ ਨੂੰ ਲੁੱਟੇਗਾ। ਕ੍ਰੋਧੀ ਦਾ ਮੇਲੀ ਨਾ ਬਣੀ ਤੇ ਗੁੱਸਾ ਕਰਨ ਵਾਲੇ ਦੇ ਨਾਲ ਨਾ ਤੁਰੇ। ਕਿਤੇ ਇਉਂ ਨਾ ਹੋਵੇ ਕਿ ਤੂੰ ਉਹਦੀ ਚਾਲ ਸਿੱਖ ਲਵੇਂ, ਤੇਰੀ ਜਾਨ ਫਾਹੀ ਵਿੱਚ ਫਸ ਜਾਵੇ। ਫਿਰ ਜਿਹੜੇ ਹੱਥ ਮਾਰਦੇ ਤੇ ਕਰਜ਼ਾਈ ਦੇ ਜਾਮਨ ਬਣਦੇ ਹਨ, ਤੂੰ ਉਹਨਾਂ ਦੇ ਵਿੱਚ ਨਾ ਹੋ। ਜੇ ਤੇਰੇ ਕੋਲ ਭਰਨ ਨੂੰ ਕੁਝ ਨਾ ਹੋਵੇ, ਕੋਈ ਤੇਰੇ ਵਿਛਾਉਣੇ ਨੂੰ ਤੇਰੇ ਹੇਠੋਂ ਕਿਉਂ ਖਿੱਚ ਲੈ ਕੇ ਜਾਵੇ। ਜਿਹੜੇ ਪੁਰਾਣੇ ਠੱਡੇ ਤੇਰੇ ਬੱਚਿਆਂ ਨੇ ਲਾਏ ਹਨ, ਤੂੰ ਉਹਨਾਂ ਨੂੰ ਨਾ ਸਰਕਾ। ਤੂੰ ਕਿਸੇ ਨੂੰ ਉਹਦੇ ਕੰਮ ਦੇ ਵਿੱਚ ਚਾਤਰ ਵੇਖਦਾ ਹੈ ਤਾਂ ਉਹ ਪਾਤਸ਼ਾਹਾਂ ਦੇ ਸਨਮੁਖ ਖਲੋਵੇਗਾ, ਉਹ ਤੁੱਛ ਲੋਕਾਂ ਦੇ ਅੱਗੇ ਨਾ ਖਲੋਵੇਗਾ। ਚੈਪਟਰ 23। ਨਾਨਾ ਪ੍ਰਕਾਰ ਦੀਆਂ ਵਿਧੀਆਂ ਤੇ ਨਸੀਹਤਾਂ। ਜੇ ਤੂੰ ਹਾਕਮ ਦੇ ਨਾਲ ਰੋਟੀ ਖਾਣ ਬੈਠੇ ਤਾਂ ਚੰਗੀ ਤਰ੍ਹਾਂ ਸੋਚ ਵੀ ਤੇਰੇ ਸਾਹਮਣੇ ਕੌਣ ਹੈ। ਜੇ ਤੂੰ ਪੇਟੂ ਹੈ ਤਾਂ ਆਪਣੇ ਗਲ ਦੇ ਉੱਤੇ ਛੁਰੀ ਰੱਖ। ਉਹਦੇ ਸਵਾਦਲੇ ਭੋਜਨ ਦਾ ਲੋਭ ਨਾ ਕਰ, ਕਿਉਂ ਜੋ ਉਹ ਤਾਂ ਧੋਖੇ ਦੀ ਰੋਟੀ ਹੈ। ਧਨਵਾਨ ਹੋਣ ਦੀ ਖੇਚਲ ਨਾ ਕਰ, ਆਪਣੀ ਸਿਆਣਪ ਨੂੰ ਛੱਡ ਦੇ। ਭਲਾ ਤੂੰ ਮਾਇਆ ਉੱਤੇ ਆਪਣੀ ਨਿਗਾਹ ਲਾਵੇਂਗਾ ਤਾਂ ਉਹਨੂੰ ਜ਼ਰੂਰ ਪਰ ਲੱਗਦੇ ਹਨ ਤੇ ਉਹ ਕਾਬ ਵਾਂਗੂ ਆਕਾਸ਼ ਵੱਲ ਉੱਡ ਜਾਵੇਗੀ। ਤੂੰ ਬਦ ਨਜ਼ਰ ਦੀ ਰੋਟੀ ਨਾ ਖਾ, ਨਾ ਉਹਦੇ ਸਵਾਦਲੇ ਭੋਜਨ ਦਾ ਲੋਭ ਕਰ, ਕਿਉਂ ਜੋ ਜਿਹੋ ਜਿਹੇ ਉਸਦੇ ਮਨ ਦੇ ਵਿਚਾਰ ਹਨ ਤੇ ਹੀ ਉਹ ਆਪ ਹੈ। ਉਹ ਤੈਨੂੰ ਆਖਦਾ ਹੈ ਖਾ ਪੀ ਮੌਜ ਕਰ, ਪਰ ਉਹਦਾ ਮਨ ਤਾਂ ਤੇਰੇ ਵੱਲ ਨਹੀਂ। ਜੋ ਗਰਾਹੀ ਤੈਂ ਖਾਧੀ ਹੈ ਉਹਨੂੰ ਤੂੰ ਉਗਲ ਦੇਵੇਂਗਾ ਤੇ ਆਪਣੀਆਂ ਮਿੱਠੀਆਂ ਗੱਲਾਂ ਨੂੰ ਤੂੰ ਗੁਆ ਬੈਠੇਗਾ। ਮੂਰਖ ਦੇ ਸੁਣਦਿਆਂ ਤੇ ਨਾ ਬੋਲ, ਕਿਉਂ ਜੋ ਤੇਰੇ ਸਿਆਣੇ ਬੋਲਾਂ ਨੂੰ ਤੁੱਛ ਹੀ ਜਾਣਦਾ ਹੈ। ਆਪਣੇ ਠੱਡਿਆਂ ਨੂੰ ਨਾ ਸਰਕਾ, ਕਿਉਂਕਿ ਯਤੀਮਾਂ ਦੇ ਖੇਤ ਵਿੱਚ ਨਾ ਵੜ, ਕਿਉਂ ਜੋ ਉਹਨਾਂ ਦਾ ਛਡਾਉਣ ਵਾਲਾ ਸਮਰੱਥ ਹੈ। ਉਹਨਾਂ ਦਾ ਮੁਕੱਦਮਾ ਤੇਰੇ ਨਾਲ ਉਹੀ ਲੜੇਗਾ। ਆਪਣਾ ਮਨ ਸਿੱਖਿਆ ਵੱਲ ਤੇ ਆਪਣੇ ਕੰਨ ਗਿਆਨ ਦੀਆਂ ਗੱਲਾਂ ਵੱਲ ਲਾ। ਬਾਲਕ ਦੇ ਤਾੜਨ ਤੋਂ ਨਾ ਰੁਕ, ਭਾਵੇਂ ਤੂੰ ਛਿੱਟੀ ਨਾਲ ਉਹਨੂੰ ਮਾਰੇ ਤਾਂ ਵੀ ਉਹ ਮਰ ਨਹੀਂ ਜਾਵੇਗਾ। ਤੂੰ ਛਿੱਟੀ ਨਾਲ ਉਹਨੂੰ ਮਾਰ ਤੇ ਉਹਦੀ ਜਾਨ ਪਤਾਲ ਵਿੱਚ ਜਾਣੋਂ ਬਚਾ ਲੈ। ਜੇ ਤੇਰਾ ਪੁੱਤਰ ਬੁੱਧਵਾਨ ਹੋਵੇ, ਜੇ ਤੇਰਾ ਮਨ ਬੁੱਧਵਾਨ ਹੋਵੇ ਤਾਂ ਮੇਰਾ ਮਨ ਆਨੰਦ ਹੋਵੇਗਾ ਤੇ ਮੇਰਾ ਵੀ ਜੀ ਆਨੰਦ ਹੋਵੇਗਾ। ਜੇ ਤੇਰੇ ਬੁੱਲਾਂ ਤੋਂ ਸਿੱਧੀਆਂ ਗੱਲਾਂ ਨਿਕਲਣਗੀਆਂ ਤੇ ਮੇਰਾ ਦਿਲ ਬਾਗ-ਬਾਗ ਹੋਵੇਗਾ। ਤੇਰਾ ਮਨ ਪਾਪੀਆਂ ਦੀ ਰੀਸ ਨਾ ਕਰੇ, ਸਗੋਂ ਤੂੰ ਦਿਨ ਭਰ ਯਹੋਵਾ ਦਾ ਭੈ ਮੰਨ, ਕਿਉਂ ਜੋ ਸੱਚਮੁੱਚ ਉਹ ਆਖਰ ਹੈ, ਤੇਰੀ ਆਸ ਨਾ ਟੁੱਟੇਗੀ। ਇਹ ਮੇਰੇ ਪੁੱਤਰ, ਤੂੰ ਸੁਣ ਤੇ ਬੁੱਧਵਾਨ ਹੋ, ਆਪਣੇ ਮਨ ਨੂੰ ਸਿੱਧੇ ਰਾਹ ਵਿੱਚ ਲਾ। ਜੇ ਤੂੰ ਸ਼ਰਾਬੀਆਂ ਦੇ ਨਾਲ ਨਾ ਰਲ, ਨਾ ਹੀ ਪੇਟੂ ਕਬਾਬੀਆਂ ਦੇ ਨਾਲ ਰਲ, ਕਿ ਜੋ ਸ਼ਰਾਬੀ ਤੇ ਪੇਟੂ ਤਾਂ ਗਰੀਬ ਹੋ ਜਾਂਦੇ ਹਨ ਤੇ ਨੀਂਦਰ ਆਦਮੀ ਨੂੰ ਲੀਰਾਂ ਪਹਿਨਾਉਂਦੀ ਹੈ। ਆਪਣੇ ਪਿਓ ਦੀ ਗੱਲ ਸੁਣ ਜਿਸ ਤੋਂ ਤੂੰ ਜੰਮਿਆ ਹੈ। ਆਪਣੀ ਮਾਂ ਨੂੰ ਉਹਦੇ ਬੁਢੇਪੇ ਦੇ ਸਮੇਂ ਤੁੱਛ ਨਾ ਜਾਣੀ। ਸੱਚ ਨੂੰ ਮੁੱਲ ਲੈ ਅਤੇ ਉਹਨੂੰ ਵੇਚੀ ਨਾ। ਨਾਲੇ ਅਕਲ, ਸਿੱਖਿਆ ਤੇ ਸਮਝ ਨੂੰ ਵੀ ਧਰਮੀ ਦਾ ਪਿਓ ਅਤ ਖੁਸ਼ ਹੋਵੇਗਾ, ਅਤੇ ਜਿਹਦੇ ਬੁੱਧਵਾਨ ਪੁੱਤਰ ਜਨਮੇ ਉਹ ਉਸ ਉੱਤੇ ਆਨੰਦ ਰਹੇਗਾ।
तेरे मापे आनंद होण, तेरी जनन वाली खुश होवे। हे मेरे पुत्र अपना दिल मैनू दे, तेरियां अखां मेरे राह वल लगियां रहन। पंजरी दा एक डूंगा टोया है ते ओपरी औरत एक पीड़ा खूह। ਉਹ ਧਾੜਵੀ ਵਾਂਗੁਰ ਛਹਿ ਲਾਉਂਦੀ ਹੈ ਤੇ ਆਦਮੀਆਂ ਵਿੱਚ ਬੇਈਮਾਨੀ ਦੀ ਗਿਣਤੀ ਵਧਾਉਂਦੀ ਹੈ। ਕੌਣ ਹਾਏ ਹਾਏ ਕਰਦਾ ਹੈ, ਕੌਣ ਅਫਸੋਸ ਕਰਦਾ ਹੈ, ਕੌਣ ਝਗੜਾਲੂ ਹੈ, ਕੌਣ ਕੁੜਦਾ ਹੈ, ਕੌਣ ਐਵੇਂ ਘਾਇਲ ਹੁੰਦਾ ਹੈ ਤੇ ਕਿਹਦੀਆਂ ਅੱਖਾਂ ਵਿੱਚ ਲਾਲੀ ਰਹਿੰਦੀ ਹੈ? ਉਹ ਜਿਹੜੇ ਮੈਂ ਉੱਤੇ ਚਿਰਲਾਉਂਦੇ ਹਨ ਅਤੇ ਰਲੀ ਹੋਈ ਸ਼ਰਾਬ ਦੀ ਭਾਲ ਕਰਦੇ ਹਨ। ਜਦੋਂ ਸ਼ਰਾਬ ਲਾਲ ਹੋਵੇ ਤੇ ਉਹ ਪਿਆਲੇ ਵਿੱਚ ਚਮਕੇ, ਤਦ ਉਹ ਸਹਿਜ ਨਾਲ ਹੇਠਾਂ ਉਤਰੇ ਤਾਂ ਤੂੰ ਉਹਦੀ ਵੱਲ ਨਾ ਤੱਕ। ਓੜਕ ਉਸ ਸੱਪ ਦੀ ਨਿਆਈ ਦੱਸਦੀ ਤੇ ਠੂਏ ਵਾਂਗੂ ਡੰਗ ਮਾਰਦੀ ਹੈ। ਤੇਰੀਆਂ ਅੱਖਾਂ ਅਨੋਖੀਆਂ ਚੀਜ਼ਾਂ ਵੇਖਣਗੀਆਂ, ਤੇਰਾ ਮਨ ਉਲਟੀਆਂ ਗੱਲਾਂ ਉਚਰੇਗਾ। ਸਗੋਂ ਉਹਦੇ ਵਰਗਾ ਤੂੰ ਬਣ ਜਾਵੇਗਾ ਜਿਹੜਾ ਸਮੁੰਦਰ ਵਿੱਚ ਲੰਮਾ ਪਵੇ ਅਥਵਾ ਮਸਤੂਲ ਦੇ ਸਿਰੇ ਉੱਤੇ ਲੇਟ ਜਾਵੇ। ਤੂੰ ਆਖੇਗਾ ਵੀ ਮੈਂ ਮਾਰ ਤਾਂ ਖਾਧੀ ਪਰ ਮੈਨੂੰ ਪੀੜ ਨਾ ਹੋਈ, ਮੈਂ ਕੁੱਟਿਆ ਤਾਂ ਗਿਆ ਪਰ ਮੈਨੂੰ ਕੁਝ ਸੁੱਧ ਨਹੀਂ ਸੀ। ਮੈਂ ਸੁਰਤ ਵਿੱਚ ਕਦੋਂ ਆਵਾਂਗਾ? ਮੈਂ ਫਿਰ ਉਹਦੀ ਭਾਲ ਕਰਾਂਗਾ। ਚੈਪਟਰ 24। ਬੁਰਿਆਂ ਲੋਕਾਂ ਉੱਤੇ ਖੁਣਸ ਨਾ ਕਰ ਤੇ ਨਾ ਹੀ ਉਹਨਾਂ ਦੀ ਸੰਗਤ ਦੀ ਇੱਛਾ ਰੱਖ, ਕਿਉਂ ਜੋ ਉਹਨਾਂ ਦਾ ਮਨ ਹਨੇਰ ਕਰਨ ਵਿੱਚ ਲੱਗਾ ਰਹਿੰਦਾ ਹੈ ਤੇ ਉਹਨਾਂ ਦੇ ਬੁੱਲ ਸ਼ਰਾਰਤ ਦੀਆਂ ਗੱਲਾਂ ਕਰਦੇ ਰਹਿੰਦੇ ਹਨ। ਬੁੱਧ ਨਾਲ ਘਰ ਬਣਾਈਦਾ ਤੇ ਸਮਝ ਨਾਲ ਅਸਥਿਰ ਰਹਿੰਦਾ ਹੈ। ਗਿਆਨ ਦੇ ਰਾਹੀਂ ਉਸ ਦੀਆਂ ਕੋਠੜੀਆਂ ਸਭ ਪ੍ਰਕਾਰ ਦੇ ਅਣਮੁੱਲ ਤੇ ਮਨ ਭਾਉਂਦੇ ਪਦਾਰਥਾਂ ਨਾਲ ਭਰਦੀਆਂ ਹਨ। ਬੁੱਧਵਾਨ ਪੁਰਖ ਬਲਵਾਨ ਹੈ ਤੇ ਗਿਆਨੀ ਮੁਕਤ ਸ਼ਕਤੀ ਵਧਾਈ ਜਾਂਦਾ ਹੈ। ਤੂੰ ਚੰਗੀ ਮੱਤ ਲੈ ਤਾਂ ਕਿ ਆਪਣਾ ਯੁੱਧ ਕਰ, ਬਹੁਤੇ ਸਲਾਹਾਂ ਨਾਲ ਹੀ ਬਚਾਓ ਹੈ। ਪਰ ਬੁੱਧ ਮੂਰਖ ਤੋਂ ਉੱਚੀ ਹੈ, ਉਹ ਫਾਟਕ ਵਿੱਚ ਮੂੰਹ ਨਹੀਂ ਖੋਲਦਾ ਜਿਹੜਾ ਬੁਰਾਈ ਸੋਚਦਾ ਹੈ। ਉਹਨੂੰ ਲੋਕ ਫਿੱਟੜੀਆਂ ਦਾ ਫੇਟ ਆਖਣਗੇ, ਮੂਰਖਤਾਈ ਦਾ ਤੇ ਯੁਕਤੀ ਪਾਪ ਹੈ ਅਤੇ ਮਖੌਲੀਆ ਆਦਮੀ ਲਈ ਘਿਨਾਉਣਾ ਹੈ। ਮਖੌਲੀਆ ਆਦਮੀਆਂ ਲਈ ਘਿਨਾਉਣਾ ਹੈ। ਜੇ ਤੂੰ ਵਿਪਤਾ ਦੇ ਦਿਨ ਢਿੱਲਾ ਪੈ ਜਾਵੇਂ ਤਾਂ ਤੇਰਾ ਬਲ ਥੋੜਾ ਹੈ। ਜਿਹਨੇ ਮੌਤ ਦੇ ਲਈ ਜਿਹੜੇ ਲੈ ਜਾਂਦੇ ਹਨ, ਜਿਹੜੇ ਘਾਤ ਹੋਣ ਲਈ ਝੂਲਦੇ ਫਿਰਦੇ ਹਨ, ਉਹਨਾਂ ਨੂੰ ਛੁਡਾਉਣ ਤੋਂ ਨਾ ਰੁਕ। ਜੇ ਤੂੰ ਆਖੇ ਲਓ ਸਾਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਸੀ, ਤਾਂ ਜਿਹੜਾ ਦਿਲਾਂ ਨੂੰ ਜਾਣਦਾ ਹੈ ਕੀ ਭਲਾ ਉਹ ਨਹੀਂ ਸਮਝਦਾ? ਤੇ ਤੇਰੀ ਜਿੰਦਾ ਰਾਖਾ ਇਹ ਨਹੀਂ ਜਾਣਦਾ? ਭਲਾ ਉਹ ਆਦਮੀ ਨੂੰ ਉਹਦੀਆਂ ਕਰਨੀਆਂ ਦਾ ਫਲ ਨਹੀਂ ਦੇਵੇਗਾ? ਕਿ ਮੇਰੇ ਪੁੱਤ ਤੂੰ ਸ਼ਾਇਦ ਖਾ ਤੇ ਚੰਗਾ ਹੋ। ਉਹ ਚੰਗਾ ਜੋ ਹੈ ਤੇ ਮਖੀਰ ਦਾ ਟਪਕਾ ਤੇਰੇ ਤਾਲੂ ਨੂੰ ਮਿੱਠਾ ਲੱਗੇ। ਜਾਣ ਲੈ ਕਿ ਅਕਲ ਤੇਰੀ ਜਾਲੀ ਇਸੇ ਹੀ ਤਰ੍ਹਾਂ ਹੈ। ਜੇ ਉਹ ਤੈਨੂੰ ਲੱਭੇ ਤਾਂ ਉਹਦਾ ਆਖਰ ਹੈ, ਉਹ ਤੇਰੀ ਆਸ ਨਾ ਟੁੱਟੇਗੀ। ਇਹ ਦੁਸ਼ਟ ਧਰਮੀ ਦੀ ਵਸੋਂ ਦੀ ਘਾਤ ਵਿੱਚ ਨਾ ਬੈਠ। ਉਹ ਵਿਸਰਾਮ ਦੇ ਥਾਂ ਨੂੰ ਉਹਦੇ ਨੂੰ ਨਾ ਉਜਾੜ। ਧਰਮੀ 7 ਵਾਰੀ ਡਿੱਗ ਕੇ ਵੀ ਉੱਠ ਖੜੋਂਦਾ ਹੈ, ਪਰ ਦੁਸ਼ਟ ਵਿਪਤਾ ਦੇ ਨਾਲ ਉਲਟਾਇਆ ਜਾਂਦਾ ਹੈ। ਜਦੋਂ ਤੇਰਾ ਵੈਰੀ ਡਿੱਗੇ ਤੱਕ ਆਨੰਦਿਤ ਨਾ ਹੋਵੇ ਤੇ ਉਹ ਠੋਕਰ ਖਾਵੇ ਤਾਂ ਤੇਰਾ ਜੀ ਪ੍ਰਸੰਨ ਨਾ ਹੋਵੇ। ਮਤੇ ਜੋ ਵਈ ਆਖ ਕੇ ਬੁਰਾ ਮੰਨ ਜਾਏ ਤੇ ਆਪਣਾ ਕ੍ਰੋਧ ਉਸ ਤੋਂ ਹਟਾ ਲਵੇ। ਤੂੰ ਕੁਕਰਮੀ ਦੇ ਕਾਰਨ ਨਾ ਕੁੜ, ਨਾ ਦੁਸ਼ਟਾਂ ਉੱਤੇ ਖੁਣਸ ਕਰ, ਕਿਉਂ ਜੋ ਬੁਰਿਆਰ ਲਈ ਅੱਗੇ ਨੂੰ ਕੋਈ ਆਸ ਨਹੀਂ। ਦੁਸ਼ਟਾਂ ਦਾ ਦੀਵਾ ਤਾਂ ਬੁਝਾਇਆ ਜਾਵੇਗਾ। ਇਹ ਮੇਰੇ ਪੁੱਤਰ ਯਹੋਵਾ ਤਾਂ ਅਤੇ ਪਾਤਸ਼ਾਹ ਦਾ ਭੈ ਮੰਨ ਲੈ ਅਤੇ ਫਿਰਤੂਆਂ ਨਾਲ ਨਾ ਰਲ, ਕਿਉਂ ਜੋ ਉਹਨਾਂ ਵੱਲੋਂ ਵਿਪਤਾ ਅਚਾਨਕ ਆਵੇਗੀ ਤੇ ਉਹਨਾਂ ਦੋਵਾਂ ਵੱਲੋਂ ਦੀ ਬਰਬਾਦੀ ਨੂੰ ਕੌਣ ਜਾਣਦਾ ਹੈ? ਇਹ ਵੀ ਬੁੱਧਵਾਨਾਂ ਦੇ ਵਾਕ ਹਨ। ਅਦਾਲਤ ਵਿੱਚ ਰਹੀ ਕਰਨੀ ਚੰਗੀ ਨਹੀਂ। ਜਿਹੜਾ ਦੁਸ਼ਟ ਨੂੰ ਆਖਦਾ ਹੈ ਕਿ ਤੂੰ ਧਰਮੀ ਹੈ ਤੇ ਉਹਨੂੰ ਲੋਕ ਫਟਕਾਰਨਗੇ ਤੇ ਉਮਤਾਂ ਉਸ ਤੋਂ ਘਿਰਣਾ ਕਰਨਗੀਆਂ, ਪਰ ਜੋ ਉਸਨੂੰ ਤਾੜਦੇ ਹਨ ਉਹ ਖੁਸ਼ ਹੋਣਗੇ ਤੇ ਉਹਨਾਂ ਤੇ ਚੰਗੀ ਬਰਕਤ ਆਵੇਗੀ। ਜਿਹੜਾ ਸੱਚਾ ਉੱਤਰ ਦਿੰਦਾ ਹੈ ਉਹ ਬੁੱਲਾਂ ਦਾ ਚੁੰਮਾ ਲੈਂਦਾ ਹੈ। ਜਿਹੜਾ ਬਾਹਰ ਆਪਣਾ ਕੰਮ ਤਿਆਰ ਕਰਕੇ ਖੇਤ ਨੂੰ ਸਵਾਰੇ ਫਿਰ ਆਪਣਾ ਘਰ ਵੰਡਾਵੇ, ਆਪਣੇ ਗੁਆਂਢੀ ਦੇ ਵਿਰੁੱਧ ਨਾ ਕਿ ਗਵਾਹੀ ਨਾ ਦੇਵੇ, ਆਪਣੇ ਬੁੱਲਾਂ ਨਾਲ ਧੋਖਾ ਨਾ ਹੋਣ ਦੇਵੇ। ਇਹ ਨਾ ਕਵੇ ਕਿ ਉਹਨੇ ਮੇਰੇ ਨਾਲ ਇਹ ਕੀਤਾ ਹੈ ਤੇ ਮੈਂ ਵੀ ਉਹਦੇ ਨਾਲ ਕਰਾਂਗਾ। ਉਸ ਆਦਮੀ ਦੇ ਕੀਤੇ ਦਾ ਬਦਲਾ ਲਵਾਂਗਾ। ਮੈਂ ਆਲਸੀ ਮਨੁੱਖ ਦੇ ਖੇਤ ਦੇ ਨਿਰਬੁੱਧ ਆਦਮੀ ਦੇ ਅੰਗੂਰੀ ਬਾਗ ਦੇ ਅੱਗਿਓਂ ਲੰਘਿਆ ਤਾਂ ਵੇਖਿਆ ਕਿ ਉੱਥੇ ਸਭ ਕੰਡੇ ਹੀ ਕੰਡੇ ਜੰਮ ਪਏ ਸਨ। ਉਹ ਤਾਂ ਭਖੜਿਆਂ ਨਾਲ ਭਰਿਆ ਹੋਇਆ ਸੀ ਤੇ ਉਹਦੀ ਪੱਕੀ ਕੰਧ ਢੱਠੀ ਪਈ ਸੀ। ਤਾਂ ਮੈਂ ਝਾਤੀ ਮਾਰ ਕੇ ਦਿਲ ਤੇ ਲਿਆਂਦਾ ਤਾਂ ਮੈਂ ਇਹ ਵੇਖ ਕੇ ਸਿੱਖਿਆ ਪ੍ਰਾਪਤ ਕੀਤੀ ਕਿ ਰਤੀ ਕੋ ਨੀਂਦ, ਰਤੀ ਕੋ ਉਂਗ, ਰਤੀ ਕੋ ਹੱਥ ਖੜੇ ਕਰਕੇ ਲੰਮਾ ਪੈਣਾ। ਇਸ ਤਰ੍ਹਾਂ ਗਰੀਬੀ ਧਾੜਵੀ ਵਾਂਗੂ ਤੇ ਤੰਗੀ ਸ਼ਸਤਰਧਾਰੀ ਵਾਂਗੂ ਤੇਰੇ ਉੱਤੇ ਆ ਪਵੇਗੀ। ਚੈਪਟਰ 25 ਦ੍ਰਿਸ਼ਟਾਂਤੀ ਉਪਦੇਸ਼। ਇਹ ਵੀ ਸੁਲੇਮਾਨ ਦੀਆਂ ਕਹਾਵਤਾਂ ਹਨ ਜਿਨ੍ਹਾਂ ਦੀ ਯਹੋਵਾ ਦੇ ਪਾਤਸ਼ਾਹ ਹਿਜ਼ਕੀਆ ਤੇ ਆਦਮੀਆਂ ਨੇ ਨਕਲ ਕੀਤੀ। ਪਰਮੇਸ਼ਰ ਦੀ ਮਹਿਮਾ ਗੱਲ ਨੂੰ ਗੁਪਤ ਰੱਖਣ ਵਿੱਚ ਹੀ ਹੈ।
ਪਰ ਪਾਤਸ਼ਾਹਾਂ ਦੀ ਮਹਿਮਾ ਗੱਲ ਦੀ ਪੜਤਾਲ ਕਰਨ ਵਿੱਚ ਹੁੰਦੀ ਹੈ। ਆਕਾਸ਼ ਦੀ ਉਚਾਈ, ਧਰਤੀ ਦੀ ਡੂੰਘਾਈ ਤੇ ਪਾਤਸ਼ਾਹਾਂ ਦਾ ਮਨ ਅਗੋਚਰ ਹਨ। ਚਾਂਦੀ ਦਾ ਖੋਟ ਕੱਢੋ ਤਾਂ ਸਰਾਫ ਲਈ ਭਾਂਡਾ ਬਣੇਗਾ। ਪਾਤਸ਼ਾਹ ਦੇ ਅੱਗੋਂ ਦੁਸ਼ਟ ਕੱਢੋ ਤਾਂ ਉਹਦੀ ਗੱਦੀ ਧਰਮ ਨਾਲ ਅਸਥਿਰ ਹੋ ਜਾਵੇਗੀ। ਪਾਤਸ਼ਾਹ ਦੇ ਹਜ਼ੂਰ ਵਿੱਚ ਆਪਣਾ ਆਦਰ ਨਾ ਭਾਲ ਤੇ ਵੱਡਿਆਂ ਲੋਕਾਂ ਦੇ ਥਾਂ ਉੱਤੇ ਨਾ ਖਲੋ। ਕਿਉਂ ਜੇ ਉਸ ਪਤਵੰਤ ਦੇ ਸਾਹਮਣੇ ਨੀਵੇਂ ਕੀਤਾ ਜਾਣ ਨਾਲੋਂ ਚੰਗਾ ਹੈ। ਇਹ ਤੇਰੇ ਲਈ ਚੰਗਾ ਵੀ ਤੈਨੂੰ ਇਹ ਆਖਿਆ ਜਾਵੇ ਕਿ ਇੱਧਰ ਉੱਤਾਂ ਆ ਜਾ, ਜਿਵੇਂ ਤੇਰੀਆਂ ਅੱਖੀਆਂ ਨੇ ਵੇਖਿਆ ਹੈ। ਝਗੜਾ ਕਰਨ ਲਈ ਛੇਤੀ ਅੱਗੇ ਨਾ ਹੋ। ਉੜਕ ਜਾਂ ਤੇਰਾ ਗੁਆਂਢੀ ਤੈਨੂੰ ਸ਼ਰਮਿੰਦਾ ਕਰੇ, ਤੂੰ ਕੀ ਕਰੇਗਾ? ਆਪਣੇ ਗੁਆਂਢੀ ਨਾਲ ਹੀ ਐਵੇਂ ਆਪਣੇ ਝਗੜੇ ਤੇ ਗੱਲਬਾਤ ਕਰ। ਇਸ ਭੇਤ ਨੂੰ ਕਿਸੇ ਦੂਸਰੇ ਕੁੱਤੇ ਨਾ ਖੋਲੀ, ਮਤੇ ਸੁਣਨ ਵਾਲਾ ਤੈਨੂੰ ਬੁਰਾ ਭਲਾ ਕਵੇ ਤੇ ਤੇਰਾ ਅਪਜਸ ਫਿਰ ਕਦੇ ਨਾ ਮਿਟੇ। ਟਿਕਾਣੇ ਸਿਰ ਆਖੇ ਹੋਏ ਬਚਨ ਚਾਂਦੀ ਦੀ ਝਾਂਜਰੀ ਅਤੇ ਸੋਨੇ ਦੇ ਸੇਬਾਂ ਵਰਗੇ ਹਨ। ਬੁੱਧਵਾਨ ਦੀ ਤਾੜ ਸੁਣਨ ਵਾਲੇ ਦੇ ਕੰਨ ਲਈ ਤੇ ਸੋਨੇ ਦੀ ਬਾਲੀ ਤੇ ਕੁੰਦਨ ਦਾ ਗਹਿਣਾ ਹੈ। ਜਿਵੇਂ ਵਾਢੀ ਦੇ ਦਿਨਾਂ ਬਾਰਿਸ਼ ਦੀ ਬਰਫ਼ ਦੀ ਠੰਡ ਹੁੰਦੀ ਹੈ, ਉਵੇਂ ਹੀ ਮਾਤਬਰ ਸੁਨੇਹੀਆ ਆਪਣੇ ਘੱਲਣ ਵਾਲਿਆਂ ਦੇ ਲਈ ਹੁੰਦਾ ਹੈ, ਕਿਉਂ ਜੋ ਉਹ ਆਪਣੇ ਮਾਲਕਾਂ ਦਾ ਜੀ ਠੰਡਾ ਕਰਦਾ ਹੈ। ਜਿਹੜਾ ਦਾਨ ਦਿੱਤਿਆਂ ਬਿਨਾਂ ਹੀ ਫੋਕੀ ਵਡਿਆਈ ਮਾਰਦਾ ਹੈ, ਉਹ ਉਸ ਬੱਦਲ ਤੇ ਪਾਉਣ ਵਰਗਾ ਹੈ ਜਿਹਦੇ ਵਿੱਚ ਵਰਖਾ ਨਹੀਂ ਹੁੰਦੀ। ਧੀਰਜ ਨਾਲ ਹਾਕਮ ਰਾਜ਼ੀ ਹੋ ਜਾਂਦਾ ਹੈ ਅਤੇ ਕੋਮਲ ਰਸਨਾ ਹੱਡੀ ਨੂੰ ਵੀ ਭੰਨ ਸੁੱਟਦੀ ਹੈ। ਜੇ ਤੈਨੂੰ ਸ਼ਹਿਦ ਲੱਭਾ ਤਾਂ ਜਿੰਨਾ ਤੈਨੂੰ ਲੋੜੀਂਦਾ ਹੈ ਓਨਾ ਹੀ ਖਾ, ਕਿਤੇ ਵਧੇਰੇ ਖਾ ਕੇ ਉਗਲਾਛ ਨਾ ਦਵੀਂ। ਆਪਣੇ ਗੁਆਂਢੀ ਦੇ ਘਰ ਪੈਰ ਤਾਂ ਧਰੀ, ਪਰ ਸੰਗੁੱਚ ਕੇ, ਕਿਤੇ ਅਜਿਹਾ ਨਾ ਹੋਵੇ ਉਹ ਤੈਨੂੰ ਅੱਕ ਕੇ ਤੇਥੋਂ ਕਰਾਹਤ ਕਰੇ। ਜਿਹੜਾ ਆਪਣੇ ਗੁਆਂਢੀ ਉੱਤੇ ਝੂਠੀ ਗਵਾਹੀ ਦਿੰਦਾ ਹੈ, ਉਹ ਗੁਰਜ ਅਤੇ ਤਲਵਾਰ ਤੇ ਤਿੱਖਾ ਬਾਣ ਹੈ। ਵਿਪਤਾ ਦੇ ਵੇਲੇ ਬੇਵਸਾਹੇ ਮਨੁੱਖ ਦਾ ਵਸਾਹ ਨਾ ਕਰੇ। ਬੇਵਸਾਹੇ ਮਨੁੱਖ ਦਾ ਵਸਾਹ ਕਰਨਾ ਖਰਾਬ ਦੰਦ ਤੇ ਮੋਚੇ ਹੋਏ ਪੈਰ ਵਰਗਾ ਹੈ। ਕਿਸੇ ਸੋਗੀ ਦੇ ਅੱਗੇ ਰਾਗ ਗਾਉਣਾ ਸਿਆਲ ਵਿੱਚ ਕੱਪੜਾ ਲਾਉਣ ਤੇ ਸੱਜੀ ਉੱਤੇ ਸਿਰਕਾ ਪਾਉਣ ਦੇ ਬਰਾਬਰ ਹੈ। ਜੇ ਤੇਰਾ ਵੈਰੀ ਭੁੱਖਾ ਹੋਵੇ ਤਾਂ ਉਹਨੂੰ ਰੋਟੀ ਖਵਾ, ਤੇਰਾ ਆਇਆ ਹੋਵੇ ਤਾਂ ਉਹਨੂੰ ਪਾਣੀ ਪਿਲਾ, ਕਿਉਂ ਜੋ ਤੂੰ ਇਹ ਕਰਕੇ ਉਹਦੇ ਸਿਰ ਤੇ ਅੰਗਿਆਰਾ ਦਾ ਢੇਰ ਲਾਵੇਂਗਾ ਅਤੇ ਜਿਹੜਾ ਤੈਨੂੰ ਫਲ ਦੇਵੇਗਾ। ਉੱਤਰੀ ਪਾਉਣ ਵਰਖਾ ਨੂੰ ਲਿਆਉਂਦੀ ਹੈ ਤੇ ਨਿੰਦਿਆ ਕਰਨ ਵਾਲੀ ਜੀਭ ਨਾਰਾਜ਼ ਅਤੇ ਝਾਕੀਆਂ। ਝਗੜਾਲੂ ਔਰਤ ਨਾਲ ਖੁੱਲੇ ਡੁੱਲੇ ਘਰ ਵਿੱਚ ਵਸਣ ਨਾਲੋਂ ਛੱਤ ਉੱਤੇ ਇੱਕ ਨੁਕਰੇ ਰਹਿਣਾ ਠੀਕ ਹੈ। ਜਿਵੇਂ ਥੱਕੇ ਮਾਂਦੇ ਦੀ ਜਾਨ ਲਈ ਠੰਡਾ ਪਾਣੀ, ਤਿਵੇਂ ਹੀ ਦੂਰੋਂ ਦੇਸੋਂ ਆਇਆ ਹੋਇਆ ਚੰਗਾ ਸਮਾਚਾਰ ਹੈ। ਧਰਮੀ ਪੁਰਸ਼ ਜੋ ਤੁਸ਼ਟ ਦੇ ਅੱਗੇ ਦਬ ਜਾਂਦਾ ਹੈ, ਉਹ ਗੰਧਲੇ ਸੁੰਬ ਅਤੇ ਪਲੀਤ ਸੋਤੇ ਵਰਗਾ ਹੈ। ਬਾਲਾ ਸ਼ਹਿਦ ਖਾਣਾ ਚੰਗਾ ਨਹੀਂ ਅਤੇ ਆਪਣੀ ਮਿਹਨਤ ਭਾਲ ਕਰਨੀ ਤੇ ਕਰਵਾਉਣੀ ਮਨੁੱਖਾਂ ਲਈ ਉਚਿਤ ਨਹੀਂ। ਜਿਹੜਾ ਮਨੁੱਖ ਆਪਣੀ ਰੂਹ ਉੱਤੇ ਵਸ ਨਹੀਂ ਕਰ ਸਕਦਾ, ਉਹ ਉਸ ਢੱਠੇ ਹੋਏ ਨਗਰ ਵਰਗਾ ਹੈ ਜਿਹਦੇ ਸ਼ਹਿਰ ਵਿੱਚ ਪਨਾਹ ਨਾ ਹੋਵੇ। ਚੈਪਟਰ 26। ਜਿਵੇਂ ਗਰਮੀ ਵਿੱਚ ਬਰਫ਼ ਅਤੇ ਵਾਢੀ ਵਿੱਚ ਵਰਖਾ, ਤਿਵੇਂ ਹੀ ਮੂਰਖ ਨੂੰ ਆਦਰ ਨਹੀਂ ਪਾਉਂਦਾ। ਜਿਵੇਂ ਚਿੜੀ ਭੌਂਦੀ ਤੇ ਬਾਲ ਕਟਾਰਾ ਉੜਦਾ ਫਿਰਦਾ ਹੈ, ਉਵੇਂ ਹੀ ਮੱਲੂ ਮੱਲੀ ਦਾ ਸ਼ਰਾਪ ਨਹੀਂ ਆਉਂਦਾ। ਘੋੜੇ ਦੇ ਲਈ ਚਾਬਕ ਅਤੇ ਗਧੇ ਦੇ ਲਈ ਲਗਾਮ ਅਤੇ ਮੂਰਖ ਦੀ ਪਿੱਠ ਲਈ ਛੀਟੀ ਹੁੰਦੀ ਹੈ। ਮੂਰਖ ਨੂੰ ਉਹਦੀ ਮੂਰਖਤਾ ਦੇ ਅਨੁਸਾਰ ਉੱਤਰ ਨਾ ਦੇਈਂ, ਕਿਤੇ ਤੂੰ ਵੀ ਉਹਦੇ ਵਰਗਾ ਨਾ ਹੋ ਜਾਵੇਂ। ਮੂਰਖ ਨੂੰ ਉਹਦੀ ਮੂਰਖਤਾ ਦੇ ਅਨੁਸਾਰ ਉੱਤਰ ਦੇ, ਕਿਤੇ ਉਹ ਆਪਣੇ ਲੇਖੇ 'ਚ ਬੁੱਧਵਾਨ ਵੀ ਨਾ ਬਣ ਬੈਠੇ। ਜਿਹੜਾ ਮੂਰਖ ਦੇ ਹੱਥ ਸੁਨੇਹਾ ਘੱਲਦਾ ਹੈ, ਉਹ ਆਪਣੇ ਪੈਰ ਵੱਢਦਾ ਅਤੇ ਵਿਸ ਪੀਂਦਾ ਹੈ। ਜਿਹੜਾ ਆਦਮੀ ਆਪਣੀ ਰੂਹ ਤੇ ਵਾਸ ਨਹੀਂ ਰੱਖਦਾ, ਉਹ ਢੱਠੇ ਹੋਏ ਸ਼ਹਿਰ ਵਰਗਾ ਹੈ ਜਿਹਦੇ ਵਿੱਚ ਪਨਾਹ ਨਾ ਹੋਵੇ। ਜਿਵੇਂ ਲੰਗੇ ਦੀਆਂ ਲਮਕਦੀਆਂ ਲੱਤਾਂ ਨਕੰਮੀਆਂ ਹਨ, ਉਵੇਂ ਹੀ ਮੂਰਖ ਦੇ ਮੂੰਹ ਵਿੱਚ ਦ੍ਰਿਸ਼ਟਾਂਤ ਹੈ। ਜਿਵੇਂ ਗੋਪੀਏ ਵਿੱਚ ਪੱਥਰ ਬੰਨਣਾ, ਉਵੇਂ ਹੀ ਮੂਰਖ ਨੂੰ ਆਦਰ ਦੇਣਾ ਹੈ। ਜਿਵੇਂ ਸ਼ਰਾਬੀ ਦੇ ਹੱਥ ਵਿੱਚ ਸੂਲ ਚੁੱਭਦੀ ਹੈ, ਤਿਵੇਂ ਹੀ ਮੂਰਖਾਂ ਦੇ ਮੂੰਹ ਵਿੱਚ ਇੱਕ ਦ੍ਰਿਸ਼ਟਾਂਤ ਹੈ। ਜਿਵੇਂ ਤੀਰਅੰਦਾਜ਼ ਸਭਨਾਂ ਨੂੰ ਫਟੜ ਕਰਦਾ ਹੈ, ਤਿਵੇਂ ਹੀ ਉਹ ਮੂਰਖ ਹੈ ਜੋ ਲੰਘਣ ਵਾਲੇ ਨੂੰ ਮਜ਼ਦੂਰੀ ਤੇ ਲਾਉਂਦਾ ਹੈ। ਜਿਵੇਂ ਕੁੱਤਾ ਆਪਣੀ ਕੈ ਨੂੰ ਚੱਟ ਲੈਂਦਾ ਹੈ, ਤਿਵੇਂ ਹੀ ਮੂਰਖ ਆਪਣੀ ਮੂਰਖਤਾ ਨੂੰ ਦੁਹਰਾਉਂਦਾ ਹੈ। ਕੀ ਤੂੰ ਉਸ ਆਦਮੀ ਨੂੰ ਵੇਖਦਾ ਹੈ ਜੋ ਆਪਣੀ ਨਿਗਾਹ ਵਿੱਚ ਆਪੇ ਬੁੱਧਵਾਨ ਹੈ? ਉਸ ਦੇ ਨਾਲੋਂ ਮੂਰਖ ਲਈ ਵਧੇਰੇ ਆਸ ਹੈ। ਆਲਸੀ ਕਹਿੰਦਾ ਹੈ ਕਿ ਰਾਹ ਵਿੱਚ ਸ਼ੀਂਹ ਬੈਠਾ ਹੈ, ਗਲੀਆਂ ਵਿੱਚ ਬੱਬਰ ਸ਼ੇਰ ਹੈ। ਜਿਵੇਂ ਕਬਾੜ ਚਿੱਥੀ ਉੱਤੇ ਘੁੰਮਦਾ ਹੈ, ਤਿਵੇਂ ਹੀ ਆਲਸੀ ਆਦਮੀ ਆਪਣੇ ਮੰਜੇ ਉੱਤੇ ਘੁੰਮਦਾ। ਆਲਸੀ ਆਪਣਾ ਹੱਥ ਥਾਲੀ ਵਿੱਚ ਪਾਉਂਦਾ ਹੈ
ਤੇ ਉਸ ਨੂੰ ਫਿਰ ਮੂੰਹ ਤੱਕ ਲਿਆਉਣ ਨਾਲ ਲਈ ਹੀ ਥੱਕ ਜਾਂਦਾ ਹੈ। ਆਲਸੀ ਆਪਣੀ ਨਿਗਾਹ ਵਿੱਚ ਉਹਨਾਂ 7 ਜਾਣਿਆਂ ਨਾਲੋਂ ਵੀ ਜੋ ਠੀਕ ਉੱਤਰ ਦੇਣ ਯੋਗ ਹਨ ਬੁੱਧਵਾਨ ਹੈ। ਜਿਹੜਾ ਰਾਹ ਤੁਰਦੇ ਜਾਂਦੇ ਆ ਰਾਹ ਝਗੜੇ ਵਿੱਚ ਪੈਰ ਪੜਾਵੇ, ਉਹ ਉਸ ਦੂਤ ਵਰਗਾ ਹੈ, ਉਸ ਵਰਗਾ ਜਿਹੜਾ ਕੁੱਤੇ ਨੂੰ ਕੰਨੋਂ ਫੜੇ। ਜਿਵੇਂ ਸ਼ੁਦਾਈ ਚੁਆਤੀਆਂ ਬਾਣ ਅਤੇ ਮੌਤ ਨੂੰ ਸੁੱਟਦਾ ਹੈ, ਤਿਹਾ ਹੀ ਉਹ ਹੈ ਜਿਹੜਾ ਆਪਣੇ ਗੁਆਂਢੀ ਨਾਲ ਛਲ ਖੇਡਦਾ ਹੈ ਤੇ ਆਖਦਾ ਹੈ, ਭਲਾ ਮੈਂ ਤਾਂ ਹਾਸਾ ਹੀ ਕਰਦਾ ਸੀ, ਭਲਾ ਮੈਂ ਮਖੌਲ ਨਹੀਂ ਸੀ ਕਰਦਾ, ਮੈਂ ਤਾਂ ਹਾਸੇ ਹੀ ਕਰਦਾ ਸੀ। ਜਿੱਥੇ ਬਾਲਣ ਨਹੀਂ ਉੱਥੇ ਅੱਗ ਬੁਝ ਜਾਂਦੀ ਹੈ, ਜਿੱਥੇ ਫੁਸਫੁਸੀਆਂ ਨਹੀਂ ਉੱਥੇ ਝਗੜਾ ਮੁੱਕ ਜਾਂਦਾ ਹੈ। ਜਿਵੇਂ ਅੰਗਾਰਿਆਂ ਉੱਤੇ ਕੋਇਲੇ ਅਤੇ ਅੱਗ ਉੱਤੇ ਲੱਕੜਾਂ, ਤਿਵੇਂ ਹੀ ਝਗੜੇ ਨੂੰ ਸੁਲਗਾਉਣ ਅਤੇ ਝਾਗੜੂ ਮਨੁੱਖ ਹੁੰਦਾ ਹੈ ਝਗੜੇ ਨੂੰ ਸੁਲਗਾਉਣ ਵਾਸਤੇ। ਚੁਗਲੀ ਕਰਨ ਵਾਲੇ ਦੀਆਂ ਗੱਲਾਂ ਸਵਾਦਲੀਆਂ ਬੁਰਕੀਆਂ ਵਰਗੀਆਂ ਹੁੰਦੀਆਂ ਹਨ, ਉਹ ਢਿੱਡ ਵਿੱਚ ਹੀ ਵੜ ਜਾਂਦੀਆਂ ਹਨ। ਜਿਵੇਂ ਮਿੱਟੀ ਦੇ ਭਾਂਡੇ ਉੱਤੇ ਚਾਂਦੀ ਦਾ ਪਾਣੀ, ਤਿਵੇਂ ਬਲ ਦੇ ਬੁੱਲ ਅਤੇ ਬੁਰਾ ਦਿਲ ਹੈ। ਵੈਰੀ ਆਪਣੇ ਬੁੱਲਾਂ ਨਾਲ ਕਪਟ ਕਰਦਾ ਹੈ ਤੇ ਆਪਣੇ ਅੰਦਰ ਧੋਖਾ ਰੱਖ ਛੱਡਦਾ ਹੈ। ਜਦੋਂ ਮਿੱਠੀਆਂ ਮਿੱਠੀਆਂ ਗੱਲਾਂ ਕਰੇ ਤਾਂ ਉਹਦੀ ਪ੍ਰਤੀਤ ਨਾ ਕਰ, ਕਿਉਂ ਜੋ ਉਹਦੇ ਦਿਲ ਵਿੱਚ 7 ਘਿਨਾਉਣੀਆਂ ਗੱਲਾਂ ਛੁਪੀਆਂ ਹੋਈਆਂ ਹਨ। ਭਾਵੇਂ ਉਹਦਾ ਵੈਰ ਮੱਕਰ ਨਾਲ ਲੁਕਿਆ ਵੀ ਰਵੇ ਤਾਂ ਵੀ ਉਹਦੀ ਬੁਰਾਈ ਸਭ ਵਿੱਚ ਪ੍ਰਗਟ ਹੋ ਜਾਵੇਗੀ, ਕੀਤੀ ਜਾਵੇਗੀ। ਜਿਹੜਾ ਟੋਆ ਪੁੱਟਦਾ ਹੈ ਉਹ ਆਪੇ ਉਸ ਵਿੱਚ ਡਿੱਗੇਗਾ, ਜਿਹੜਾ ਪੱਥਰ ਰੇੜਦਾ ਹੈ ਉਹ ਮੁੜ ਕੇ ਉਸ ਉੱਤੇ ਹੀ ਆਣ ਪਵੇਗਾ। ਝੂਠੀ ਜੀਭ ਉਹਨਾਂ ਨਾਲ ਵੈਰ ਰੱਖਦੀ ਹੈ ਜਿਨ੍ਹਾਂ ਨੂੰ ਉਸਨੇ ਕੁਚਲਿਆ ਤੇ ਚਾਪਲੂਸ ਮੂੰਹ ਨਾਸ਼ ਕਰਦਾ ਹੈ। ਚੈਪਟਰ 27। ਕੱਲ ਦਾ ਗਰਭ ਨਾ ਕਰ, ਭਲਕ ਨਹੀਂ, ਕਿਉਂ ਜੋ ਤੂੰ ਨਹੀਂ ਜਾਣਦਾ ਕਿ ਇੱਕੋ ਦਿਨ ਵਿੱਚ ਹੀ ਕੀ ਹੋ ਜਾਵੇ। ਤੇਰੀ ਸਲਾਹਤ ਕੋਈ ਹੋਰ ਭਾਵੇਂ ਕਰੇ, ਪਰ ਤੂੰ ਆਪਣੇ ਮੂੰਹ ਮਿੱਠੂ ਨਾ ਬਣੇ। ਹਾਂ ਓਪਰਾ ਕਰੇ ਨਾ ਕਿ ਤੇਰੇ ਆਪਣੇ ਬੁੱਲ। ਪੱਥਰ ਭਾਰਾ ਹੈ ਤੇ ਰੇਤ ਬੋਝਲ ਹੈ, ਪਰ ਮੂਰਖ ਦਾ ਕੁੜਨਾ ਉਹਨਾਂ ਦੋਵਾਂ ਨਾਲੋਂ ਭਾਰਾ ਹੈ। ਗੁੱਸਾ ਨਿਰਦਈ ਅਤੇ ਕ੍ਰੋਧ ਇੱਕ ਹੜ ਹੈ, ਪਰ ਈਰਖਾ ਅੱਗੇ ਕੌਣ ਖਲੋ ਸਕਦਾ। ਗੁੱਜੀ ਪ੍ਰੀਤ ਨਾਲੋਂ ਗੁੱਜੀ ਤਾੜ ਚੰਗੀ ਹੈ, ਹਿਤਕਾਰੀ ਨਾਲੋਂ ਘਾਉ ਵਫਾਦਾਰੀ ਵਾਲੇ ਹਨ, ਪਰ ਵੈਰੀ ਦੇ ਚੁੰਮੇ ਅਣਗਿਣਤ ਹੁੰਦੇ ਹਨ। ਰੱਜਿਆ ਹੋਇਆ ਜੀ ਸ਼ਹਿਦ ਦੇ ਛਤੇ ਤੋਂ ਵੀ ਕਲਿਆਣ ਕਰਦਾ ਹੈ, ਪਰ ਭੁੱਖੇ ਨੂੰ ਹਰ ਕੌੜੀ ਵਸਤ ਵੀ ਮਿੱਠੀ ਲੱਗਦੀ ਹੈ। ਜਿਹੜਾ ਮਨੁੱਖ ਆਪਣੇ ਟਿਕਾਣਿਓਂ ਭਟਕਦਾ ਹੈ ਉਹ ਉਸ ਪੰਛੀ ਵਰਗਾ ਹੁੰਦਾ ਜੋ ਆਪਣੇ ਆਲਣੇ ਤੋਂ ਖੁੰਝ ਜਾਵੇ। ਫੁਲੇਲ ਅਤੇ ਸੁਗੰਧ ਦਿਲ ਨੂੰ ਆਨੰਦਿਤ ਕਰਦੀਆਂ ਹਨ, ਉਵੇਂ ਹੀ ਉਸ ਮਿੱਤਰ ਦੀ ਮਨੋਂ ਦਿੱਤੀ ਹੋਈ ਸਲਾਹ ਦੀ ਮਿਠਾਸ ਹੈ। ਆਪਣੇ ਅਤੇ ਆਪਣੇ ਪਿਓ ਦੇ ਮਿੱਤਰ ਨੂੰ ਨਾ ਛੱਡ ਅਤੇ ਆਪਣੀ ਵਿਪਤਾ ਦੇ ਦਿਨ ਆਪਣੇ ਭਰਾ ਦੇ ਘਰ ਨਾ ਜਾ। ਤੂੰ ਦੇ ਭਰਾ ਨਾਲੋਂ ਨੇੜੇ ਦਾ ਗੁਆਂਢੀ ਚੰਗਾ ਹੈ। ਕਿ ਮੇਰੇ ਪੁੱਤਰ ਬੁੱਧਵਾਨ ਹੋਵੀਂ ਤੇ ਮੇਰੇ ਜੀ ਨੂੰ ਆਨੰਦਿਤ ਕਰੀਂ, ਵੀ ਮੈਂ ਉਸ ਨੂੰ ਉੱਤਰ ਦੇ ਸਕਾਂ ਜਿਹੜਾ ਮੈਨੂੰ ਮਿਹਣਾ ਮਾਰਦਾ ਹੈ। ਸਿਆਣਾ ਵਿਪਤਾ ਨੂੰ ਵੇਖ ਕੇ ਲੁਕ ਜਾਂਦਾ ਹੈ, ਪਰ ਭੋਲਾ ਗਾਂਹ ਵੱਧ ਕੇ ਕਸ਼ਟ ਭੋਗਦਾ ਹੈ। ਜਿਹੜਾ ਪਰਦੇਸੀ ਦਾ ਜਾਮਨ ਹੋਵੇ ਉਹਦੇ ਕੱਪੜੇ ਰੱਖ ਲੈ, ਜਿਹੜਾ ਓਪਰੀ ਔਰਤ ਦਾ ਜਾਮਨ ਹੋਵੇ ਉਹਦੇ ਕੁਝ ਗਹਿਣੇ ਰੱਖ ਲੈ। ਜਿਹੜਾ ਤੜਕੇ ਹੀ ਉੱਠ ਕੇ ਆਪਣੇ ਗੁਆਂਢੀ ਨੂੰ ਉੱਚੀ ਦੇ ਕੇ ਅਸੀਸ ਦਿੰਦਾ ਹੈ ਉਹਦੇ ਲਈ ਵੀ ਸ਼ਰਾਫੀ ਗਿਣਿਆ ਜਾਵੇਗਾ। ਝੜੀ ਦੇ ਦਿਨ ਦਾ ਲਗਾਤਾਰ ਚੋਆ ਝਗੜਾਲੂ ਔਰਤ ਦੋਵੇਂ ਇੱਕੋ ਸਮਾਨ ਹਨ। ਜਿਹੜਾ ਉਸਨੂੰ ਤੱਕਦਾ ਉਹ ਪਾਉਣ ਨੂੰ ਥੱਕਦਾ ਹੈ, ਅਥਵਾ ਉਹ ਸੱਜੇ ਹੱਥ ਨਾਲ ਤੇਲ ਨੂੰ ਫੜਦਾ ਹੈ। ਜਿਹੜਾ ਲੋਹੇ ਨੂੰ ਤਿੱਖਾ ਕਰਦਾ ਹੈ ਇਹ ਮਨੁੱਖ ਆਪਣੇ ਮਿੱਤਰ ਦੇ ਮੁਖ ਨੂੰ ਤਿੱਖਾ ਕਰਦਾ ਹੈ। ਜਿਹੜਾ ਹੰਜੀਰ ਦੇ ਰੁੱਖ ਦੀ ਰਾਖੀ ਕਰਦਾ ਹੈ ਉਹ ਉਸ ਦਾ ਫਲ ਖਾਵੇਗਾ। ਅਤੇ ਜਿਹੜਾ ਜਲ ਵਿੱਚ ਮੂੰਹ ਨਾਲ ਮਿਲਦਾ ਹੈ, ਜਿਵੇਂ ਮਨੁੱਖ ਦਾ ਮਨ ਦੂਸਰੇ ਮਨੁੱਖ ਨਾਲ, ਜਿਵੇਂ ਜਲ ਵਿੱਚ ਮੂੰਹ ਨਾਲ ਮਿਲਦਾ ਹੈ ਤਿਵੇਂ ਹੀ ਦੂਸਰੇ ਆਦਮੀ ਦਾ ਮਨ ਦੂਸਰੇ ਆਦਮੀ ਨਾਲ। ਪਤਾਲ ਵਿੱਚ ਹਲਾਕਤ ਕਦੇ ਤ੍ਰਿਪਤ ਨਹੀਂ ਹੁੰਦੇ, ਉਵੇਂ ਹੀ ਆਦਮੀ ਦੀਆਂ ਅੱਖੀਆਂ ਵੀ ਕਦੇ ਤ੍ਰਿਪਤ ਨਹੀਂ ਹੁੰਦੀਆਂ। ਪਤਾਲ ਅਤੇ ਹਲਾਕਤ ਕਦੇ ਤ੍ਰਿਪਤ ਨਹੀਂ ਹੁੰਦੇ, ਉਵੇਂ ਹੀ ਮਨੁੱਖ ਦੀਆਂ ਅੱਖੀਆਂ ਕਦੇ ਵੀ ਤ੍ਰਿਪਤ ਨਹੀਂ ਹੁੰਦੀਆਂ। ਜਿਵੇਂ ਚਾਂਦੀ ਦੇ ਲਈ ਕੁਠਾਲੀ ਅਤੇ ਸੋਨੇ ਦੇ ਲਈ ਭੱਠੀ ਹੁੰਦੀ ਹੈ, ਉਵੇਂ ਹੀ ਆਦਮੀ ਦੇ ਮਾਣ ਜਸ ਨਾਲ ਉਹਦੀ ਵੀ ਜਾਂਚ ਹੁੰਦੀ ਹੈ। ਭਾਵੇਂ ਤੂੰ ਮੂਰਖ ਨੂੰ ਉਖਲੀ ਵਿੱਚ ਦਾਣਿਆਂ ਦੇ ਵਾਂਗੂ ਮੋਹਲਿਆਂ ਨਾਲ ਕੁੱਟੇ ਤਾਂ ਵੀ ਉਸ ਦੀ ਮੂਰਖਤਾ ਹੀ ਉਸ ਤੋਂ ਨਹੀਂ ਹਟ ਸਕਦੀ। ਆਪਣੇ ਇੱਜੜਾਂ ਦਾ ਹਾਲ ਚੰਗੀ ਤਰ੍ਹਾਂ ਬੁੱਝ ਲੈ ਅਤੇ ਆਪਣੇ ਵਗਾਂ ਦੀ ਸੁੱਧ ਰੱਖ, ਕਿਉਂ ਜੋ ਧਨ ਸਦਾ ਨਹੀਂ ਠਹਿਰਦਾ। ਭਲਾ ਮੁਕਟ ਪੀੜ੍ਹੀਓ ਪੀੜ੍ਹੀ ਬਣਿਆ ਰਹਿੰਦਾ ਹੈ। ਜਦੋਂ ਘਾਹ ਚੁੱਕਿਆ ਗਿਆ ਤਾਂ ਨੰਨਾ ਮੁੰਨਾ ਘਾਹ ਵਿਖਾਈ ਦਿੰਦਾ ਹੈ ਤੇ ਪਹਾੜਾਂ ਦਾ ਸਾਗ ਪਾਤ ਇਕੱਠਾ ਹੋ ਜਾਂਦਾ ਹੈ।
ਲੇਲੇ ਤੇਰੇ ਬਸਤਰਾਂ ਲਈ ਹੋਣਗੇ ਤੇ ਬੱਕਰੇ ਖੇਤ ਦੇ ਮੁੱਲ ਲਈ, ਤੇ ਬੱਕਰੀਆਂ ਦਾ ਦੁੱਧ ਤੇਰੇ ਤੇ ਤੇਰੇ ਟੱਬਰ ਦੀ ਖਾਦ ਖੁਰਾਕ ਜੋਗਾ ਤੇ ਤੇਰੀਆਂ ਟਹਿਲਣਾ ਦੇ ਗੁਜ਼ਾਰੇ ਲਈ ਹੋਵੇਗਾ। ਚੈਪਟਰ 28। ਦੁਸ਼ਟ ਨੱਠਦੇ ਹਨ, ਭਾਵੇਂ ਕੋਈ ਪਿੱਛਾ ਕਰਨ ਵਾਲਾ ਵੀ ਨਾ ਹੋਵੇ, ਪਰ ਧਰਮੀ ਸ਼ੇਰ ਵਾਂਗੂ ਨਿਡਰ ਰਹਿੰਦਾ ਹੈ। ਦੇਸ਼ ਦੇ ਅਪਰਾਧ ਕਰਕੇ ਉਸਦੇ ਸਰਦਾਰ ਬਾਲੇ ਹੁੰਦੇ ਹਨ, ਪਰ ਸਿਆਣੇ ਤੇ ਗਿਆਨਵਾਨ ਬੁੱਧਵਾਨ ਆਦਮੀ ਦੇ ਦੁਆਰਾ ਉਸਦਾ ਕਲਿਆਰ ਚਿਰ ਤਾਈਂ ਬਣਿਆ ਰਹਿੰਦਾ ਹੈ। ਲੋੜਕੂ ਪੁਰਖ ਜੋ ਗਰੀਬਾਂ ਨੂੰ ਦਬਾਉਂਦਾ ਹੈ, ਉਹ ਵਾਛੜ ਦੇ ਮੀਂਹ ਵਰਗਾ ਹੈ ਜਿਹੜਾ ਰੋਟੀ ਵੀ ਨਹੀਂ ਰਹਿਣ ਦਿੰਦਾ। ਵਿਵਸਥਾ ਦੇ ਤਿਆਗਣ ਵਾਲੇ ਦੁਸ਼ਟਾਂ ਦੀ ਮਹਿਮਾ ਕਰਦੇ ਹਨ, ਪਰ ਵਿਵਸਥਾ ਦੇ ਪਾਲਣ ਵਾਲੇ ਉਹਨਾਂ ਨਾਲ ਝਗੜਦੇ ਹਨ। ਬੁਰੇ ਆਦਮੀ ਨਿਆਂ ਨੂੰ ਨਹੀਂ ਸਮਝਦੇ, ਪਰ ਯਹੋਵਾ ਦੇ ਤਾਲਬ ਸਭ ਕੁਝ ਸਮਝਦੇ ਹਨ। ਦੀਨ ਜੋ ਖਰਿਆਈ ਵਿੱਚ ਚੱਲਦਾ ਹੈ, ਪੁੱਠੀ ਚਾਲ ਵਾਲੇ ਨਾਲੋਂ ਚੰਗਾ ਹੈ, ਭਾਵੇਂ ਉਹ ਧਨੀ ਵੀ ਹੋਵੇ। ਵਿਵਸਥਾ ਦੀ ਪਾਲਣਾ ਕਰਨ ਵਾਲਾ ਸਮਝਦਾਰ ਪੁੱਤਰ ਹੈ, ਪਰ ਪੇਟੂਆਂ ਦਾ ਮੇਲੀ ਆਪਣੇ ਪਿਓ ਦਾ ਵੀ ਮੂੰਹ ਕਾਲਾ ਕਰਦਾ ਹੈ। ਜਿਹੜਾ ਵਿਆਜ ਅਤੇ ਕੁਧਰਮ ਦੀ ਖੱਟੀ ਨਾਲ ਧਨ ਵਧਾਉਂਦਾ ਹੈ, ਉਹ ਗਰੀਬਾਂ ਉੱਤੇ ਕਿਰਪਾ ਕਰਨ ਵਾਲੇ ਦੇ ਲਈ ਹੀ ਇਕੱਠਾ ਕਰਦਾ ਹੈ। ਜਿਹੜਾ ਵਿਵਸਥਾ ਨੂੰ ਸੁਣਨ ਤੋਂ ਕੰਨ ਫੇਰ ਲੈਂਦਾ ਹੈ, ਉਹਦੀ ਪ੍ਰਾਰਥਨਾ ਵੀ ਘਿਨਾਉਣੀ ਹੁੰਦੀ ਹੈ। ਜਿਹੜਾ ਸੱਚਿਆਰ ਨੂੰ ਖੋਟੇ ਰਾਹ ਤੋਂ ਘੁਮਾ ਦਿੰਦਾ ਹੈ, ਉਹ ਆਪਣੇ ਟੋਏ ਵਿੱਚ ਆਪੇ ਹੀ ਡਿੱਗ ਪਵੇਗਾ, ਪਰ ਖਰੇ ਲੋਕ ਚੰਗੀ ਮਰਾਸ ਪਾਉਣਗੇ। ਧਨਵਾਨ ਪੁਰਸ਼ ਆਪਣੀ ਨਿਗਾਹ ਵਿੱਚ ਬੁੱਧਵਾਨ ਹੁੰਦਾ ਹੈ, ਪਰ ਮੱਤ ਵਾਲਾ ਗਰੀਬ ਉਹਨੂੰ ਬੁੱਝ ਲੈਂਦਾ ਹੈ। ਜਦੋਂ ਧਰਮੀ ਜਿੱਤਦੇ ਹਨ ਤਾਂ ਬੜੀ ਸ਼ੋਭਾ ਹੁੰਦੀ ਹੈ, ਪਰ ਜਦੋਂ ਦੁਸ਼ਟ ਟੁੱਟਦੇ ਹਨ ਤਾਂ ਆਦਮੀ ਲੁਕ ਛੁਪ ਜਾਂਦੇ ਹਨ। ਜਿਹੜਾ ਆਪਣੇ ਅਪਰਾਧਾਂ ਨੂੰ ਲੁਕਾਉਂਦਾ ਹੈ, ਉਹ ਸਫਲ ਨਹੀਂ ਹੁੰਦਾ, ਪਰ ਜੋ ਉਹਨਾਂ ਨੂੰ ਮੰਨ ਕੇ ਛੱਡ ਦਿੰਦਾ ਹੈ, ਉਹਦੇ ਉੱਤੇ ਰਹਿਮ ਕੀਤਾ ਜਾਂਦਾ ਹੈ। ਧਨ ਹੈ ਉਹ ਮਨੁੱਖ ਜਿਹੜਾ ਸਦਾ ਡਰ ਭਉ ਮੰਨਦਾ ਹੈ, ਪਰ ਜੋ ਆਪਣੇ ਮਨ ਨੂੰ ਕਠੋਰ ਕਰ ਲੈਂਦਾ ਹੈ, ਉਹ ਵਿਪਤਾ ਵਿੱਚ ਪੈ ਜਾਵੇਗਾ। ਗਰੀਬ ਰਈਅਤ ਉੱਤੇ ਦੁਸ਼ਟ ਹਾਕਮ ਗਰਜਣ ਵਾਲੇ ਛੀਂ ਅਤੇ ਫਿਰਦੇ ਹੋਏ ਰਿਛ ਵਰਗਾ ਹੈ। ਸਮਝਹੀਣ ਹਾਕਮ ਤਾਂ ਔਖਾ ਕਰਨ ਵਾਲਾ ਵੀ ਹੁੰਦਾ ਹੈ, ਪਰ ਜੋ ਲੋਭ ਤੋਂ ਘਿਰਣਾ ਕਰਦਾ ਹੈ, ਉਹ ਆਪਣੇ ਦਿਨ ਲੰਮੇ ਕਰਦਾ ਹੈ। ਜਿਸ ਆਦਮੀ ਉੱਤੇ ਕਿਸੇ ਜਾਨ ਦੇ ਖੂਨ ਦਾ ਭਾਰ ਹੈ, ਉਹ ਟੋਏ ਵੱਲ ਨੱਸਦਾ ਹੈ। ਕੋਈ ਉਸ ਨੂੰ ਨਾ ਰੋਕੇ। ਜਿਹੜਾ ਨੇਕ ਚਾਲ ਚੱਲਦਾ, ਉਹ ਤਾਂ ਬਚਾਇਆ ਜਾਵੇਗਾ, ਪਰ ਜਿਹਦੇ ਰਾਹ ਪੁੱਠੇ ਹਨ, ਉਹ ਝਾਬਦੇ ਹੀ ਡਿੱਗ ਪਵੇਗਾ। ਜਿਹੜਾ ਆਪਣੀ ਜ਼ਮੀਨ ਵਾਹੁੰਦਾ ਹੈ, ਉਹ ਰੋਟੀ ਨਾਲ ਰੱਜੇਗਾ, ਪਰ ਜਿਹੜਾ ਕੂੜ ਦਾ ਪਿੱਛਾ ਕਰਦਾ ਹੈ, ਉਹ ਗਰੀਬੀ ਨਾਲ ਰੱਜੇਗਾ। ਸੱਚੇ ਪੁਰਖ ਉੱਤੇ ਘਨੇਰੀਆਂ ਅਸੀਸਾਂ ਹੋਣਗੀਆਂ, ਪਰ ਜਿਹੜਾ ਧੰਨਵਾਦ ਹੋਣ ਵਿੱਚ ਕਾਹਲੀ ਕਰਦਾ ਹੈ, ਉਹ ਬਿਨਾਂ ਡਰ ਦੇ ਨਾ ਛੁੱਟੇਗਾ। ਪੱਖਪਾਤ ਕਰਨਾ ਚੰਗਾ ਨਹੀਂ, ਪਰ ਰੋਟੀ ਦੀ ਇੱਕ ਬੁਰਕੀ ਦੇ ਨਿਮਿਤ ਵੀ ਮਨੁੱਖ ਅਪਰਾਧ ਕਰੇਗਾ। ਲੋਭੀ ਮਨੁੱਖ ਕਾਹਲੀ ਨਾਲ ਧਨ ਦਾ ਪਿੱਛਾ ਕਰਦਾ ਹੈ ਅਤੇ ਨਹੀਂ ਜਾਣਦਾ ਕਿ ਗਰੀਬੀ ਉਹਦੇ ਉੱਤੇ ਆ ਪਵੇਗੀ। ਆਦਮੀ ਨੂੰ ਤਾਣਾ ਦੇਣ ਵਾਲਾ ਔੜਕ ਨੂੰ ਉਸ ਨਾਲੋਂ ਜਿਹੜਾ ਜੀਭ ਨਾਲ ਝੋਲੀ ਚੁੱਕਦਾ ਹੈ, ਬਹੁਤੀ ਕਿਰਪਾ ਪਾਵੇਗਾ। ਜਿਹੜਾ ਆਪਣੇ ਪਿਓ ਜਾਂ ਆਪਣੀ ਮਾਂ ਨੂੰ ਲੁੱਟ ਕੇ ਆਖਦਾ ਹੈ ਵੀ ਇਹ ਕੋਈ ਅਪਰਾਧ ਨਹੀਂ, ਉਹ ਉਜਾੜੂ ਦਾ ਮੇਲੀ ਹੈ। ਲੋਭੀ ਪੁਰਸ਼ ਝਗੜਾ ਛੇੜਦਾ ਹੈ, ਅਤੇ ਜਿਹੜਾ ਯਹੋਵਾ ਉੱਤੇ ਭਰੋਸਾ ਰੱਖਦਾ ਹੈ, ਉਹ ਮੋਟਾ ਕੀਤਾ ਜਾਵੇਗਾ। ਜਿਹੜਾ ਆਪਣੇ ਆਪ ਉੱਤੇ ਹੀ ਭਰੋਸਾ ਰੱਖਦਾ ਹੈ, ਉਹ ਮੂਰਖ ਇਨਸਾਨ ਹੈ, ਪਰ ਜੋ ਅਕਲ ਨਾਲ ਤੁਰਦਾ ਹੈ, ਉਹ ਛੁਡਾਇਆ ਜਾਵੇਗਾ। ਜਿਹੜਾ ਦੀਨਾਂ ਨੂੰ ਦਾਨ ਦਿੰਦਾ ਹੈ, ਉਹਨੂੰ ਕੋਈ ਥੁੜ ਨਹੀਂ ਹੋਵੇਗੀ, ਪਰ ਜੋ ਉਹਨਾਂ ਵੱਲੋਂ ਅੱਖੀਆਂ ਮੋੜ ਲੈਂਦਾ ਹੈ, ਉਹਦੇ ਉੱਤੇ ਬਹੁਤ ਸ਼ਰਾਫ ਪੈਣਗੇ। ਜਦ ਦੁਸ਼ਟ ਉੱਠਦੇ ਹਨ ਤਾਂ ਆਦਮੀ ਲੁਕ ਜਾਂਦੇ ਹਨ, ਪਰ ਜਦੋਂ ਉਹ ਮਿਟ ਜਾਂਦੇ ਹਨ ਤਾਂ ਧਰਮੀ ਵੱਧ ਜਾਂਦੇ ਹਨ। ਚੈਪਟਰ 29। ਜਿਹੜਾ ਝੱਟੇ ਬਿੰਦੇ ਤਾੜ ਖਾ ਕੇ ਵੀ ਧੌਣ ਦਾ ਅਕੜੇਵਾਂ ਕਰੇ, ਉਹ ਅਚਾਨਕ ਭੰਨ ਦਿੱਤਾ ਜਾਵੇਗਾ। ਪਰ ਜਦ ਉਹਦਾ ਕੋਈ ਉਪਾਅ ਨਾ ਹੋਵੇਗਾ, ਜਦ ਧਰਮੀ ਕਮਜ਼ੋਰ ਹੁੰਦੇ ਹਨ ਤਾਂ ਲੋਕ ਆਨੰਦ ਕਰਦੇ ਹਨ, ਪਰ ਜਦੋਂ ਦੁਸ਼ਟ ਰਾਜ ਕਰਦੇ ਹਨ ਤਾਂ ਲੋਕ ਢਾਹਾਂ ਮਾਰਦੇ ਹਨ। ਜਿਹੜਾ ਅਕਲ ਨਾਲ ਪ੍ਰੀਤ ਲਾਉਂਦਾ ਹੈ, ਉਹ ਆਪਣੇ ਪਿਓ ਨੂੰ ਆਨੰਦ ਕਰਦਾ ਹੈ, ਪਰ ਜਿਹੜਾ ਕੰਜਰੀਆਂ ਦਾ ਸਾਥ ਕਮਾਉਂਦਾ ਹੈ, ਉਹ ਆਪਣਾ ਮਾਲ ਉਡਾਉਂਦਾ ਹੈ। ਨਿਆਂ ਨਾਲ ਪਾਤਸ਼ਾਹ ਨੂੰ ਦੇਸ਼ ਨੂੰ ਦ੍ਰਿੜ ਕਰਦਾ ਹੈ ਪੂਰਾ, ਪਰ ਕਰਜ਼ੇ ਦਾ ਲੋਭੀ ਉਹਨੂੰ ਉਲਟਾ ਦਿੰਦਾ ਹੈ। ਜਿਹੜਾ ਪੁਰਸ਼ ਆਪਣੇ ਗੁਆਂਢੀ ਦੀ ਚਾਪਲੂਸੀ ਕਰਦਾ ਹੈ, ਉਹ ਆਪਣੇ ਪੈਰਾਂ ਲਈ ਜਾਲ ਵਿਛਾਉਂਦਾ ਹੈ। ਬੁਰਿਆਰ ਦੇ ਅਪਰਾਧ ਵਿੱਚ ਫਾਈ ਹੈ, ਪਰ ਧਰਮੀ ਮਨੁੱਖ ਜੈਕਾਰਾਂ ਨਾਲ ਆਨੰਦ ਹੁੰਦਾ ਹੈ। ਧਰਮੀ ਤਾਂ ਗਰੀਬਾਂ ਦੇ ਮੁਕੱਦਮੇ ਨੂੰ ਜਾਣਦਾ ਹੈ, ਪਰ ਦੁਸ਼ਟ ਉਹਨਾਂ ਦੇ ਸਮਝਣ ਦਾ ਗਿਆਨ ਨਹੀਂ ਰੱਖਦਾ। ਮਖੌਲੀਆ ਤਾਂ ਨਗਰ ਵਿੱਚ ਲਾਂਭੂ ਲਾਉਂਦਾ ਹੈ, ਪਰ ਬੁੱਧਵਾਨ ਕ੍ਰੋਧ ਨੂੰ ਵੀ ਮੋੜ ਦਿੰਦਾ ਹੈ। ਜੋ ਬੁੱਧਵਾਨ ਆਦਮੀ ਮੂਰਖ ਨਾਲ ਝਗੜਦਾ ਹੈ,
ਤਾਂ ਭਾਵੇਂ ਉਹ ਗੁੱਸੇ ਹੀ ਹੋਵੇ, ਭਾਵੇਂ ਹਾਸੀ ਕਰੇ, ਪਰ ਚੈਨ ਉਹਨੂੰ ਨਹੀਂ ਮਿਲਦਾ। ਖੂਨੀ ਮਨੁੱਖ ਖਰਿਆਂ ਨਾਲ ਵੈਰ ਰੱਖਦਾ ਹੈ, ਪਰ ਸੱਚਿਆਰ ਉਹਨਾਂ ਦੀ ਜਾਨ ਨੂੰ ਪਾਲਦਾ ਹੈ। ਮੂਰਖ ਆਪਣਾ ਸਾਰਾ ਗੁੱਸਾ ਵਿਖਾ ਦਿੰਦਾ ਹੈ, ਪਰ ਬੁੱਧਵਾਨ ਆਪਣੇ ਗੁੱਸੇ ਨੂੰ ਚੁੱਪ ਕਰਕੇ ਰੋਕ ਰੱਖਦਾ ਹੈ। ਜੇ ਕੋਈ ਹਾਕਮ ਝੂਠ ਉੱਤੇ ਕੰਨ ਲਾਉਂਦਾ ਹੈ ਤਾਂ ਉਹਦੇ ਸਭੇ ਚਾਕਰ ਦੁਸ਼ਟ ਹੋ ਜਾਣਗੇ। ਦੀਨ ਅਤੇ ਦਾਬਾ ਦੇਣ ਵਾਲਾ ਇੱਕ ਦੂਜੇ ਨੂੰ ਮਿਲਦੇ ਹਨ ਤਾਂ ਜੋਵਾ ਉਹਨਾਂ ਦੋਨਾਂ ਦੀਆਂ ਅੱਖਾਂ ਨੂੰ ਚਾਨਣ ਦਿੰਦਾ ਹੈ। ਜਿਹੜਾ ਪਾਤਸ਼ਾਹ ਗਰੀਬਾਂ ਦਾ ਸੱਚਾ ਨਿਆਂ ਕਰਦਾ ਹੈ, ਉਹਦੀ ਗੱਦੀ ਸਦਾ ਬਣੀ ਰਹੇਗੀ। ਤਾੜ ਅਤੇ ਛਿੱਟੀ ਬੁੱਧ ਦਿੰਦੀਆਂ ਹਨ, ਪਰ ਜਿਹੜਾ ਬਾਲਕ ਬੇਮੁਹਾਰਾ ਛੱਡ ਦਿੱਤਾ ਜਾਂਦਾ ਹੈ, ਉਹ ਆਪਣੀ ਮਾਂ ਲਈ ਨਮੋਸ਼ੀ ਲਿਆਉਂਦਾ ਹੈ। ਜਦੋਂ ਦੁਸ਼ਟ ਕਮਜ਼ੋਰ ਹੁੰਦੇ ਹਨ ਤਾਂ ਅਪਰਾਧ ਵੱਧਦਾ ਹੈ, ਪਰ ਧਰਮੀ ਉਹਨਾਂ ਦਾ ਡਿੱਗਣਾ ਦੇਖੇਗਾ। ਆਪਣੇ ਪੁੱਤਰ ਨੂੰ ਤਾੜ ਤਾਂ ਤੈਨੂੰ ਸੁੱਖ ਮਿਲੇਗਾ ਅਤੇ ਉਹ ਤੇਰੇ ਜੀਅ ਨੂੰ ਨਿਹਾਲ ਕਰੇਗਾ। ਜਿੱਥੇ ਦਰਸ਼ਨ ਨਹੀਂ ਉੱਥੇ ਲੋਕ ਬੇਮੁਹਾਰੇ ਹੋ ਜਾਂਦੇ ਹਨ, ਪਰ ਜਿਹੜਾ ਵਿਵਸਥਾ ਦੀ ਪਾਲਣਾ ਕਰਦਾ ਹੈ ਉਹ ਧਨ ਹੈ। ਟਹਿਲੀਆਂ ਨਿਰੀਆਂ ਗੱਲਾਂ ਨਾਲ ਹੀ ਨਹੀਂ ਸੌਰਦਾ, ਕਿਉਂ ਜੋ ਉਹ ਸਮਝਦਾ ਹੈ ਪਰ ਪਰਵਾਹ ਨਹੀਂ ਕਰਦਾ। ਕਿ ਤੂੰ ਕੋਈ ਆਦਮੀ ਵੇਖਦਾ ਹੈ ਜੋ ਬੋਲਣ ਵਿੱਚ ਕਾਹਲ ਕਰਦਾ ਹੈ, ਉਹਦੇ ਨਾਲੋਂ ਮੂਰਖ ਤੋਂ ਬਾਹਲੀ ਆਲਸ ਹੈ। ਜਿਹੜਾ ਆਪਣੇ ਟਹਿਲੂਏ ਨੂੰ ਬਚਪਨੇ ਤੋਂ ਲਾਡਾਂ ਨਾਲ ਪਾਲਦਾ ਹੈ, ਉਹ ਓੜਕ ਨੂੰ ਉਸੇ ਨੂੰ ਹੀ ਵਾਰਸ ਬਣਾ ਬੈਠੇਗਾ। ਕ੍ਰੋਧੀ ਮਨੁੱਖ ਲੜਾਈ ਛੇੜਦਾ ਹੈ ਅਤੇ ਗੁੱਸੇ ਵਾਲਾ ਅਪਰਾਧ ਵਧਾਉਂਦਾ ਹੈ। ਆਦਮੀ ਦਾ ਹੰਕਾਰ ਉਹਨੂੰ ਅਧੀਨ ਕਰੇਗਾ, ਪਰ ਮਨ ਦਾ ਅਧੀਨ ਬਹੁਤ ਆਦਰ ਪ੍ਰਾਪਤ ਕਰੇਗਾ। ਚੋਰ ਦਾ ਸਾਂਝੀ ਆਪਣੀ ਜਾਨ ਦਾ ਵੈਰੀ ਹੈ। ਉਹ ਸਹੁੰ ਤਾਂ ਸੁਣਦਾ ਪਰ ਦੱਸਦਾ ਨਹੀਂ। ਮਨੁੱਖ ਦਾ ਪੈ ਫਾਈਆਂ ਲਿਆਉਂਦਾ ਹੈ, ਪਰ ਯਹੋਵਾ ਉੱਤੇ ਜਿਹੜਾ ਭਰੋਸਾ ਰੱਖਦਾ ਹੈ ਉਹ ਸੁੱਖ ਸਾਂਦ ਨਾਲ ਰਹਿੰਦਾ ਹੈ। ਹਾਕਮ ਦੇ ਮੂੰਹ ਨੂੰ ਬਹੁਤ ਭਾਲਦੇ ਹਨ, ਪਰ ਆਦਮੀ ਦਾ ਇਨਸਾਫ ਯਹੋਵਾ ਵੱਲੋਂ ਹੀ ਹੈ। ਧਰਮੀ ਪੁਨਿਆਈ ਤੋਂ ਘਿਰਣਾ ਕਰਦਾ ਹੈ, ਪਰ ਦੁਸ਼ਟ ਸਿੱਧੀ ਚਾਲ ਵਾਲੇ ਤੋਂ ਘਿਰਣਾ ਕਰਦਾ ਹੈ। ਚੈਪਟਰ 30 ਅਗੂਰ ਦੀਆਂ ਗੱਲਾਂ। ਯਾਕਾ ਦੇ ਪੁੱਤਰ ਅਗੂਰ ਦੀਆਂ ਗੱਲਾਂ ਦਾ ਅਗੰਮ ਵਾਕ। ਉਹ ਪੁਰਸ਼ ਇਥੀਏਲ ਤੇ ਉਕਾਲ ਨੂੰ ਆਖਦਾ ਹੈ, ਸੱਚਮੁੱਚ ਮੈਂ ਹੋਰਾਂ ਮਨੁੱਖਾਂ ਨਾਲੋਂ ਪਸ਼ੂਆਂ ਵੱਧ ਹਾਂ। ਮੇਰੇ ਵਿੱਚ ਆਦਮੀ ਜਿਹੀ ਕੋਈ ਮੱਤ ਹੈ ਹੀ ਨਹੀਂ। ਮੈਂ ਅਕਲ ਦੀ ਸਿੱਖਿਆ ਨਹੀਂ ਪਾਈ, ਨਾ ਹੀ ਮੈਨੂੰ ਪਵਿੱਤਰ ਪੁਰਖਾਂ ਦਾ ਗਿਆਨ ਹੈ। ਆਕਾਸ਼ ਉੱਤੇ ਕੌਣ ਚੜ੍ਹਿਆ ਤੇ ਫਿਰ ਕੌਣ ਹੇਠਾਂ ਉਤਰਿਆ? ਕਿਸਨੇ ਹਵਾ ਨੂੰ ਆਪਣੀ ਮੁੱਠ ਵਿੱਚ ਸਮੇਟਿਆ? ਕਿਸਨੇ ਪਾਣੀਆਂ ਨੂੰ ਚਾਦਰ ਵਿੱਚ ਵਲੇਟਿਆ? ਕਿਸਨੇ ਧਰਤੀ ਦੇ ਸਾਰੇ ਬੰਨੇ ਠਹਿਰਾਏ? ਉਹਦਾ ਕੀ ਨਾਮ ਤੇ ਉਹਦੇ ਪੁੱਤਰਾਂ ਦਾ ਕੀ ਨਾਮ ਹੈ? ਜੇ ਤੂੰ ਜਾਣਦਾ ਹੈ, ਪਰਮੇਸ਼ਰ ਦਾ ਹਰੇਕ ਵਚਨ ਤਾਇਆ ਹੋਇਆ ਹੈ। ਜਿਹੜੇ ਉਹਦੀ ਸ਼ਰਨ ਵਿੱਚ ਆਉਂਦੇ ਹਨ ਉਹ ਉਹਨਾਂ ਦੀ ਢਾਲ ਹੈ। ਤੂੰ ਉਹਦੇ ਬਚਨਾਂ ਵਿੱਚ ਕੁਝ ਨਾ ਵਧਾ ਘਟਾ, ਕਿਉਂ ਜੋ ਐ ਨਾ ਹੋਵੇ ਕਿ ਉਹ ਤੈਨੂੰ ਤਾੜੇ ਤੇ ਤੂੰ ਝੂਠਾ ਨਿਕਲੇ। ਮੈਂ ਤੇਥੋਂ 2 ਪਦਾਰਥ ਮੰਗੇ ਹਨ, ਮੇਰੇ ਮਰਨ ਤੋਂ ਪਹਿਲਾਂ ਉਹਨਾਂ ਨੂੰ ਮੈਨੂੰ ਦੇਣ ਤੋਂ ਨਾ ਮੁੱਕਰੀ। ਮਿੱਥਿਆ ਅਤੇ ਝੂਠ ਮੈਥੋਂ ਦੂਰ ਕਰ ਦੇ। ਮੈਨੂੰ ਨਾ ਤਾਂ ਗਰੀਬੀ ਨਾ ਧਨ ਦੇ। ਮੇਰੀ ਲੋੜ ਜੋਗ ਰੋਟੀ ਮੈਨੂੰ ਖਿਲਾ, ਮਤੇ ਮੈਂ ਰੱਜ ਪੁੱਜ ਕੇ ਮੁੱਕਰ ਜਾਵਾਂ ਤੇ ਆਖਾਂ ਕਿ ਯਹੋਵਾ ਹੈ ਹੀ ਕੌਣ? ਯਹੋਵਾ ਕੌਣ ਹੈ? ਅਥਵਾ ਕਿਤੇ ਮੈਂ ਥੁੜਿਆ ਹੋਇਆ ਹੋਵਾਂ ਤੇ ਮੈਂ ਚੋਰੀ ਕਰਾਂ ਅਤੇ ਆਪਣੇ ਪਰਮੇਸ਼ਰ ਦੇ ਨਾਮ ਨੂੰ ਭੰਡੀ ਕਰਾਂ, ਆਪਣੇ ਪਰਮੇਸ਼ਰ ਦੇ ਨਾਂ ਦੀ ਭੰਡੀ ਕਰਾਂ। ਟਹਿਲੂਏ ਦੀ ਉਹਦੇ ਸਵਾਮੀ ਦੇ ਅੱਗੇ ਨਿੰਦਿਆ ਨਾ ਕਰ, ਮਤੇ ਉਹ ਤੈਨੂੰ ਸ਼ਰਾਪ ਦੇਵੇ ਤੇ ਤੂੰ ਦੋਸ਼ੀ ਠਹਿਰੇ। ਅਜਿਹੇ ਲੋਕ ਵੀ ਹਨ ਜਿਹੜੇ ਆਪਣੇ ਪਿਓ ਨੂੰ ਫਟਕਾਰਦੇ ਤੇ ਆਪਣੀ ਮਾਂ ਨੂੰ ਮੁਬਾਰਕ ਨਹੀਂ ਕਹਿੰਦੇ। ਅਜਿਹੇ ਲੋਕ ਵੀ ਹਨ ਜਿਹੜੇ ਆਪਣੀ ਨਿਗਾਹ ਵਿੱਚ ਤਾਂ ਸੁੱਧ ਹਨ, ਪਰ ਉਹਨਾਂ ਦੀ ਪਲੀਤੀ ਹਜੇ ਧੋਤੀ ਨਹੀਂ ਗਈ। ਅਜਿਹੇ ਲੋਕ ਵੀ ਹਨ ਜੋ ਉਹਨਾਂ ਦੀ ਦ੍ਰਿਸ਼ਟ ਅਜਿਹੀ ਘੁਮੰਡ ਭਰੀ ਹੈ ਤੇ ਉਹਨਾਂ ਦੀਆਂ ਪਲਕਾਂ ਕਈਆਂ ਉਤਾਹਾਂ ਨੂੰ ਹੀ ਉੱਠੀਆਂ ਰਹਿੰਦੀਆਂ ਹਨ। ਅਜਿਹੇ ਲੋਕ ਵੀ ਹਨ ਜਿਨ੍ਹਾਂ ਦੇ ਦੰਦ ਤਲਵਾਰਾਂ ਅਤੇ ਦਾੜਾਂ ਛੁਰੀਆਂ ਹਨ, ਬਈ ਉਹ ਮਸਕੀਨਾਂ ਨੂੰ ਧਰਤੀ ਉੱਤੇ ਤੇ ਕੰਗਾਲਾਂ ਨੂੰ ਆਦਮੀ ਵਿੱਚੋਂ ਖਾ ਹੀ ਜਾਣ। ਜੋ ਲੋਕ ਦੀਆਂ 2 ਧੀਆਂ ਹਨ, ਦਿਓ ਆਖਦੀਆਂ ਰਹਿੰਦੀਆਂ ਹਨ। 3 ਚੀਜ਼ਾਂ ਹਨ ਜੋ ਕਦੀ ਵੀ ਨਹੀਂ ਰੱਜਦੀਆਂ, ਸਗੋਂ 4 ਹਨ ਕਦੀ ਬਾਸੀ ਨਹੀਂ ਆਖਦੀਆਂ। ਪਤਾਲ, ਸੰਡ ਦਾ ਗਰਭ, ਧਰਤੀ ਜੋ ਜਲ ਨਾਲ ਤ੍ਰਿਪਤ ਨਹੀਂ ਹੁੰਦੀ ਅਤੇ ਅੱਗ ਜੋ ਕਦੀ ਬਸ ਨਹੀਂ ਕਹਿੰਦੀ। ਜਿਹੜੀ ਅੱਖ ਪਿਓ ਦੀ ਹਾਸੀ ਕਰਦੀ ਤੇ ਆਪਣੀ ਮਾਂ ਦੀ ਆਗਿਆਕਾਰੀ ਨੂੰ ਤੁੱਛ ਜਾਣਦੀ ਹੈ, ਵਾਦੀ ਦੇ ਕਾਂ ਉਸਨੂੰ ਪੁੱਟ ਕੇ ਕੱਢਣਗੇ ਤੇ ਗਿਰਜਾਂ ਦੇ ਬੱਚੇ ਉਸਨੂੰ ਖਾ ਜਾਣਗੇ। ਇਹ 3 ਗੱਲਾਂ ਮੇਰੇ ਲਈ ਬਹੁਤੀਆਂ ਅਚਰਜ ਹਨ, ਸਗੋਂ 4 ਜੋ ਮੇਰੀ ਸਮਝ ਵਿੱਚ ਨਹੀਂ ਆਉਂਦੀਆਂ। ਆਕਾਸ਼ ਵਿੱਚ ਉਕਾਬ ਦਾ ਰਾਹ,
ਚਟਾਨ ਉੱਤੇ ਸੱਪ ਦਾ ਰਾਹ, ਸਮੁੰਦਰ ਵਿੱਚ ਜਹਾਜ਼ ਦਾ ਰਾਹ ਤੇ ਮੁਟਿਆਰ ਨਾਲ ਕਿਸੇ ਆਦਮੀ ਦਾ ਵਰਤਾਅ। ਵਿਚਾਰਨ ਦਾ ਢੰਗ ਵੀ ਇਹੋ ਹੀ ਹੈ। ਉਹ ਖਾਂਦੀ ਹੈ ਤੇ ਮੂੰਹ ਪੂੰਝ ਲੈਂਦੀ ਹੈ ਤੇ ਆਖਦੀ ਹੈ ਮੈਂ ਕੋਈ ਬੁਰਾਈ ਨਹੀਂ ਕੀਤੀ। 3 ਗੱਲਾਂ ਕਰਕੇ ਧਰਤੀ ਕੰਬਦੀ ਹੈ, ਬਲਕਿ 4 ਗੱਲਾਂ ਕਰਕੇ ਜਿਹੜੀਆਂ ਉਸ ਤੋਂ ਸਹਿਣ ਨਹੀਂ ਹੁੰਦੀਆਂ, ਜਿਹੜੀਆਂ ਉਸ ਤੋਂ ਨਹੀਂ ਸਹਾਰੀ ਦੀਆਂ। ਦਾਸ ਜਦੋਂ ਇੱਕ ਬਾਦਸ਼ਾਹ ਬਣ ਜਾਵੇ, ਮੂਰਖ ਜਦੋਂ ਰੋਟੀ ਨਾਲ ਰੱਜ ਜਾਵੇ, ਤੇ ਘਿਨਾਉਣੀ ਔਰਤ ਜਦੋਂ ਵਿਆਹੀ ਜਾਵੇ, ਤੇ ਗੋਲੀ ਜਦੋਂ ਆਪਣੀ ਮਾਲਕਣ ਦੀ ਵਾਰਸਣ ਬਣ ਜਾਵੇ। ਧਰਤੀ ਉੱਤੇ 4 ਵਸਤਾਂ ਨਿੱਕੀਆਂ ਜਿਹੀਆਂ ਹਨ, ਪਰ ਤਾਂ ਵੀ ਬੜੀਆਂ ਸਿਆਣੀਆਂ ਹਨ। ਕੀੜੀਆਂ ਸ਼ਕਤੀ ਵਾਲੀਆਂ ਤਾਂ ਨਹੀਂ, ਪਰ ਤਾਂ ਵੀ ਉਹ ਨਾਲ ਵਿੱਚ ਆਪਣਾ ਖਾਜਾ ਸਮੇਟ ਲੈਂਦੀਆਂ ਹਨ। ਪਹਾੜੀ ਸਹਿ ਭਾਵੇਂ ਨਤਾਣੇ ਹਨ, ਪਰ ਤਾਂ ਵੀ ਚਟਾਨਾਂ ਵਿੱਚ ਆਪਣੇ ਘਰ ਬਣਾਉਂਦੇ ਹਨ। ਸਲਾ ਦਾ ਭਾਵੇਂ ਕੋਈ ਰਾਜਾ ਨਹੀਂ, ਪਰ ਜਦੋਂ ਉਹ ਦਲ ਬਣ ਕੇ ਨਿਕਲਦੀਆਂ ਹਨ ਤਾਂ ਕਿਰਲੀ ਨੂੰ ਤੂੰ ਹੱਥਾਂ ਵਿੱਚ ਫੜ ਸਕਦਾ ਹੈ, ਤਾਂ ਵੀ ਪਾਤਸ਼ਾਹੀ ਮਹਿਲਾਂ ਵਿੱਚ ਰਹਿੰਦੀ ਹੈ। ਸਲਾ ਦਾ ਭਾਵੇਂ ਕੋਈ ਰਾਜਾ ਨਹੀਂ, ਪਰ ਤਾਂ ਵੀ ਉਹ ਸਭੋ ਦਲ ਬਣ ਕੇ ਨਿਕਲਦੀਆਂ ਹਨ। ਇਹ 3 ਵਸਤਾਂ ਹਨ ਜਿਨ੍ਹਾਂ ਦੀ ਤੋੜ ਠਾਠ ਵਾਲੀ ਹੈ, ਸਗੋਂ 4 ਜਿਨ੍ਹਾਂ ਦੀ ਚਾਲ ਸੋਹਣੀ ਹੈ। ਇੱਕ ਤਾਂ ਬੱਬਰ ਸ਼ੇਰ ਜਿਹੜਾ ਸਾਰੇ ਪਸ਼ੂਆਂ ਵਿੱਚ ਜੁਰਵਾਨਾ ਹੈ, ਕਿਸੇ ਦੇ ਅੱਗੇ ਪਿੱਠ ਨਹੀਂ ਪਵਾਉਂਦਾ। ਦੂਜਾ ਸ਼ਿਕਾਰੀ ਕੁੱਤਾ, ਤੇ ਤੀਜਾ ਬੱਕਰਾ, ਅਤੇ ਚੌਥਾ ਪਾਤਸ਼ਾਹ ਜਦ ਉਸ ਸੈਨਾ ਦੇ ਨਾਲ ਹੋਵੇ। ਜੇ ਤੂੰ ਮੂਰਖਤਾਈ ਨਾਲ ਆਪਣੇ ਆਪ ਨੂੰ ਉੱਚਾ ਕੀਤਾ ਹੈ ਅਥਵਾ ਕੋਈ ਬੁਰਾ ਮਤਾ ਪਕਾਇਆ ਹੈ ਤਾਂ ਆਪਣੇ ਮੂੰਹ ਤੇ ਹੱਥ ਰੱਖ ਲੈ, ਕਿ ਜੋ ਦੁੱਧ ਰਿੜਕਣ ਦੇ ਵਿੱਚੋਂ ਮੱਖਣ ਨਿਕਲਦਾ ਹੈ ਤੇ ਨੱਕ ਮਰੋੜਨ ਨਾਲ ਲਹੂ ਹੀ ਨਿਕਲਦਾ ਹੈ ਤੇ ਕ੍ਰੋਧ ਭੜਕਾਉਣ ਨਾਲ ਲੜਾਈ ਉੱਠਦੀ ਹੈ। ਚੈਪਟਰ 31। ਲੈਮੂਏਲ ਪਾਤਸ਼ਾਹ ਦੀਆਂ ਗੱਲਾਂ ਦੇ ਅਗੰਮ ਵਾਕ ਮੱਥੇ ਉਸਦੀ ਮਾਤਾ ਨੇ ਜੋ ਉਸਨੂੰ ਸਿਖਾਏ, ਕਿ ਮੇਰੇ ਪੁੱਤਰ, ਮੇਰੇ ਢਿੱਡ ਦੇ ਪੁੱਤਰ, ਤੂੰ ਮੇਰੀਆਂ ਸੁੱਖਣਾ ਦੇ ਪੁੱਤਰ, ਆਪਣਾ ਬਲ ਔਰਤਾਂ ਨੂੰ ਨਾ ਦੇਈ, ਨਾ ਆਪਣਾ ਚਾਲ ਚੱਲਣ ਬਾਦਸ਼ਾਹਾਂ ਦੇ ਨਾਸ਼ ਕਰਨ ਵਾਲੀਆਂ ਨੂੰ। ਪਾਤਸ਼ਾਹਾਂ ਨੂੰ ਹੇ ਲੈਮੂਏਲ, ਪਾਤਸ਼ਾਹਾਂ ਨੂੰ ਮਦ ਪੀਣੀ, ਸ਼ਰਾਬ ਪੀਣੀ ਯੋਗ ਨਹੀਂ, ਤੇ ਰਾਜਪੁੱਤਰਾਂ ਨੂੰ ਇਹ ਆਖਣਾ ਕਿ ਸ਼ਰਾਬ ਕਿੱਥੇ ਹੈ, ਮਤੇ ਉਹ ਪੀ ਕੇ ਅਕਲ ਵਿਧੀ ਨੂੰ ਭੁੱਲ ਜਾਣ ਤੇ ਸਾਰੇ ਦੁਖਿਆਰਾਂ ਦਾ ਹੱਕ ਹੀ ਮਾਰਨ ਬੈਣ। ਸ਼ਰਾਬ ਉਸ ਨੂੰ ਪਿਆਓ ਜਿਹੜਾ ਮਰਨ ਵਾਲਾ ਹੈ, ਤੇ ਮਦ ਉਸ ਨੂੰ ਜਿਹਦਾ ਮਨ ਕੌੜਾ ਹੈ, ਤਾਂ ਕਿ ਉਹ ਪੀ ਕੇ ਆਪਣੀ ਤੰਗੀ ਨੂੰ ਭੁੱਲ ਜਾਵੇ ਅਤੇ ਕਸ਼ਟ ਨੂੰ ਫਿਰ ਚੇਤੇ ਨਾ ਕਰੇ। ਗੂੰਗਿਆਂ ਦੇ ਨਿਮਿਤ ਆਪਣਾ ਮੂੰਹ ਖੋਲ ਤੇ ਉਹਨਾਂ ਸਭਨਾਂ ਦੇ ਹੱਕ ਲਈ ਜਿਹੜੇ ਚਲਾਣੇ ਦੇਣ ਨੂੰ ਹਨ। ਆਪਣਾ ਮੂੰਹ ਖੋਲ ਤੇ ਧਰਮ ਦਾ ਨਿਆਂ ਕਰ, ਮਸਕੀਨਾਂ ਤੇ ਕੰਗਾਲਾਂ ਦੇ ਹੱਕ ਲਈ ਲੜ। ਪਤਵੰਤੀ ਔਰਤ ਕਿਸ ਨੂੰ ਮਿਲਦੀ ਹੈ, ਕਿਉਂ ਜੋ ਉਹ ਉਸ ਦੀ ਕਦਰ ਲਾਲਾ ਨਾਲੋਂ ਬਹੁਤ ਵਧੇਰੇ ਹੈ। ਉਹਦੇ ਭਰਤਾ ਦਾ ਮਨ ਉਸ ਤੇ ਭਰੋਸਾ ਰੱਖਦਾ ਹੈ। ਉਹ ਉਸਨੂੰ ਲਾਭ ਦੀ ਕਦੀ ਥੁੜ ਨਹੀਂ ਹੁੰਦੀ। ਜਿਹਦੇ ਭਰਤਾ ਦਾ ਮਨ ਉਸ ਉੱਤੇ ਭਰੋਸਾ ਰੱਖਦਾ ਹੈ, ਉਮਰ ਭਰ ਉਹ ਉਸ ਦੇ ਨਾਲ ਭਲਾਈ ਹੀ ਕਰੇਗੀ, ਬੁਰਾਈ ਨਹੀਂ। ਉਸਨੂੰ ਲਾਭ ਦੀ ਕੁਝ ਵੀ ਥੁੜ ਨਹੀਂ ਹੁੰਦੀ। ਉਹ ਉੱਨ ਅਤੇ ਕਤਾਨ ਭਾਲ ਕੇ ਚਾਅ ਨਾਲ ਆਪਣੇ ਹੱਥੀਂ ਕੰਮ ਕਰਦੀ ਹੈ। ਉਹ ਵਪਾਰੀ ਦੇ ਜਹਾਜ਼ਾਂ ਵਰਗੀ ਹੈ, ਜਿਹੜੀ ਉਹ ਆਪਣਾ ਭੋਜਨ ਦੂਰੋਂ ਲਿਆਉਂਦੀ ਹੈ। ਰਾਤ ਰਹਿੰਦਿਆਂ ਹੀ ਉਹ ਉੱਠ ਕੇ ਆਪਣੇ ਟੱਬਰ ਨੂੰ ਭੋਜਨ ਅਤੇ ਆਪਣੀਆਂ ਗੋਲੀਆਂ ਨੂੰ ਕੰਮਕਾਰ ਦਿੰਦੀ ਹੈ। ਉਹ ਸੋਚ ਵਿਚਾਰ ਕਰਕੇ ਕਿਸੇ ਖੇਤ ਨੂੰ ਮੁੱਲ ਲੈਂਦੀ ਹੈ ਤੇ ਆਪਣੇ ਹੱਥਾਂ ਦੀ ਖੱਟੀ ਨਾਲ ਦਾਖ ਦੀ ਬਾੜੀ ਲਾਉਂਦੀ ਹੈ। ਉਹ ਆਪਣਾ ਬਲ ਨਾਲ ਲੱਕ ਬੰਨ੍ਹਦੀ ਹੈ ਅਤੇ ਆਪਣੀਆਂ ਬਾਹਾਂ ਨੂੰ ਤਕੜਿਆਂ ਕਰਦੀ ਹੈ। ਉਹ ਪਰਖ ਲੈਂਦੀ ਹੈ ਕਿ ਮੇਰਾ ਵਪਾਰ ਚੰਗਾ ਹੈ। ਰਾਤ ਨੂੰ ਉਹਦਾ ਦੀਵਾ ਨਹੀਂ ਬੁਝਦਾ। ਉਹ ਤੱਕਲੇ ਨੂੰ ਹੱਥ ਲਾਉਂਦੀ ਹੈ ਅਤੇ ਉਹਦੇ ਹੱਥ ਅਟੇਰਾਂ ਨੂੰ ਫੜਦੇ ਹਨ। ਉਹ ਮਸਕੀਨਾਂ ਵੱਲ ਹੱਥ ਪਸਾਰਦੀ ਹੈ, ਕੰਗਾਲਾਂ ਵੱਲ ਆਪਣੇ ਹੱਥ ਲੰਮੇ ਕਰਦੀ ਹੈ। ਉਹਨੂੰ ਆਪਣੇ ਟੱਬਰ ਵੱਲੋਂ ਬਰਫ਼ ਦਾ ਡਰ ਨਹੀਂ, ਕਿਉਂ ਜੋ ਉਹਦਾ ਸਾਰਾ ਟੱਬਰ ਕਿਰਮਚ ਪਾਉਂਦਾ ਹੈ। ਉਹ ਆਪਣੇ ਲਈ ਚੋਪ ਬਣਾਉਂਦੀ ਹੈ ਤੇ ਉਹਦੇ ਬਸਤਰ ਕਤਾਨੀ ਤੇ ਬੈਂਗਣੀ ਹਨ। ਉਹਦਾ ਪਤੀ ਫਾਟਕ ਵਿੱਚ ਮੰਨਿਆ ਤੰਨਿਆ ਹੈ। ਜਦ ਉਹ ਦੇਸ਼ ਦੇ ਬਜ਼ੁਰਗਾਂ ਵਿੱਚ ਬਹਿੰਦਾ ਹੈ ਤਾਂ ਉਹ ਮਲਮਲ ਦੇ ਵਸਤਰ ਬਣਾ ਕੇ ਵੇਚਦੀ ਹੈ ਤੇ ਉਹ ਵਪਾਰੀਆਂ ਨੂੰ ਪਟ ਕੇ ਦਿੰਦੀ ਹੈ। ਬਲ ਤੇ ਮਾਣ ਉਹਦਾ ਲਿਬਾਸ ਹੈ ਤੇ ਆਉਣ ਵਾਲੇ ਦਿਨਾਂ ਉੱਤੇ ਹੱਸਦੀ ਹੈ ਤੇ ਅਕਲ ਨਾਲ ਆਪਣਾ ਮੂੰਹ ਖੋਲ੍ਹਦੀ ਹੈ ਤੇ ਉਹਦੀ ਰਸਨਾ ਉੱਤੇ ਦਇਆ ਦੀ ਸਿੱਖਿਆ ਹੈ। ਉਹ ਆਪਣੇ ਪਰਿਵਾਰ ਦੀ ਚਾਲ ਨੂੰ ਧਿਆਨ ਨਾਲ ਵੇਖਦੀ ਹੈ ਤੇ ਉਹ ਆਲਸ ਦੀ ਰੋਟੀ ਨਹੀਂ ਖਾਂਦੀ। ਉਹਦੇ ਬੱਚੇ ਉੱਠ ਕੇ ਉਹਨੂੰ ਧੰਨ ਆਖਦੇ ਹਨ ਤੇ ਉਹਦਾ ਪਤੀ ਤੇ ਉਹਦੀ ਬਹੁਤ ਸਲਾਹਤ ਕਰਦਾ ਹੈ ਵੀ ਬਥੇਰੀਆਂ ਔਰਤਾਂ ਨੇ ਉੱਤਮਤਾਈ ਵਿਖਾਈ, ਪਰ ਤੂੰ ਉਹਨਾਂ ਸਭਨਾਂ ਵਿੱਚੋਂ ਵੱਧ ਗਈ ਹੈ। ਸੁੰਦਰਤਾ ਛਲ ਹੈ ਤੇ ਸੁਹੱਪਣ ਮਿੱਥ ਹੈ, ਪਰ ਉਹ ਔਰਤ ਜੋ ਉਹਦਾ ਭੈ ਮੰਨਦੀ ਹੈ ਸਲਾਈ ਜਾਵੇਗੀ। ਉਹਦੇ ਹੱਥਾਂ ਦਾ ਫਲ ਉਹਨੂੰ ਦਿਓ ਤੇ ਉਹਦੇ ਕੰਮ
ਆਪੇ ਫਾਟਕ ਵਿੱਚ ਜਾ ਕੇ ਉਹਨੂੰ 10 ਯਸ ਦੇਣਗੇ। ਆਮੀਨ।